99% ਬੱਚੇ ਬੁਰੇ ਨਹੀਂ ਹੈ। ਕੁਛ ਤੇ ਹਾਲਾਤ ਬਣ ਜਾਂਦੇ ਹੈ, ਕੁਛ ਨੂੰ ਉਹਨਾਂ ਦੇ ਜੋੜੀਦਾਰ ਬਣਾ ਦਿੰਦੇ ਹੈ। ਤੂੰ ਆਪਦੇ ਖਰਚੇ ਇੱਥੇ ਵਧਾ ਲਏ, ਤੂੰ ਗੱਡੀ ਲੈ ਲਈ, ਤੂੰ ਆਹ ਕਰ ਲਿਆ, ਫੋਨ ਲੈ ਲਿਆ, ਵਧੀਆ ਰਹਿਣਾ, ਤੂੰ ਕੱਪੜੇ ਵਧੀਆ ਪਾਉਣਾ। ਕਈਆਂ ਨੇ ਕਾਰਾਂ ਦੇ ਵਿੱਚ ਡੈਕ ਏਡੇ ਵੱਡੇ ਲਗਾਏ ਹੋਏ ਜਿੰਨੇ ਉਹਨਾਂ ਦੇ ਘਰਾਂ 'ਚ ਵੀ ਨਹੀਂ ਵੱਜਦੇ। ਬੇਸਿਕਲੀ ਜਿਹੜੀ ਚੀਜ਼ ਦੇਖੀ ਨਾ ਅਸੀਂ ਡਿਫਰੈਂਸ ਦੇਖਿਆ ਇੰਡੀਆ ਨਾਲੋਂ ਕਿ ਜੇ ਤੁਹਾਡਾ ਬੱਚਾ ਖੁਦ ਲਾਇਕ ਹੈ, ਖੁਦ ਆਈਲੈਟਸ ਕਰ ਸਕਦਾ, ਕਿਸੇ ਨਾ ਕਿਸੇ ਤਰੀਕੇ ਬਾਹਰ ਜਾ ਸਕਦਾ, ਉਹਨੂੰ ਆਪਣੇ ਬਲਬੂਤੇ 'ਤੇ ਭੇਜੋ। ਆਈ ਐਮ ਸੇਇੰਗ ਟੂ ਆਲ ਦ ਪੰਜਾਬੀਜ਼, ਜਿੱਥੇ ਮੇਰੇ ਪੰਜਾਬ 'ਚ ਵੀ ਬੈਠੇ ਆ ਅਤੇ ਮੇਰੇ ਇੱਥੇ ਵੀ ਬੈਠੇ ਆ ਅਤੇ ਬਾਹਰਲੇ ਮੁਲਕਾਂ 'ਚ ਵੀ ਬੈਠੇ ਆ ਪੰਜਾਬੀ। ਜਿਹੜਾ ਕੈਨੇਡਾ ਦਾ ਇੱਕ ਪਿਕਚਰ ਆਪਾਂ ਨੂੰ ਜਿਹੜੀ ਕੈਨੇਡਾ 'ਚ ਬੈਠੇ ਦਿਖਦੀ ਹੈ, ਉਹ ਪਿਕਚਰ ਆਲਰੇਡੀ ਲੋਕਾਂ ਨੂੰ ਦਿਖਾਈ ਨਹੀਂ ਦੇ ਰਹੀ। ਤੇ ਫਿਰ ਇੱਥੇ ਆ ਕੇ ਉਹਨਾਂ ਨੂੰ ਆਜ਼ਾਦੀ ਮਿਲਦੀ ਆ, ਰਾਤ ਤੱਕ ਘਰੋਂ ਬਾਹਰ ਰਹਿਣਾ। ਵੀ ਆਰ ਗੋਇੰਗ ਟੂ ਦ ਕੈਨੇਡਾ। ਤਰਜਿੰਦਰ ਕੀ ਗਿਆ, ਮੈਂ ਧਰਮਿੰਦਰ ਵੀ ਨਾਲ ਜਾਏਗਾ। ਜਿਹੜੇ ਨੌਜਵਾਨ ਉਹਨਾਂ ਕਹਿੰਦੇ ਤੁਸੀਂ ਜਿੰਨਾ ਕੰਮ ਕਰ ਸਕਦੇ ਕੰਮ ਦੱਬ ਕੇ ਕਰੋ। ਬੱਚਿਆਂ ਦੇ ਵੀ ਖਾਬ ਜਿਹੜੇ ਵੱਡੇ ਹੋ ਜਾਂਦੇ ਇੱਥੇ ਆ ਕੇ। ਅਗਰ ਬਾਈ ਚਾਂਸ ਇਹ ਤਾਂ ਸਾਡਾ ਪਰਸਨਲ ਐਕਸਪੀਰੀਅੰਸ ਵੀ ਆ। ਜ਼ਰੂਰ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਕੰਮ ਤਾਂ ਉਹ ਕਰ ਹੀ ਰਿਹਾ, ਚਾਹੇ 1 ਨੰਬਰ 'ਚ ਚਾਹੇ 2 ਨੰਬਰ 'ਚ। ਸੁਣਦੇ ਰਹਿੰਦੇ ਅੱਜ ਆ ਹੋਇਆ, ਲੇਕਿਨ ਕਹਿੰਦੇ ਹੁੰਦੇ ਨਾ ਵੀ ਕਾਲੀਆਂ ਭੇਡਾਂ ਹੁੰਦੀਆਂ ਹੀ ਆ ਵਿੱਚ। ਕੋਈ ਵੀ ਮੇਰਾ ਖਿਆਲ ਈਵਨ ਕਿ ਤੁਹਾਡੇ ਚੈਨਲਸ ਵਗੈਰਾ ਵੀ ਸ਼ੋਅ ਨਹੀਂ ਕਰਦੇ। ਮੈਂ ਕਹੂੰਗਾ ਵੀ ਜਿਹੜੇ ਮੁੰਡੇ ਵਾਲੇ ਜਿੱਦਾਂ ਕੁੜੀ ਲੱਭਦੇ ਆ, ਕੋਈ ਆਈਲੈਟਸ ਜਿਹਨੇ ਕੀਤੀ ਹੋਵੇ ਜਾਂ ਬਾਹਰ ਲੈ ਜਾਏ ਸਾਡੇ ਮੁੰਡੇ ਨੂੰ, ਉਹਨਾਂ ਦੀ ਲੇਕਿਨ ਸਾਡੀਆਂ ਮਾੜੀਆਂ ਆਦਤਾਂ ਉਹ ਨਹੀਂ ਛੱਡ ਕੇ ਆਉਂਦੇ। You seen the some cars, those are like ਕੁੜੀਆਂ ਇੱਥੇ ਆ ਕੇ ਆਪਣੇ ਆਪ ਨੂੰ ਫ੍ਰੀ ਫੀਲ ਕਰਦੀਆਂ ਨੇ। ਇੱਥੇ ਦੇ ਲਾਅ ਇੰਡੀਆ ਨਾਲੋਂ ਡਿਫਰੈਂਟ ਨੇ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਲਾਈਫ ਇਨ ਕੈਨੇਡਾ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਅੱਜ ਕਈ ਅਜਿਹੇ ਮੁੱਦੇ ਲੈ ਕੇ ਹਾਜ਼ਰ ਹੋਏ ਹਾਂ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ, ਪੁੱਛਾਂਗੇ ਇੱਥੇ ਵਾਸਤੇ ਭਾਰਤੀ ਲੋਕਾਂ ਤੋਂ, ਪਾਕਿਸਤਾਨੀ ਲੋਕਾਂ ਤੋਂ ਕਿ ਕੈਨੇਡਾ ਵਿੱਚ ਅਸੀਂ ਆਏ ਹਾਂ, ਕਿਵੇਂ ਦੀ ਐਕਸਪੈਕਟੇਸ਼ਨ ਸੀ ਤੇ ਲਾਈਫ ਕਿੱਦਾਂ ਦੀ ਹੈ। ਇੱਥੇ ਆ ਕੇ ਪਹਿਲੀ ਜੌਬ ਕਹੇ ਜੀ ਸੀ, ਜਿਵੇਂ ਦਾ ਸੋਚ ਕੇ ਆਏ ਸੀ ਕਿ ਲਾਈਫ ਉਵੇਂ ਦੀ ਹੈਗੀ ਆ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਅਸੀਂ ਕਿ ਜੇਕਰ ਅਸੀਂ ਕਹਿੰਦੇ ਹਾਂ ਕਿ ਲਾਈਫ ਇੰਨੀ ਹਾਰਡ ਆ ਤਾਂ ਆਪਣੇ ਮੁਲਕ 'ਚ ਫਿਰ ਕੋਈ ਵਾਪਸ ਕਿਉਂ ਨਹੀਂ ਜਾਂਦਾ ਹੈਗਾ, ਕੀ ਕਾਰਨ ਹੈ ਕਿ ਜੋ ਉਹਨਾਂ ਨੂੰ ਇੱਥੇ ਹੀ ਰਹਿਣਾ ਪੈਂਦਾ ਆ। ਅਜਿਹੇ ਹੋਰ ਵੀ ਬਹੁਤ ਸਾਰੇ ਸਵਾਲ ਲੈ ਕੇ ਹਾਜ਼ਰ ਹੋਏ ਅੱਜ ਦੇ ਇਸ ਪ੍ਰੋਗਰਾਮ ਵਿੱਚ। ਸੋ ਦੇਖਦੇ ਰਹੋ ਲਾਈਫ ਇਨ ਕੈਨੇਡਾ ਤੇ ਪੁੱਛਦੇ ਆ ਇੱਥੇ ਵਾਸਤੇ ਲੋਕਾਂ ਨੂੰ ਕਿ ਲਾਈਫ ਕੈਨੇਡਾ ਦੇ ਵਿੱਚ ਕਿੱਦਾਂ ਦੀ ਹੈ। ਸੋ ਦੋਸਤੋ, ਲਾਈਫ ਇਨ ਕੈਨੇਡਾ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕੁਝ ਅਲੱਗ-ਅਲੱਗ ਵਿਸ਼ਿਆਂ ਉੱਤੇ। ਸਾਡੇ ਨਾਲ ਮੰਗਤ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਜੀ ਤੁਹਾਡੇ? ਬਹੁਤ ਵਧੀਆ ਜੀ। ਕਿੱਥੋਂ ਵੈਸੇ ਬੇਸਿਕਲੀ ਬਿਲੋਂਗ ਕਰਦੇ ਹੋ ਪਿੱਛੋਂ? ਅਸੀਂ ਕਰਤਾਰਪੁਰ ਡਿਸਟ੍ਰਿਕਟ ਜਲੰਧਰ 'ਚ ਪੈਂਦਾ, ਪੰਜਾਬ। ਪੰਜਾਬ ਤੋਂ। ਕਿੰਨਾ ਚਿਰ ਹੋ ਗਿਆ ਇੱਥੇ ਆਇਆਂ ਨੂੰ? ਸਾਨੂੰ ਲਗਭਗ 1.5 ਸਾਲ ਹੋਇਆ। 1.5 ਸਾਲ। ਸੋ ਮਤਲਬ ਕਰੋਨਾ ਟਾਈਮ ਦੇ ਵਿੱਚ ਮੋਸਟਲੀ ਤੁਸੀਂ ਇੱਥੇ ਹੀ ਰਹੇ ਹੋ ਕੈਨੇਡਾ ਦੇ? ਅਸੀਂ ਪਿਛਲੇ ਸਾਲ ਨਵੰਬਰ 19 'ਚ ਆਏ ਸੀ। ਕਰੋਨਾ 'ਚ ਇੱਥੇ ਹੀ ਰਹੇ, ਅੰਦਰ ਹੀ ਰਹੇ ਸਾਰੇ ਨਿਕਲ। ਕਿਵੇਂ ਦਾ ਰਿਹਾ ਇੱਥੋਂ ਦਾ ਐਕਸਪੀਰੀਅੰਸ, ਸਰਦੀ ਗਰਮੀ? ਨਹੀਂ, ਐਕਸਪੀਰੀਅੰਸ ਤਾਂ ਵਧੀਆ, ਠੀਕ ਆ, ਵਧੀਆ, ਬਹੁਤ ਵਧੀਆ ਵਾ। ਜਦ ਤੱਕ ਬੇਸਿਕਲੀ ਜਿਹੜੀ ਚੀਜ਼ ਦੇਖੀ ਨਾ ਅਸੀਂ ਡਿਫਰੈਂਸ ਦੇਖਿਆ ਇੰਡੀਆ ਨਾਲੋਂ। ਜਿਹੜੇ ਕਾਨੂੰਨ ਲਾ ਲੋਕੀ ਮੰਨਦੇ ਆ, ਬਹੁਤ ਮਾਈਨਰ ਬੰਦੇ ਹੈਗੇ ਆ ਵੀ ਨਹੀਂ ਮੰਨਦੇ, ਲੇਕਿਨ ਬਹੁਤ ਵਧੀਆ ਆ, ਸਾਰਾ ਸਿਸਟਮ ਬਹੁਤ ਵਧੀਆ। ਇੱਥੇ ਖਾਣ ਪੀਣ, ਵਾਤਾਵਰਨ, ਗ੍ਰੀਨਰੀ? ਖਾਣ ਪੀਣ ਤਾਂ ਅਸੀਂ ਆਪਣੇ ਮਨ ਦਾ, ਸਾਡਾ ਖਾਣ ਪੀਣ ਹੈਗਾ, ਅਸੀਂ ਉਸੇ ਹਿਸਾਬ ਨਾਲ ਖਾਈ ਪੀਂਦਾ। ਅਤੇ ਬਾਕੀ ਜਿਹੜੀ ਗ੍ਰੀਨਰੀ ਆ, ਐਟਮੋਸਫੀਅਰ ਆ, ਇਹ ਤਾਂ ਬਹੁਤ ਹੀ ਨਾਈਸ ਆ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਵੈਸੇ, ਸਾਡੇ ਵਰਗੇ ਵੀ ਜਦੋਂ ਨਵੇਂ ਆਏ ਸੀ, ਇੱਕ ਚੀਜ਼ ਅਸੀਂ ਦੇਖੀ ਆ ਕਿ ਜਦੋਂ ਇੱਥੇ ਰੋਡਸ ਦੇ ਉੱਤੇ ਕੋਈ ਜਾਂਦਾ ਹੁੰਦਾ, ਖਾਸ ਤੌਰ 'ਤੇ ਜਿਹੜੇ ਪੈਦਲ ਤੁਰਨ ਵਾਲੇ ਆ ਉਹਨਾਂ ਦੀ ਕਾਫੀ ਰਿਸਪੈਕਟ ਹੁੰਦੀ ਆ, ਉਹਨਾਂ ਨੂੰ ਪਹਿਲਾਂ ਰਾਹ ਦਿੱਤਾ ਜਾਂਦਾ। ਇਹ ਤਾਂ ਹੈ, ਹਾਂ, ਉਹਨਾਂ ਨੂੰ ਪਹਿਲ
ਅਗਰ ਬਾਈ ਚਾਂਸ ਇਹ ਤਾਂ ਸਾਡਾ ਪਰਸਨਲ ਐਕਸਪੀਰੀਅੰਸ ਵੀ ਆ। ਜਿੱਦਾਂ ਹੁਣ ਮੇਰੀ ਵਾਈਫ ਆ ਨਾ, ਇਹਨੂੰ ਥੋੜ੍ਹੀ ਚੱਲਣ ਵਿੱਚ ਦਿੱਕਤ ਹੁੰਦੀ ਆ, ਇਹਨੂੰ ਤੇਜ਼ ਨਹੀਂ ਤੁਰ ਸਕਦੀ। ਇਸ ਤਰ੍ਹਾਂ ਲਾਈਟ ਕਿਸੇ ਵੇਲੇ ਰੈੱਡ ਹੋ ਜਾਂਦੀ ਆ, ਜਿੰਨਾ ਚਿਰ ਅਸੀਂ ਪਾਰ ਨਹੀਂ ਨਾ ਕਰਦੇ, ਕੋਈ ਉਹਨੂੰ ਕ੍ਰੋਸ ਨਹੀਂ ਕਰਦਾ, ਕੋਈ ਹੌਰਨ ਨਹੀਂ ਮਾਰਦਾ, ਬੜੇ ਆਰਾਮ ਨਾਲ। ਬਜ਼ੁਰਗਾਂ ਦੀ ਵੀ ਇੱਥੇ ਕਹਿੰਦੇ ਕਾਫੀ ਕਦਰ ਹੈ, ਬਜ਼ੁਰਗਾਂ ਤੇ ਬੱਚਿਆਂ ਦੀ ਕਾਫੀ ਲਾਈਫ ਗੁੱਡ ਹੈ ਉਰੇ। ਬੱਚਿਆਂ ਨੂੰ ਤਾਂ ਬਹੁਤ ਹੀ ਦੇਖਦੇ ਆ, ਬੱਚੇ ਤਾਂ ਬਹੁਤ ਹੀ ਵਧੀਆ ਲਾਈਫ ਹੈ ਬੱਚਿਆਂ ਦੀ। ਕਿਉਂ ਹਰ ਇੱਕ ਤਰ੍ਹਾਂ ਬੱਚਿਆਂ ਨੂੰ ਦੇਖੋ, ਹਰ ਬੰਦਾ ਕਾਨੂੰਨ ਦੇ ਮੁਤਾਬਕ ਚੱਲਦਾ ਆ, ਤੇ ਗੌਰਮੈਂਟ ਵੀ ਦੇਖਦੀ ਆ, ਹਰੇਕ ਤਰ੍ਹਾਂ ਬੱਚਿਆਂ ਦਾ ਖਿਆਲ ਰੱਖਦੀ, ਬਜ਼ੁਰਗਾਂ ਦਾ ਖਿਆਲ ਰੱਖਦੀ ਹੈ। ਤੇ ਜਿਹੜੇ ਨੌਜਵਾਨ ਉਹਨਾਂ ਕਹਿੰਦੇ ਤੁਸੀਂ ਜਿੰਨਾ ਕੰਮ ਕਰ ਸਕਦੇ ਕੰਮ ਦੱਬ ਕੇ ਕਰੋ। ਅਸੀਂ ਕਹਿੰਦੇ ਆ ਵੀ ਇੱਥੇ ਲਾਈਫ ਬੜੀ ਹਾਰਡ ਆ, ਔਖੀ ਆ, ਵੀ ਕੰਮ ਵੀ ਕਰਨਾ, ਸਭ ਕੁਝ ਕਰਨਾ ਆ, ਪਰ ਵਾਪਸ ਕੋਈ ਨਹੀਂ ਜਾਂਦਾ। ਹਾਰਡ ਨਹੀਂ ਹੈਗੀ, ਅਗਰ ਦੇਖਿਆ ਜਾਵੇ ਨਾ। ਅਸੀਂ ਵੀ ਉੱਥੇ ਦੇਖੋ ਜੀ ਕੰਮ ਕਰਦੇ ਆ, ਉੱਥੇ ਲੋਕ 12-12 ਘੰਟੇ 18-18 ਘੰਟੇ ਵੀ ਕੰਮ ਕਰਦੇ ਆ, ਲੇਕਿਨ ਇੱਥੇ ਸਿਸਟਮ ਆ, ਤੁਸੀਂ 40 ਘੰਟੇ ਲੱਗ ਗਏ ਨਾ ਤੁਹਾਡੇ ਵੀਕ ਵਿੱਚ, ਤੁਹਾਨੂੰ ਸਫੀਸ਼ੀਐਂਟ ਆ, ਤੁਹਾਨੂੰ ਇੰਨਾ ਮਿਲ ਜਾਂਦਾ, ਤੁਹਾਡੀ ਕਦਰ ਹੁੰਦੀ ਆ ਕੰਮ ਦੀ ਕਿਸੇ ਵੀ ਤਰ੍ਹਾਂ ਦਾ ਆ। ਅਗਰ ਤੁਸੀਂ ਲੇਬਰ ਕਰਦੇ ਆ, ਤੁਹਾਡੀ ਉਸੇ ਹਿਸਾਬ ਨਾਲ ਕਦਰ ਹੁੰਦੀ ਆ। ਜੇ ਤੁਸੀਂ ਪੜ੍ਹੇ ਲਿਖੇ, ਜਿੱਦਾਂ ਦਾ ਤੁਹਾਡੀ ਪੋਜੀਸ਼ਨ ਹੈਗੀ ਨੇ ਉੱਦਾਂ ਦਾ ਉਹਨੂੰ ਯਾਨੀ ਕਿ ਉਹਦੀ ਕਦਰ ਕਰਦੀ ਹੈ। ਵੱਡੀ ਚੀਜ਼ ਜਿਹੜੀ ਉਰੇ ਹੈਗੀ ਆ ਕਿ ਜੇ ਕੋਈ ਬੰਦਾ ਜਿੰਨਾ ਕੁ ਕੰਮ ਕਰਦਾ ਐਟਲੀਸਟ ਆਪਦਾ ਖਾਣ ਪੀਣ ਜੋਗਾ ਅਫੋਰਡ ਕਰ ਲੈਂਦਾ। ਉੱਥੇ ਮਹਿੰਗਾਈ ਹਰ ਚੀਜ਼ ਇੰਨੀ ਆ, ਦੁੱਧ ਦੇ ਰੇਟ, ਗਰੋਸਰੀ ਦੇ ਰੇਟ ਇੰਨੇ ਜ਼ਿਆਦਾ ਨੇ। ਉਹ ਤਾਂ ਹਰ ਜਗ੍ਹਾ ਹੀ ਆ। ਜੇ ਇੰਡੀਆ 'ਚ ਅਸੀਂ ਲਾ ਲਈਏ, ਜੇ ਕੋਈ ਇਸ ਵੇਲੇ ਐਵਰੇਜ ਲਾ ਲਓ ਤੁਸੀਂ 10-12-15 ਹਜ਼ਾਰ ਰੁਪਏ ਕਮਾਉਂਦਾ ਆ, ਤਾਂ ਉਹਦਾ ਗੁਜ਼ਾਰਾ ਬਹੁਤ ਮੁਸ਼ਕਿਲ ਆ। ਜਿਹੜੇ ਪਰਿਵਾਰ ਵਿੱਚ ਬਹੁਤ ਮੁਸ਼ਕਿਲ ਗੁਜ਼ਾਰਾ ਆ। ਇੱਥੇ ਆ ਵੀ ਤੁਸੀਂ ਜੇ ਕੰਮ ਕਰਦੇ ਆ, ਤੁਹਾਡੀ ਉਸੇ ਹਿਸਾਬ ਨਾਲ ਹਿਸਾਬ ਕਿਤਾਬ ਐਸਾ ਬਣ ਜਾਂਦਾ ਆ, ਤੁਸੀਂ ਘਰ ਵੀ ਲੈਣਾ, ਹੋਰ ਗਰੋਸਰੀ ਵੀ ਕਰਨੀ ਆ, ਰੈਂਟ ਵੀ ਦੇਣਾ। ਹੁਣ ਅਸੀਂ ਰਹਿੰਦੇ ਆ ਰੈਂਟ ਤੇ ਰਹਿੰਦੇ ਆ, ਇਹ ਤਾਂ ਹੈ ਨਹੀਂ ਸਾਰੇ ਕੋਲ ਘਰ ਹੈਗਾ ਰੈਂਟ ਤੇ। ਉਹ ਸਾਰੀ ਐਡਜਸਟਮੈਂਟ ਇੱਥੇ ਵਧੀਆ ਆ, ਹੋ ਜਾਂਦਾ ਗੁਜ਼ਾਰਾ ਵਧੀਆ। ਇਹ ਜ਼ਰੂਰ ਆ ਕਿ ਜਿਵੇਂ ਇੱਥੇ ਆਉਂਦੇ ਆ, ਅਸੀਂ ਕਹਿੰਦੇ ਆ ਕਿ ਆਪਣਾ ਕਿ ਇੱਥੇ ਫਿਊਚਰ ਬਣਾਉਂਦੇ ਆ, ਬਹੁਤ ਵਧੀਆ ਮੁਲਕ ਨੇ, ਪਰ ਆਪਣੇ ਲੋਕਾਂ ਦੇ ਉੱਤੇ ਹੁਣ ਅੱਜ ਕੱਲ੍ਹ ਇਹ ਬਹੁਤ ਲੱਗ ਰਿਹਾ ਕਿ ਇੱਥੇ ਆ ਕੇ ਕ੍ਰਾਈਮ ਬਹੁਤ ਵੱਧ ਰਿਹਾ। ਪਲਾਜ਼ਿਆਂ 'ਚ ਅਸੀਂ ਦੇਖ ਰਹੇ ਹਾਂ, ਤੁਸੀਂ ਵੀ ਸੁਣਿਆ ਹੋਣਾ ਕਿ ਠੀਕ ਆ। ਉਹ ਮੇਰੀ ਬੇਟੀ ਉੱਥੇ ਰਹਿੰਦੀ, ਕਾਲਜ ਪਲਾਜ਼ਾ ਦੇ ਲੱਗੇ ਰਹਿੰਦੀ, ਉਹ ਉੱਥੇ ਸੁਣਦੇ ਰਹਿੰਦੇ ਅੱਜ ਆ ਹੋਇਆ। ਲੇਕਿਨ ਕਹਿੰਦੇ ਹੁੰਦੇ ਨਾ ਵੀ ਕਾਲੀਆਂ ਭੇਡਾਂ ਹੁੰਦੀਆਂ ਹੀ ਆ ਵਿੱਚ, ਉਹ ਜਿਹੜੇ ਲੋਕੀ ਆ ਉਹ ਬਾਕੀ ਕਮਿਊਨਿਟੀ ਨੂੰ ਵੀ ਬਦਨਾਮ ਕਰਦੇ ਆ। એટલે ਇਹ ਹੋਣਾ ਨਹੀਂ ਚਾਹੀਦਾ। ਜੇ ਇੱਕ ਮੈਂ ਕਿਸੇ ਨਾਲ ਬੰਦੇ ਨਾਲ ਇੱਦਾਂ ਹੀ ਗੱਲ ਕਰਦਾ ਸੀ, ਉਹ ਕਹਿੰਦਾ ਅਸੀਂ ਦੇਖੋ ਜੀ ਆਪਣਾ ਉੱਥੇ ਘਰ ਵੀ ਛੱਡੇ ਆਉਂਦੇ ਆ, ਹੋਰ ਰਿਸ਼ਤੇਦਾਰ ਵੀ ਛੱਡੇ ਆਉਂਦੇ, ਸਾਰਾ ਕੁਝ ਛੱਡੇ ਆਉਂਦੇ, ਲੇਕਿਨ ਸਾਡੀਆਂ ਮਾੜੀਆਂ ਆਦਤਾਂ ਉਹ ਨਹੀਂ ਛੱਡ ਕੇ ਆਉਂਦੇ। ਪਰ ਇਹ ਕਾਲੀਆਂ ਭੇਡਾਂ ਉਹ ਸਾਨੂੰ ਛੱਡ ਕੇ ਆਉਣੀਆਂ ਚਾਹੀਦੀਆਂ ਜੇ ਇਸ ਮੁਲਕ ਵਿੱਚ ਰਹਿਣਾ, ਤਾਂ ਫਿਰ ਤੁਹਾਡੀ ਲਾਈਫ ਵਧੀਆ। ਉਹੀ ਆ ਕਿ ਕਾਲੀਆਂ ਭੇਡਾਂ ਕੱਲ੍ਹ ਨੂੰ ਜਿਹੜੇ ਨਵੇਂ ਆਉਣਾ ਚਾਹੁੰਦੇ ਆ ਉਹਨਾਂ ਲਈ ਰੂਲਸ ਟਫ ਕਰ। ਦੇਖੋ ਜੀ ਉਹ ਤਾਂ ਗੌਰਮੈਂਟ ਨੇ ਕਰਨਾ ਹੀ ਕਰਨਾ। ਜੇ ਅੱਜ ਅਸੀਂ ਕਿਸੇ ਨਾਲ ਗਲਤ ਕੰਮ ਕਰਦੇ ਹਾਂ, ਗੌਰਮੈਂਟ ਕਿੰਨਾ ਬਰਦਾਸ਼ਤ ਕਰੂਗੀ? ਉਹਨਾਂ ਨੇ ਗਾਂਹ ਕਰਨਾ ਹੀ ਹੈ ਵੀ ਜਿਹੜੇ ਨਵੇਂ ਆਉਂਦੇ ਉਹਨਾਂ ਨੇ ਇਹ ਆ ਸਖਤੀ ਲਾਓ। ਆਖਰੀ ਸਵਾਲ ਕਿ ਵਿਦੇਸ਼ ਜਾਣ ਦੀ ਲਾਲਸਾ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਆ ਕਿ ਪਿੱਛੇ ਮੁੰਡੇ ਕੁੜੀਆਂ ਆਪਸ 'ਚ ਵਿਆਹ ਕਰਵਾਉਂਦੇ ਆ, ਇੱਥੇ ਆ ਕੇ ਕੁੜੀਆਂ ਮੁੱਕਰ ਜਾਂਦੀਆਂ ਨੇ ਤੇ ਸੁਸਾਈਡ ਤੱਕ ਦੇ ਆਪਸ਼ਨਸ ਆ ਰਹੇ ਆ। ਇਹ ਤਾਂ ਇੱਕ ਨਾ ਜਿੱਦਾਂ ਮੈਂਟੈਲਿਟੀ ਜਲਨ ਕਹ ਲਓ, ਕਈਆਂ ਲੋਕਾਂ ਦੀ ਮੈਂਟੈਲਿਟੀ ਇਹ ਆ ਵੀ ਅਸੀਂ ਆਹ ਕੰਮ ਕਰਨਾ। ਉਹ ਸ਼ੁਰੂ ਤੋਂ ਹੀ ਬੇਸ ਬਣਾ ਲੈਂਦੇ ਆ, ਉਹ ਸ਼ੁਰੂ ਤੋਂ ਹੀ ਬੇਸ ਬਣਾਉਂਦੇ ਆ ਵੀ ਅਸੀਂ ਆਹ ਕੰਮ ਕਰਨਾ ਹੀ ਕਰਨਾ ਆ। ਉਹ ਸਹੀ ਆ ਗਲਤ ਆ, ਜੇ ਉਹਨਾਂ ਨੇ ਪੈਸੇ ਕਮਾਉਣੇ ਆ ਨਾ ਤਾਂ ਉਹਨਾਂ ਨੇ ਗਲਤ ਕੰਮ ਕਰਕੇ ਵੀ ਪੈਸੇ ਕਮਾ ਲੈਣੇ ਆ। ਉਹ ਸਾਰੇ ਨਹੀਂ ਹੁੰਦੇ, ਲੇਕਿਨ ਕੁਛ ਹੈਗੇ ਆ। ਜਿੱਦਾਂ ਪਿੱਛੇ ਮੈਂ ਸੁਣਿਆ ਥੋੜ੍ਹੇ ਦਿਨ ਬਾਅਦ ਉੱਧਰ ਬ੍ਰਹਮਪੁਰ 'ਚ ਬੈਂਕ ਵਿੱਚ ਕੁਛ ਇੱਦਾਂ ਹੀ ਹੋਇਆ ਸੀ। ਪਰ ਉਹੀ ਆ ਵੀ ਇਹਦੇ ਵਿੱਚ ਕਸੂਰ ਕਿਹਦਾ, ਬੱਚਿਆਂ ਦਾ ਜਾਂ ਮਾਪਿਆਂ ਦਾ, ਵੀ ਜਿਹੜੇ ਇੱਦਾਂ ਵਿਆਹ ਕਰਨ ਨੂੰ ਹਾਮੀ ਭਰ ਲੈਂਦੇ ਆ ਕਿ ਤੁਸੀਂ ਪੈਸੇ ਲਗਾ ਕੇ ਕੁੜੀ ਨੂੰ ਭੇਜ ਦਿਓ, ਪਿੱਛੇ ਮੁੰਡਾ ਚਲ ਜਾਏਗਾ। ਉਹ ਤਾਂ ਹੁਣ ਆਪਸੀ ਐਡਜਸਟਮੈਂਟ ਹੁੰਦੀ ਆ, ਕਿਸੇ ਦੀ ਨਿਭਦੀ ਕਿਸੇ ਦੀ ਨਹੀਂ ਨਿਭਦੀ। ਕਈਆਂ ਦਾ ਹੁਣ ਕਈ ਕੰਟਰੈਕਟ ਮੈਰਿਜ ਸਮਝ ਲਓ ਇਹ ਹੁੰਦੀ ਆ, ਤੇ ਉਹ ਕਹਿੰਦੇ ਮੈਨੂੰ ਕੀ, ਮੈਂ ਤਾਂ ਇਹ ਕੰਮ ਕਰਨਾ ਸੀ ਕਰ ਲਿਆ, ਮੈਨੂੰ ਕੀ, ਜੋ ਮਰਜ਼ੀ ਹੁੰਦਾ ਰਹੇ। ਲੇਕਿਨ ਸਾਰੇ ਨਹੀਂ ਹੁੰਦੇ। ਪਰ ਜਿਹੜੇ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ, ਕੈਨੇਡਾ ਬਾਰੇ ਆਉਣਾ ਚਾਹੁੰਦੇ ਨੇ, ਕੀ ਕਹਿਣਾ ਚਾਹੋਗੇ? ਕਿਹੋ ਜਿਹਾ ਮੁਲਕ ਆ ਤੇ ਇੱਥੇ ਕਿਵੇਂ ਦਾ ਭਵਿੱਖ ਹੋ ਸਕਦਾ ਹੈ? ਅਸੀਂ ਤਾਂ ਦੇਖੋ ਜੀ ਬਹੁਤ ਵਧੀਆ ਮੁਲਕ ਆ, ਜੀ ਸਦਕੇ ਆਉਣ ਜਿਹਦਾ ਦਿਲ ਕਰਦਾ ਆਵੇ, ਔਰ ਸਹੀ ਤਰੀਕੇ ਨਾਲ ਆਵੇ। ਇੱਥੇ ਆ ਕੇ ਇੱਥੇ ਦੇ ਹਿਸਾਬ ਨਾਲ ਰਵੇ, ਉਹ ਜਿਹੜੀਆਂ ਮਾੜੀਆਂ ਆਦਤਾਂ ਉੱਥੇ ਛੱਡਿਆ ਹੋਵੇ, ਇੱਥੇ ਆ ਕੇ ਇੱਥੇ ਦੇ ਹਿਸਾਬ ਨਾਲ ਰਵੇ, ਜ਼ਿੰਦਗੀ ਸੁਖਾਲੀ ਰਹੂ। ਤੁਸੀਂ ਖੁਸ਼ ਹੋ ਕਿ ਬੱਚੇ ਇੱਥੇ ਐਡਜਸਟ ਹੋ ਗਏ? ਦੇਖੋ ਜੀ ਅਸੀਂ ਤਾਂ ਬੜੇ ਖੁਸ਼ ਹਾਂ, ਪਰ ਇਹ ਆ ਵੀ ਇੱਥੇ ਦੀ ਲਾਈਫ ਦਾ ਉੱਥੇ ਦੀ ਲਾਈਫ ਦਾ ਬਹੁਤ ਫਰਕ ਆ।
ਸੋ ਗੱਲਬਾਤ ਕਰ ਰਹੇ ਹਾਂ ਅੱਜ ਦੇ ਮੁੱਦੇ ਦੇ ਉੱਤੇ ਤੇ ਸਾਡੇ ਨਾਲ ਇੱਥੇ ਸਾਡੇ ਪੰਜਾਬੀ ਬਜ਼ੁਰਗ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸੁਮਿਤ ਜੀ ਨਾਲ, ਜੋ ਇਸ ਵਕਤ ਸਾਡੇ ਨਾਲ ਮੌਜੂਦ ਨੇ। ਸੁਮਿਤ ਜੀ, ਬਹੁਤ ਬਹੁਤ ਸਵਾਗਤ ਹੈ ਹਮਦਰਦ ਮੀਡੀਆ ਗਰੁੱਪ। ਪਹਿਲਾਂ ਤਾਂ ਹਮਦਰਦ ਟੀਵੀ ਨੂੰ ਇੱਥੇ ਆਉਣ ਦਾ ਸਵਾਗਤ ਹੈ ਜੀ, ਤੇ ਸਾਡੇ ਭੈਣ ਜੀ ਜਿਹੜੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ। ਸਭ ਤੋਂ ਵੱਡੀ ਗੱਲ ਹੈ ਜੀ, ਤੁਸੀਂ ਬੱਚਿਆਂ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ। ਬੱਚਿਆਂ ਦੀ ਗੱਲ ਦੀ ਮਜਬੂਰੀ ਬਹੁਤ ਜ਼ਿਆਦਾ ਹੈ। ਇਹ ਗੌਰਮੈਂਟ ਨੂੰ ਵੀ ਸਮਝਣਾ ਚਾਹੀਦਾ ਕਿ ਜਦੋਂ ਬੱਚੇ ਪੜ੍ਹਨ ਲਈ ਦੇਸ਼ ਛੱਡ ਕੇ ਆਉਂਦੇ ਆ, ਇੱਥੇ ਉਹਨਾਂ ਨੂੰ ਇੱਕ ਲਿਮਟ ਦਿੱਤੀ ਗਈ ਹੈ 20 ਘੰਟੇ ਦੇ ਕੰਮ ਦੀ। ਜਿਹੜੀ 20 ਘੰਟੇ ਦੇ ਕੰਮ ਦੀ ਲਿਮਟ ਹੈ, ਉਹਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਇਸੇ ਗੱਲ ਦਾ ਸਟ੍ਰੈਸ ਖਾਂਦਾ ਰਹਿੰਦਾ ਕਿ ਵੀ 20 ਘੰਟੇ ਦਾ ਕੰਮ ਹੈ। ਇੱਥੇ ਬੱਚਿਆਂ ਨੂੰ ਜਿਹੜੇ ਵੀ ਕੰਮ ਮਿਲਦੇ ਆ, ਉਹਦੇ ਜਿੰਨੇ ਵੀ ਆਪਣੇ ਪਰਿਵਾਰ ਲੋਕ ਇੱਥੇ ਪੁਰਾਣੇ ਆਏ ਹੋਏ ਆ, ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਸ਼ੋਸ਼ਣ ਵੀ ਹੋ ਰਿਹਾ ਕਿ $15 ਦਾ ਇੱਥੇ ਘੱਟੋ ਘੱਟ ਹੁਣ ਅੰਟੈਰੀਓ ਗੌਰਮੈਂਟ ਨੇ ਦਿੱਤਾ ਰੇਟ, ਜਿਹੜਾ ਪਰਸੋਂ ਚੌਥੇ ਹੀ ਅਨਾਉਂਸ ਹੋਇਆ ਕਿ ਮਿਨੀਮਮ ਵੇਜ $15 ਦੀ ਹੋਣੀ ਚਾਹੀਦੀ ਹੈ। ਉਹ ਜਦੋਂ ਹੁਣ ਬੱਚੇ ਆਪਦੇ ਖਰਚੇ ਪੂਰੇ ਨਹੀਂ ਕਰ ਪਾਉਂਦੇ ਤੇ ਉਹਨਾਂ ਨੂੰ ਪਿੱਛੋਂ ਵੀ ਪੈਸੇ ਜਿਹੜੇ ਹੈ, ਉਹਨਾਂ ਦੇ ਮਾਂ-ਬਾਪ ਨੇ ਕੋਈ ਜ਼ਮੀਨ ਜਾਇਦਾਦ ਆਪਦੀ ਗਹਿਣੇ ਰੱਖ ਕੇ ਇੱਥੇ ਕੈਨੇਡਾ ਦੇ ਚਾਅ ਨੂੰ ਬੱਚੇ ਆ ਜਾਂਦੇ ਆ। ਜਦੋਂ ਉਹ ਖਰਚੇ ਪੂਰੇ ਨਹੀਂ ਹੁੰਦੇ, ਇੱਥੇ ਗੱਡੀ ਰੱਖੀ ਹੈ ਤਾਂ ਉਹ ਐਕਸਟਰਾ ਕੰਮ ਕਰਦੇ ਆ। ਉਹ ਐਕਸਟਰਾ ਕੰਮ ਕਰਦੇ ਆ ਤਾਂ ਉਹਦੇ ਵਿੱਚ ਉਹਨਾਂ ਨੂੰ ਜਿਹੜੇ ਡਾਲਰ ਹੈ, ਜਿਹੜੇ $10 ਦੇ ਵਿੱਚ ਜਾਂ $12 'ਚ ਕੰਮ ਕਰਨਾ ਪੈਂਦਾ ਤੇ ਉਹਨਾਂ ਦਾ ਸ਼ੋਸ਼ਣ 8 ਘੰਟੇ ਦੀ ਬਜਾਏ 10 ਘੰਟੇ ਵੀ ਹੁੰਦਾ। ਇਹ ਗੌਰਮੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਉਹਨਾਂ ਨੂੰ ਆਪਦਾ ਪੂਰਾ ਟਾਈਮ ਦੇਣ, ਕਿਉਂਕਿ ਜਿਹੜਾ ਬੱਚਾ ਟੈਕਸ ਭਰਨ ਨੂੰ ਤਿਆਰ ਹੈ, ਦੇ ਕੈਨ ਪੇ ਦਾ ਟੈਕਸ ਐਂਡ ਡੂ ਦਾ ਵਰਕ। ਤੁਸੀਂ ਗੱਲ ਕੀਤੀ, ਤੁਸੀਂ ਹਰ ਜ਼ਿੰਮੇਵਾਰੀ ਗਵਰਨਮੈਂਟ ਤੇ ਪਾ ਰਹੇ ਹੋ, ਕੁਝ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਬਣਦੀ ਆ। ਜਦ ਛੋਟੀ ਉਮਰ ਦੇ ਵਿੱਚ 12ਵੀਂ ਕਰਕੇ ਬੱਚੇ ਇੱਥੇ ਆ ਰਹੇ ਨੇ ਤੇ ਉੱਥੇ ਆਲਰੇਡੀ ਹਜੇ ਘਰਾਂ ਚੋਂ ਨਿਕਲੇ ਨਹੀਂ, ਆਪਣਾ ਆਪ ਉਹਨਾਂ ਨੂੰ ਸੰਭਾਲਣਾ ਨਹੀਂ ਆਇਆ ਤੇ ਸਿੱਧਾ ਪੇਰੈਂਟਸ 7 ਸਮੁੰਦਰੋਂ ਪਾਰ ਭੇਜ ਦਿੰਦੇ ਜਿਹੜੇ ਕਦੇ ਸ਼ਹਿਰ ਨਹੀਂ ਟੱਪੇ। ਇਹ ਤੁਹਾਡਾ ਸਵਾਲ ਦਾ ਜਵਾਬ ਮੈਂ ਪੇਰੈਂਟਸ ਹਾਂ। ਮੇਰੀ 20 ਈਅਰ ਦੀ ਬੇਟੀ ਵੈਨਕੂਵਰ ਦੇ ਵਿੱਚ ਪੜ੍ਹਾਈ ਕਰਨ ਲਈ ਆਈ ਸੀ। ਸ਼ੀ ਇਜ਼ ਆਲਸੋ ਇਨ ਸਟ੍ਰੈਸ, ਦੈਨ ਆਈ ਐਮ ਵਿਲ ਕਮਿੰਗ ਹੇਅਰ। ਉਹਦੀ ਯੂਨੀਵਰਸਿਟੀ ਚੇਂਜ ਕੀਤੀ, ਉਹਨੂੰ ਉੱਥੇ ਲੱਗਿਆ ਕਿ ਵੈਨਕੂਵਰ ਦੇ ਵਿੱਚ ਮੇਰੀ ਪੜ੍ਹਾਈ ਪੂਰੀ ਨਹੀਂ ਹੋ ਸਕਦੀ, ਤਾਂ ਦੈਨ ਸ਼ੀ ਇਜ਼ ਕਮਿੰਗ ਔਨ ਟੂ ਟੋਰਾਂਟੋ ਐਂਡ ਕਮਿੰਗ ਦਾ ਬੈਰੀ ਇਨ ਜਾਰਜੀਅਨ ਕਾਲਜ। ਉੱਥੇ ਅਸੀਂ ਉਹਦੀ ਪੜ੍ਹਾਈ ਕਰਾਈ ਹੈ। ਅਸੀਂ ਉਹਨਾਂ ਨੇ ਦੇਖਿਆ ਕਿ ਬੱਚਾ ਸਟ੍ਰੈਸ ਦੇ ਵਿੱਚ ਹੈ, ਜਿਵੇਂ ਜੋ ਇੱਥੇ ਹਾਲਾਤ ਸੀ ਅਸੀਂ ਇੱਥੇ ਆ ਗਏ, ਉਹਦਾ ਸਾਥ ਦੇਣ ਲਈ ਇੱਥੇ ਆਏ ਹਾਂ। ਅਸੀਂ ਹਰ ਕੋਈ ਨਹੀਂ ਨਾ ਅਫੋਰਡ ਕਰ ਸਕਦਾ। ਮੈਂ ਗੱਲ ਉਹੀ ਕਰ ਰਹੀ ਹਾਂ ਕਿ ਤੁਸੀਂ ਕਿਹਾ ਕਿ ਪੇਰੈਂਟਸ ਆ ਗਏ, ਪਰ ਪੇਰੈਂਟਸ ਨੂੰ ਪਹਿਲਾਂ ਹੀ ਨਹੀਂ ਚਾਹੀਦਾ ਕਿ ਬੱਚੇ ਥੋੜੇ ਜਿਹੇ ਜਦੋਂ ਉੱਥੇ ਗ੍ਰੈਜੂਏਸ਼ਨ ਕਰ ਲੈਣ, ਜਦੋਂ ਉਹਨਾਂ ਨੂੰ ਇੱਕ ਵਾਰੀ ਕਾਲਜ ਦੇ ਮਾਹੌਲ ਦਾ ਪਤਾ ਲੱਗਦਾ ਹੈ, ਸਭ ਕੁਝ ਪਤਾ ਲੱਗਦਾ, ਆਪਣਾ ਸੰਭਾਲਣ ਜੋ ਉਹਦਾ ਸਿਸਟਰ ਗੱਲ ਇਹ ਹੈ ਕਿ ਜਿਹੜਾ ਲਾਅ ਆਫ ਦੀ ਕੈਨੇਡਾ ਵਾ, ਉਹੀ ਪੜ੍ਹਾਈ ਦੇ ਵਿੱਚ ਐਸਾ ਸਿਸਟਮ ਬਣਾ ਕੇ ਆਉਣ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਵੀ ਪਤਾ ਪੰਜਾਬੀ ਕਲਚਰ ਦੇ ਵਿੱਚ ਜਿਹੜਾ ਬੱਚਾ ਹੈ, ਉਹ ਕੋਈ ਵੀ ਪਰਿਵਾਰ ਦਾ ਇੱਕ ਬੱਚਾ ਜੇ ਕੈਨੇਡਾ ਆਇਆ ਨਾ, ਸਭ ਦੀ ਇਸ ਵੇਲੇ ਸਿਸਟਮ ਬਣਿਆ ਵੀ ਆਰ ਗੋਇੰਗ ਟੂ ਦਾ ਕੈਨੇਡਾ। ਤਰਜਿੰਦਰ ਕੀ ਗਿਆ, ਮੈਂ ਧਰਮਿੰਦਰ ਵੀ ਨਾਲ ਜਾਏਗਾ। ਤੋ ਸਿਸਟਮ ਨੂੰ ਇਹਨੂੰ ਤੁਹਾਨੂੰ ਹੀ ਦੇਖਣਾ ਪੈਣਾ ਕੈਨੇਡਾ ਗੌਰਮੈਂਟ ਨੂੰ। ਇਟਸ ਨੋਟ ਦਾ ਮੈਟਰ ਆਫ ਦਾ ਪੇਰੈਂਟਸ। ਆਲ ਸਟੂਡੈਂਟਸ ਆਰ ਕਮਿੰਗ ਫਰੋਮ ਦਾ ਇੰਡੀਆ, ਕੁਛ ਨਾ ਕੁਛ ਬਣਨ ਲਈ ਆ ਰਹੇ ਆ ਇੱਥੇ ਕਿ ਬੱਚਿਆਂ ਨੂੰ ਸਾਨੂੰ ਜੇ ਅਸੀਂ ਭੇਜ ਰਹੇ ਹਾਂ ਬੱਚੇ, ਉਹਦਾ ਕਾਰਨ ਵੀ ਇਹੀ ਹੈ ਕਿ ਸਾਨੂੰ ਇਹ ਲੱਗ ਰਿਹਾ ਕਿ ਕੈਨੇਡਾ ਇੱਕ ਐਸੀ ਕੰਟਰੀ ਹੈ ਜਿੱਥੇ ਤੁਸੀਂ ਸਟ੍ਰੈਸ ਫ੍ਰੀ ਜੀਵਨ ਜੀ ਸਕਦੇ ਹੋ। ਇਹ ਪਤਾ ਜਦੋਂ ਐਡਮਿਸ਼ਨ ਲਈ ਜਾਂਦੀ ਆ ਉਸ ਵੇਲੇ ਵੀ ਪਤਾ ਹੁੰਦਾ, ਸਾਰੀਆਂ ਗਾਈਡਲਾਈਨਸ ਖਾਸ ਤੌਰ ਤੇ ਲਿਖੀਆਂ ਹੋਈਆਂ ਨੇ ਕਿ 20 ਘੰਟੇ ਤੋਂ ਵੱਧ ਤੁਸੀਂ ਕੰਮ ਨਹੀਂ ਕਰ ਸਕਦੇ। ਸੋ ਇਹ ਪਹਿਲਾਂ ਹੀ ਪਤਾ ਹੁੰਦਾ ਕਿ ਆਪਦਾ ਖੁਦ ਕਰਨਾ। ਬਿਲਕੁਲ। ਪਰ ਇਹਦੇ ਵਿੱਚ ਕੁਝ ਬੱਚਿਆਂ ਦੇ ਵੀ ਖਾਬ ਜਿਹੜੇ ਵੱਡੇ ਹੋ ਜਾਂਦੇ ਇੱਥੇ ਆ ਕੇ, ਦੇ ਕੈਨ ਬਾਏ ਦਾ ਮੋਰ ਕਾਰਸ, ਹੈਵੀ ਸਟ੍ਰੈਸਫੁਲ ਲਾਈਫ, ਦੇ ਕੈਨ ਆਲਸੋ ਡਿਪੈਂਡੈਂਟ। ਬੱਚੇ ਖੁਦ ਵੀ ਹੈ ਇਸ ਚੀਜ਼ ਲਈ, ਉਹ ਸਟ੍ਰੈਸ ਦੇ ਵਿੱਚ ਜਾਣ ਲਈ। ਕੁਝ ਬੱਚੇ ਨੂੰ ਚਾਹੀਦਾ ਕਿ ਆਪਦੀ ਏਜ ਦੇ ਮੁਤਾਬਿਕ ਆਪਣੇ ਵਾਹੀਕਲ ਲੈਣ, ਕੁਝ ਚੀਜ਼ਾਂ ਨੂੰ ਆਪਣੇ ਸਮੇਂ ਦੇ ਅਨੁਸਾਰ ਚਲਾਉਣ। ਇਹਦੇ ਵਿੱਚ ਬੱਚਿਆਂ ਨੂੰ ਵੀ ਸੋਚਣਾ ਪਏਗਾ। ਭਾਈਚਾਰੇ ਦਾ ਕਿੰਨਾ ਕੁ ਤੁਸੀਂ ਮੰਨਦੇ ਹੋ ਕਿ ਸਟ੍ਰੈਸ ਰਹਿੰਦਾ ਹੈ? ਕਿਉਂਕਿ ਅਸੀਂ ਆਮ ਤੌਰ ਤੇ ਗੱਲ ਕਰੀਏ ਤਾਂ ਦੇਖਦੇ ਹਾਂ ਕਿ ਕਈ ਵਾਰੀ ਨਿੰਦਦੇ ਤਾਂ ਅਸੀਂ ਬੜਾ ਹੈ ਕਿ ਸਟੂਡੈਂਟਸ ਆ ਕੇ ਆ ਕਰ ਰਿਹਾ ਉਹ ਕਰ ਰਿਹਾ, ਕਿੰਨਿਆਂ ਕੁ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕਿੰਨਿਆਂ ਕੁ ਨੇ ਆਉਣ ਸਾਰ ਉਹਨਾਂ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਚੰਗੀਆਂ ਚੀਜ਼ਾਂ ਨੇ, ਮਾੜੀਆਂ ਚੀਜ਼ਾਂ ਨੇ, ਇਹਨਾਂ ਤੋਂ ਦੂਰ ਰਹੋ? ਦੇਖੋ ਜੀ, ਮੈਂ ਇੱਥੇ ਇਸ ਵੇਲੇ ਐਜ਼ ਏ ਵਰਕ ਪਰਮਿਟ ਦੇ ਉੱਤੇ ਹਾਂ। ਆਈ ਐਮ ਨੋਟ ਏ PR ਹੇਅਰ, ਠੀਕ ਹੈ ਜੀ। ਮੈਂ ਖੁਦ ਇਸ ਵੇਲੇ ਉਸ ਸਿਸਟਮ ਚੋਂ ਨਿਕਲ ਰਿਹਾ ਜਿਹੜੇ ਸਟੂਡੈਂਟਸ ਨਿਕਲਦੇ ਆ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਵੇਲੇ ਉਹਨਾਂ ਦੇ, ਮੈਂ ਇੱਕ ਐਜ਼ ਏ ਫਾਦਰ ਕੀ ਇੱਥੇ ਬੋਝ ਲੈ ਰਿਹਾ। ਉਹਨਾਂ ਨੇ ਮੇਰੇ ਤੋਂ, ਉਹ ਬਹੁਤ ਛੋਟੇ ਆ ਬੱਚੇ, ਉਹਨਾਂ ਨੇ ਤਾਂ ਇਸ ਤੋਂ ਵੱਧ ਸਟ੍ਰੈਸ ਲੈ ਲੈਣਾ, ਠੀਕ ਹੈ। ਅਸੀਂ ਇਹ ਹੁੰਦਾ ਕਿ ਸਾਨੂੰ ਇਹ ਪਤਾ ਹੁੰਦਾ ਕਿ ਵੀ ਇੱਥੇ ਲਾਈਫ ਦਾ ਸਟਾਰਟਿੰਗ ਜੀਵਨ 3 ਸਾਲ 4 ਸਾਲ ਸਟ੍ਰੈਸਫੁਲ ਹੈਗਾ। ਜਿਹਨੂੰ ਮਰਜ਼ੀ ਆਪਾਂ ਪੁੱਛਦੇ ਹਾਂ, ਸਭ ਦਾ ਜੀਵਨ ਉਹਨੇ 4 ਸਾਲ 5 ਸਾਲ ਆਪਣੇ ਲਾਏ ਹੁੰਦੇ ਆ ਜੀਵਨ 'ਚ।
ਜੇ ਤੁਸੀਂ ਵੀ ਕੋਈ ਜੌਬ ਸਟਾਰਟ ਕੀਤੀ ਹੈ, ਯੂ ਆਰ ਨਾਟ ਨਾਓ ਐਂਕਰ ਫਰੋਮ ਦਾ 4-5 ਈਅਰ ਜਾਂ 6 ਈਅਰ। ਜਦੋਂ ਤੁਸੀਂ ਆਏ ਹੋਵੋਗੇ ਤੁਸੀਂ ਵੀ ਐਜ਼ ਏ ਐਂਕਰ ਲਾਈਫ ਸਟਾਰਟ ਕਰਨ ਤੋਂ ਪਹਿਲਾਂ ਬਹੁਤ ਕੰਮ ਕੀਤਾ ਹੋਏਗਾ। ਯੂ ਆਰ ਆਲਸੋ ਡੂਇੰਗ ਦ ਜੌਬ ਇਨ ਦ ਐਨੀਵੇਅਰ, ਠੀਕ ਹੈ ਨਾ। ਤੇ ਉਹ ਸਿਸਟਮ ਨੂੰ ਬੱਚੇ ਵੀ ਚੱਲ ਰਹੇ ਆ। ਦੇ ਕੈਨ ਆਲਸੋ ਕਮਿੰਗ, ਦੇ ਆਰ ਸਮ ਆਰ ਬੀਇੰਗ ਏ ਡਾਕਟਰ, ਸਮ ਆਰ ਇੰਜੀਨੀਅਰ, ਸਮ ਆਰ ਦਾ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬੱਚੇ ਇੱਥੇ ਸਟ੍ਰੈਸ ਦੇ ਵਿੱਚ ਨੇ, ਬਹੁਤ ਜ਼ਿਆਦਾ ਇੱਕ ਦੂਜੇ ਦੇ ਦੂਸ਼ਣਬਾਜ਼ੀ ਵੀ ਅਸੀਂ ਕਰਦੇ ਹਾਂ। ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ $15 ਮਿਨੀਮਮ ਵੇਜ ਹੈਗੀ ਆ। ਜਦੋਂ ਬੱਚਾ ਕੋਈ ਗਲਤ ਕਦਮ ਚੁੱਕ ਲੈਂਦਾ, ਸੁਸਾਈਡ ਕਰਨ ਵੱਲ ਜਾਂਦਾ ਹੈ ਜਾਂ ਕੁਝ ਇਹੋ ਜਿਹਾ ਹੋ ਜਾਂਦਾ, ਉਦੋਂ ਸਾਡੀ ਕਮਿਊਨਿਟੀ ਉਹਦੀ ਡੈੱਡ ਬੋਡੀ ਭੇਜਣ ਲਈ ਤਾਂ ਪੈਸੇ ਬਹੁਤ ਛੇਤੀ ਇਕੱਠੇ ਕਰ ਦਿੰਦੀ ਆ। ਪਰ ਜਦੋਂ ਬੱਚਾ ਕਮਾ ਰਿਹਾ ਹੁੰਦਾ ਉਸ ਟਾਈਮ 'ਚ ਉਹਦੇ ਪੈਸੇ ਨਹੀਂ ਉਹਨੂੰ ਪੂਰੇ ਦਿੱਤੇ ਜਾਂਦੇ, ਉਹ ਜੋ ਜਿੰਨਾ ਘੰਟੇ ਕੰਮ ਕਰਦਾ ਉਹ। ਸਿਸਟਰ ਵੀ ਬੇਨਤੀ ਰਿਕੁਐਸਟ ਕਰਨਾ ਚਾਹੁੰਦਾ ਕਿ ਐਜ਼ ਏ ਵਿਜ਼ਟਰ ਵੀ ਇੱਥੇ ਬਹੁਤ ਲੋਕ ਆਉਂਦੇ ਆ। ਐਜ਼ ਏ ਵਿਜ਼ਟਰ ਨੀਅਰ ਅਬਾਊਟ ਇੱਥੇ ਲੱਖਾਂ ਦੀ ਤਾਦਾਦ 'ਚ ਉਤਰਦੇ ਆ। ਦੇ ਕੈਨ ਆਲਸੋ ਵਰਕਿੰਗ ਹੇਅਰ, ਉਹ ਕੁਝ ਵੀ ਛੁਪ ਕੇ ਕੰਮ ਕਰਦੇ ਆ। ਇਹ ਸਿਸਟਮ ਗੌਰਮੈਂਟ ਨੂੰ ਪਤਾ ਹੈ। always you are seeing there 1% cash check. What is the system of the 1% cash check? You know about it? ਉਹ ਕੀ ਹੈ? We are doing the work there as in cash job and taking the check and change the money. There is not going the rupees in your account. ਹਰ ਚੀਜ਼ ਜਿਹੜੀ ਆ ਲੂਪ ਹੋਲਸ ਹਰੇਕ ਦੇ ਵਿੱਚ ਹੁੰਦੇ ਆ। ਅਸੀਂ ਸਿਰਫ ਗਵਰਨਮੈਂਟ ਨੂੰ ਤਾਂ ਨਹੀਂ ਬਲੇਮ ਕਰ ਸਕਦੇ। ਇਹਦੇ 'ਚ ਗਵਰਨਮੈਂਟ ਦਾ ਰੂਲ ਨਹੀਂ ਹੈ। ਜਿਹੜੇ ਗਵਰਨਮੈਂਟ ਇੱਕ ਇਸ ਵੇਲੇ ਤੁਹਾਡੀ ਟਰੂਡੋ ਗਵਰਨਮੈਂਟ ਨੇ ਬਹੁਤ ਅੱਛਾ ਹੈਲਪ ਕੀਤਾ। $2,000 ਬੱਚਿਆਂ ਨੂੰ ਵੀ ਮਿਲਿਆ। ਜੇ ਉਹ ਸਟ੍ਰੈਸ ਦੇ ਵਿੱਚ ਜਾ ਰਹੇ ਉਹਨਾਂ ਦਾ ਬਲਕਿ ਕਾਰਨ ਕੋਈ ਹੋਰ ਵੀ ਹੋ ਸਕਦੇ ਆ। ਕੋਈ ਆਪਣਾ ਸੁਣਿਆ ਜਾ ਰਿਹਾ ਸੀ ਜਿਵੇਂ ਕਿ ਬੱਚਿਆਂ ਦੇ ਵਿੱਚ ਕਿ ਉਹ ਪਿੱਛੋਂ ਵਿਆਹ ਕਰਕੇ ਆਏ ਸੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਵੀ ਹੁਣ ਇਹਦੇ ਲਈ ਜ਼ਿੰਮੇਦਾਰ ਕੌਣ ਆ ਕਿ ਦੋ ਬੱਚਿਆਂ ਦਾ ਆਪਸ 'ਚ ਜਿਨ੍ਹਾਂ ਦਾ ਕੋਈ ਮੈਚ ਨਹੀਂ, ਕੋਈ ਕੁਆਲੀਫਿਕੇਸ਼ਨ ਮੈਚ ਨਹੀਂ, ਕੋਈ ਮੈਚ ਨਹੀਂ, ਮਿਸਮੈਚ ਹੋ ਰਿਹਾ, ਵਿਆਹ ਹੋ ਰਹੇ ਨੇ, ਕੁੜੀ ਦੇ ਉੱਤੇ ਪੈਸੇ ਲਗਾ ਕੇ ਉਹਨੂੰ ਭੇਜਿਆ ਜਾ ਰਿਹਾ। ਹੁਣ ਇਹਦੇ ਲਈ ਕੌਣ ਰਿਸਪੌਂਸਿਬਲ ਆ? ਪੇਰੈਂਟਸ ਜਿਹੜੇ ਇਹ ਜਿਹੇ ਜੁਗਾੜ ਲਗਾ ਰਹੇ ਜਾਂ ਬੱਚੇ? ਇਹਦੇ ਲਈ ਰਿਸਪੌਂਸਿਬਲ ਪੇਰੈਂਟਸ ਵੀ ਹੈ ਜੀ। ਉਹ ਇਹਦੇ ਲਈ ਰਿਸਪੌਂਸਿਬਲ ਉਹ ਗਵਰਨਮੈਂਟ ਵੀ ਹੈ ਜਿਹੜੀ ਉਹਨੂੰ ਸਰਚ ਕਰਦੀ ਹੈ। ਤਾਂ ਇਨ ਕੈਨੇਡਾ ਇਮੀਗ੍ਰੇਸ਼ਨ ਇਜ਼ ਦਾ ਮੋਰ ਬੈਸਟ ਇਮੀਗ੍ਰੇਸ਼ਨਸ ਹੁੰਦੀ ਹੈ। ਇਮੀਗ੍ਰੈਂਟ ਨੂੰ ਲੈ ਕੇ ਆਉਂਦੀ ਹੈ। ਉਹਨਾਂ ਨੂੰ ਪਤਾ ਵਾ ਕਿ ਇਹ ਸਿਸਟਮ ਹੁਣ ਉਹਨਾਂ ਨੂੰ ਵੀ ਸਮਝ ਆ ਗਿਆ। ਹੁਣ ਥੋੜੀ ਇਸ ਚੀਜ਼ ਦੇ ਉੱਤੇ ਵੀ ਠੱਲ ਪੈ ਜਾਏਗੀ ਮੈਨੂੰ ਲੱਗਦਾ। ਠੱਲ ਪੈ ਜਾਏਗੀ। ਕਿੰਨੇ ਘਰ ਬਰਬਾਦ ਕਰਕੇ ਪਏਗੀ? ਇਹਦੇ ਵਿੱਚ ਕਸੂਰ ਕਿਹਦਾ ਹੋ ਰਿਹਾ ਕਿ ਬੱਚੇ ਮੁੱਕਰ ਰਹੇ ਨੇ? ਮਾਂ-ਬਾਪ ਦਾ ਵੀ ਹੈ। ਜਿਸ ਬੱਚੇ ਨੂੰ ਮਤਲਬ ਮਾਂ-ਬਾਪ ਦਾ ਵੀ ਕਸੂਰ ਹੈ ਕਿ ਵੀ ਆਪਾਂ ਬਿਨਾਂ ਦੇਖੇ ਸੋਚੇ ਸਮਝੇ ਆਪਾਂ ਕਿਸੇ ਵੀ ਕੁੜੀ ਜਾਂ ਲੜਕੇ ਦੇ ਉੱਤੇ ਬਲੇਮ ਨਹੀਂ ਲਾ ਸਕਦੇ। ਉੱਥੇ ਉਹਨਾਂ ਦੀ ਇੱਕ ਸੈਟਲਮੈਂਟ 'ਚ ਜਦੋਂ ਆਉਂਦੇ ਆ ਤਾਂ ਇਹ ਸਿਸਟਮ ਸ਼ੁਰੂ ਤੋਂ ਕਿਸੇ ਨਾ ਕਿਸੇ ਬਹਾਨੇ ਚੱਲਿਆ ਆ ਰਿਹਾ ਕੈਨੇਡਾ ਆਉਣ ਦਾ। ਤਾਂ ਇਹ ਸਿਸਟਮ ਤਾਂ ਦੇਖੋ ਉਹਦੇ ਲਈ ਆਪ ਬੱਚੇ ਵੀ ਜ਼ਿੰਮੇਵਾਰ ਨੇ। ਅਸੀਂ ਖੁਦ ਵੀ ਗਲਤੀਆਂ ਕਰਦੇ ਆ ਇਹਨੂੰ ਲੈ ਕੇ। ਜਿਵੇਂ ਤੁਸੀਂ ਹੁਣ ਜਿਵੇਂ ਹੋ ਰਿਹਾ ਕਿ ਕੁੜੀਆਂ ਮੁੱਕਰਦੀਆਂ ਨੇ, ਪੇਰੈਂਟਸ ਵੀ ਉਹਨਾਂ ਦਾ ਪੂਰਾ ਸਪੋਰਟ ਕਰਦੇ ਆ ਰੈਦਰ ਦੈਨ ਕਹਿਣ ਦੇ ਕਿ ਉਹਨਾਂ ਨੇ ਇੰਨੇ ਪੈਸੇ ਲੈ ਕੇ ਬੜੀ ਗੱਲ ਇਹ ਹੈ ਜੀ, ਜੇ ਤੁਹਾਡਾ ਕੋਈ ਬੱਚਾ ਮੁੱਕਰਦਾ, ਪਹਿਲੀ ਗੱਲ ਤਾਂ ਉਹ ਆਉਣਾ ਨਹੀਂ ਚਾਹੀਦਾ 2 ਨੰਬਰ 'ਚ ਸਿਸਟਮ 'ਚ, ਸ਼ਾਦੀ ਹੋਣੀ ਨਹੀਂ ਚਾਹੀਦੀ। ਬਟ ਜੇ ਉਹ ਹੋ ਗਈ ਹੈ ਤਾਂ ਇਹਦੇ ਨਾਲੋਂ ਚੰਗਾ ਮੇਰਾ ਤਾਂ ਸੁਝਾਅ ਸਾਰੇ ਪੇਰੈਂਟਸ ਨੂੰ ਇਹੀ ਹੈ ਕਿ ਉੱਥੋਂ ਸ਼ਾਦੀ ਕਰਕੇ ਹੀ ਭੇਜੋ ਕਿ ਇੱਥੇ ਆ ਕੇ ਉਹਨਾਂ ਦਾ ਸਿਸਟਮ ਹੀ ਖਤਮ ਹੋ ਜਾਏਗਾ। ਪਹਿਲਾਂ ਹੀ ਸ਼ਾਦੀ ਹੋਏਗੀ। ਪੀਆਰ ਵਾਕਈ ਮੁੱਕਰ ਰਹੇ ਨੇ ਜੀ ਨਹੀਂ, ਜੇ ਉਹ ਵਿਆਹ ਕਰਵਾ ਕੇ ਮੁੱਕਰ ਰਹੇ ਦੇ ਕੈਨ ਨੋਟ ਦ ਸੈਂਸ ਆਫ ਦ ਹਿਊਮਨ। ਉਹ ਇਹ ਇੱਕ ਐਜ ਏ ਹਿਊਮਨ ਸੈਂਸ ਨਹੀਂ ਹੈਗੀ ਮੇਰੇ ਹਿਸਾਬ ਨਾਲ। ਜਿਹੜੇ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕੈਨੇਡਾ ਹਰ ਇੱਕ ਦੀ ਡ੍ਰੀਮ ਡੈਸਟੀਨੇਸ਼ਨ ਆ ਕਿ ਇੱਥੇ ਆ ਕੇ ਵਧੀਆ ਭਵਿੱਖ ਬਣਾਇਆ ਜਾਵੇ। ਸੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਅਸੀਂ ਸੋਚਦੇ ਹਾਂ ਕਿ ਇੱਥੇ ਆਵਾਂਗੇ, ਮਿਹਨਤ ਕਰਾਂਗੇ, ਵਧੀਆ ਫਿਊਚਰ ਬਣੂਗਾ, ਪਰ ਰਿਐਲਿਟੀ ਬਹੁਤ ਅਲੱਗ ਹੈ। ਆਈ ਐਮ ਸੇਇੰਗ ਟੂ ਆਲ ਦ ਪੰਜਾਬੀਜ਼ ਜਿੱਥੇ ਮੇਰੇ ਪੰਜਾਬ 'ਚ ਵੀ ਬੈਠੇ ਆ ਤੇ ਮੇਰੇ ਇੱਥੇ ਵੀ ਬੈਠੇ ਆ ਤੇ ਬਾਹਰਲੇ ਮੁਲਕਾਂ 'ਚ ਵੀ ਬੈਠੇ ਆ ਪੰਜਾਬੀ। ਜਿਹੜਾ ਕੈਨੇਡਾ ਦਾ ਇੱਕ ਪਿਕਚਰ ਆਪਾਂ ਨੂੰ ਜਿਹੜੀ ਕੈਨੇਡਾ 'ਚ ਬੈਠੇ ਦਿਖਦੀ ਹੈ, ਉਹ ਪਿਕਚਰ ਆਲਰੇਡੀ ਲੋਕਾਂ ਨੂੰ ਦਿਖਾਈ ਨਹੀਂ ਦੇ ਰਹੀ। ਮੈਂ ਇੱਕ ਬਿਜ਼ਨਸਮੈਨ ਸੀ ਇੰਡੀਆ ਦੇ ਵਿੱਚ। ਇੱਥੇ ਮੈਂ ਜਦੋਂ ਸਟਾਰਟਿੰਗ ਕੀਤੀ ਆ ਹੁਣ ਆਪਣੀ ਲਾਈਫ ਦੀ ਐਜ਼ ਏ ਲੇਬਰ ਜੌਬ ਕਰ ਰਹੇ ਆ। ਇਹ ਚੀਜ਼ਾਂ ਕੋਈ ਵੀ ਰਿਲੇਟਿਵ, ਕੋਈ ਵੀ ਮੇਰਾ ਖਿਆਲ ਈਵਨ ਕਿ ਤੁਹਾਡੇ ਚੈਨਲਸ ਵਗੈਰਾ ਵੀ ਸ਼ੋਅ ਨਹੀਂ ਕਰਦੇ। ਉਹ ਸਿਰਫ ਟੋਰਾਂਟੋ ਦਾ ਇੱਕ ਡਾਊਨਟਾਊਨ ਦਿਖਾਉਂਦੇ ਆ ਕਿ ਬਈ ਆਹ ਰੌਣਕ ਹੈ, ਆਹ ਚੀਜ਼ ਹੈ। ਦੇਖੋ ਤਾਂ ਲਾਈਫ ਇਨ ਕੈਨੇਡਾ ਨੇ ਸਾਰੇ ਟੌਪਿਕ ਕਵਰ ਕੀਤੇ ਆ। ਸਾਨੂੰ ਕਈ ਵਾਰੀ ਨੀਚੇ ਕਮੈਂਟ ਵੀ ਆਉਂਦੇ ਆ ਕਿ ਤੁਸੀਂ ਡੀਮੋਟੀਵੇਟ ਕਿਉਂ ਕਰ ਰਹੇ ਹੋ। ਅਸੀਂ ਡੀਮੋਟੀਵੇਟ ਨਹੀਂ ਕਰ ਰਹੇ, ਅਸੀਂ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਆ ਕੇ ਤੁਸੀਂ ਇਹ ਕੰਮ ਕਰ ਰਹੇ ਹੋ। ਮੈਂ ਕਹਿੰਦਾ ਕਿ ਮੈਂ ਤੁਹਾਡੇ ਐਪਰੀਸ਼ੀਏਟ ਕਰਦਾ ਇਸ ਵਰਕ ਨੂੰ ਕਿ ਹਮਦਰਦ ਟੀਵੀ ਇਸ ਕੰਮ ਦੇ ਉੱਤੇ ਲੱਗਿਆ ਹੋਇਆ। ਬਾਕੀ ਹਰ ਚੈਨਲ ਤੁਹਾਡਾ ਪੰਜਾਬੀ ਦੇ ਵਿੱਚ ਮੈਂ ਦੇਖਦਾ ਵੀ ਕਾਫੀ ਅੱਛੇ ਚੈਨਲਸ ਹੈਗੇ ਇੱਥੇ ਜਿਨ੍ਹਾਂ ਨੇ ਬਹੁਤ ਅੱਛੇ ਕੰਮ ਕੀਤੇ ਹੋਏ ਆ। ਮਤਲਬ ਕਿ ਲੋਕਾਂ ਨੂੰ ਦੱਸ ਰਹੇ ਆ ਕਿ ਉੱਥੋਂ ਸਿਰਫ ਇੱਕ ਚੀਜ਼ ਨਾ ਦੱਸੋ ਬੱਚਿਆਂ ਨੂੰ ਕਿ ਇੱਥੇ ਕੈਨੇਡਾ ਇੰਨਾ ਸੌਖਾ ਨਹੀਂ ਹੈ ਸੈੱਟ ਹੋਣਾ। ਇੱਥੇ ਸੈਟਲ ਹੋਣ ਲਈ ਤੁਹਾਨੂੰ ਆਪਣੀ ਲਾਈਫ ਲਗਾਉਣੀ ਪਏਗੀ।
5 ਸਾਲ ਆਪਣੇ ਜੀਵਨ ਨੂੰ ਤੁਹਾਨੂੰ ਫੈਕਟਰੀਆਂ ਦੇ ਵਿੱਚ ਦੇਣਾ ਪਏਗਾ। ਜੇ ਤੁਸੀਂ ਸੋਚੋ ਕਿ ਆਂਦੇ ਸਾਰੀ ਤੁਸੀਂ ਟਰੱਕਾਂ ਦੇ ਉੱਤੇ ਚੜ ਜਾਓਗੇ, ਗੱਡੀਆਂ ਤੇ ਚੜ ਜਾਓਗੇ, ਦੇ ਕੈਨ ਨੋ ਅਲਾਉ ਟੂ ਯੂ ਆਫਟਰ ਦਾ 3 year ਵੈਨ ਯੂ ਕੰਪਲੀਟ ਯੂਰ ਸਟੱਡੀ ਦੈਨ ਯੂ ਕੈਨ ਡੂ ਯੂਰ ਜੌਬ ਬੈਟਰ ਜੌਬ। ਜੇ ਤੁਸੀਂ ਉੱਥੇ ਇਹਦੇ ਨਾਲ ਅੱਛਾ ਹੈ ਕਿ ਤੁਸੀਂ ਆਪਣਾ ਭਵਿੱਖ ਬਣਾਉਣਾ ਤਾਂ ਥੋੜਾ ਸਟ੍ਰੈਸਫੁਲ ਲਾਈਫ ਵਿੱਚ ਇੰਨੀ ਮਿਹਨਤ ਕਰਕੇ ਅਸੀਂ ਉੱਥੋਂ ਆਉਂਦੇ ਹਾਂ ਨਾ, ਉਦੋਂ ਤਾਂ ਬੜੀਆਂ ਅਰਦਾਸਾਂ ਕਰਦੇ ਹਾਂ ਕਿ ਵੀਜ਼ਾ ਲੱਗ ਜੇ, ਅਸੀਂ ਉੱਥੇ ਸੈੱਟ ਹੋ ਜਾਈਏ ਨਾ। ਇੱਥੇ ਆ ਕੇ ਅਸੀਂ ਦੇਖ ਰਹੇ ਹਾਂ ਹਰ ਦੂਸਰੇ ਤੀਸਰੇ ਦਿਨ ਲੜਾਈਆਂ ਦੀਆਂ ਖਬਰਾਂ ਬਹੁਤ ਆ ਰਹੀਆਂ ਨੇ, ਪਲਾਜ਼ਿਆਂ 'ਚ ਦੇਖ ਲਓ ਐਂਡ ਆਲ ਦੈਟ, ਹੈ ਨਾ। ਇਹ ਸਿਰਫ ਨਾਵ ਦੇ ਲਈ ਕੰਢੇ ਬੀਚ ਰਹੇ ਨੇ, ਜਿਹੜੇ ਅਗਲੇ ਆਉਣਾ ਚਾਹੁੰਦੇ ਆ ਉਹਨਾਂ ਲਈ ਵੀ ਰੂਲ ਟਫ ਕਰ ਰਹੇ ਨੇ। ਦੇਖੋ ਜੀ ਇਹਦੇ ਵਿੱਚ ਸਟੂਡੈਂਟਸ ਦੇ ਬਾਰੇ ਕੁਝ ਵੀ ਕਹਿਣਾ ਗਲਤ ਹੈ, ਕਿਉਂਕਿ ਬੱਚੇ ਮੇਰੇ ਵੀ ਸਟੂਡੈਂਟਸ ਹੈ। ਇਹ ਬੱਚਿਆਂ ਨੂੰ ਸਟੂਡੈਂਟਸ ਦੀ ਗੱਲ ਨਹੀਂ ਕਰ ਰਹੀ, ਸਾਡੀ ਕਮਿਊਨਿਟੀ ਦੇ ਉਹਨਾਂ ਲਈ ਗੱਲ ਕਰ ਰਹੀ ਹਾਂ ਜਿਹੜੇ ਕਿ ਮਾਹੌਲ ਖਰਾਬ ਕਰ ਰਹੇ। ਸਾਡੀ ਕਮਿਊਨਿਟੀ ਦੇ ਵਿੱਚ ਆਪਾਂ ਕਿਸੇ ਦੇ ਉੱਤੇ ਆਪਾਂ ਹੁਣ ਆਪਣੇ ਨਾਲ ਸਾਰੇ ਬੈਠੇ ਆ, ਬੜੇ ਵੀ ਬੈਠੇ ਆ ਸਾਡੇ ਤੋਂ, ਇਹਨੇ 20 ਸਾਲਾਂ ਦੇ ਪੁਰਾਣੇ ਬੈਠੇ ਆ ਇੱਥੇ। ਇਹਨਾਂ ਨੇ ਅੱਜ ਤੱਕ ਕਿਸੇ ਨੇ ਕੋਈ ਗਲਤ ਕੰਮ ਨਹੀਂ ਕੀਤਾ। ਜਿਹੜੇ ਬੱਚੇ ਸਟੂਡੈਂਟਸ ਰੈਸ਼ ਡਰਾਈਵਿੰਗ ਕਰ ਰਹੇ ਆ, ਜਿਹੜੇ ਬੱਚੇ ਆਪਾਂ ਇੱਥੇ ਆ ਕੇ 2% ਕਰਕੇ 98% ਦਾ ਨਾਮ ਖਰਾਬ ਹੋ ਗਿਆ। ਨਹੀਂ, ਉਹਦੇ ਵਿੱਚੋਂ 2% ਨੂੰ ਥੋੜਾ ਜਿਹਾ ਖਿੱਚਣਾ ਪਏਗਾ, ਹੋਰ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਹੁਣ ਇੱਥੇ ਇੱਕ ਸੁਝਾਅ ਮੇਰੇ ਵੱਲੋਂ ਹੈ ਕਿ ਇੱਥੇ ਆਪਣੇ ਇੰਡੀਆ ਦੇ ਵਿੱਚ ਵੀ ਇੱਥੇ ਹੋਰਨ ਤਾਂ ਵਜਾਣਾ ਮਨਾ ਹੈ। ਯੂ ਕੈਨ ਨੋਟ ਹੌਰਨ ਯੂਰ ਕਾਰ, ਬਟ ਯੂ ਸੀਨ ਦਾ ਸਮ ਕਾਰਸ ਦੋਜ਼ ਆਰ ਲਾਈਕ ਦਿਸ ਵਨ ਔਰ ਗੋਇੰਗ। ਕਈ ਵਾਰ ਕਈ ਬਜ਼ੁਰਗ ਐਸੇ ਹੁੰਦੇ ਵਿਚਾਰੇ ਗਿਰ ਜਾਂਦੇ ਆ ਉਹ ਦੇਖ ਕੇ ਆਵਾਜ਼ ਸੁਣ ਕੇ ਇੱਕੋ ਦਮ। ਕਈ ਵਾਰ ਸੰਗੀਤ ਇੰਨਾ ਪੰਜਾਬੀ ਸੱਭਿਆਚਾਰ ਆਪਣਾ ਬਹੁਤ ਅੱਛਾ ਹੈ, ਪਰ ਉਹਨੂੰ ਬਹੁਤ ਤਰੀਕੇ ਨਾਲ ਦਿਖਾਉਣਾ ਚਾਹੀਦਾ। ਕਈਆਂ ਨੇ ਕਾਰਾਂ ਦੇ ਵਿੱਚ ਡੈਕ ਐਡੇ ਵੱਡੇ ਲਗਾਏ ਹੋਏ ਜਿੰਨੇ ਉਹਨਾਂ ਦੇ ਘਰਾਂ 'ਚ ਵੀ ਨਹੀਂ ਵੱਜਦੇ। ਕਹਿੰਦੇ ਸਾਰੇ ਕਰਦੇ ਆ, ਗੋਰੇ ਵੀ ਕਰਦੇ ਆ, ਸਾਨੂੰ ਕਿਉਂ ਬਲੇਮ ਕੀਤਾ ਜਾਂਦਾ? ਇਹ ਚੀਜ਼ ਬਾਰੇ ਫਿਰ ਮੈਂ ਤਾਈਓ ਤਾਂ ਕਹਿੰਦਾ ਕਿ ਗੌਰਮੈਂਟ ਨੂੰ ਦੇਖਣਾ ਚਾਹੀਦਾ ਇਸ ਚੀਜ਼ ਨੂੰ, ਕਿਉਂਕਿ ਜੇ ਤੁਸੀਂ ਹੋਰਨ ਤੇ ਐਲਰਜੀ ਕਰਦੇ ਹੋ ਤਾਂ ਤੁਹਾਨੂੰ ਇਸ ਚੀਜ਼ ਤੇ ਵੀ ਐਲਰਜੀ ਕਰਨੀ ਹੈ। ਸਾਊਂਡ ਆਪਾਂ ਇਹਨੂੰ ਕਹਿੰਦੇ ਆ ਕਿ ਇੱਕ ਪੋਲੂਸ਼ਨ ਹੈ, ਨਾਇਸ ਪੋਲੂਸ਼ਨ ਇਜ਼ ਆਲਸੋ ਦੇਅਰ। ਉਹ ਤਾਂ ਤੁਹਾਨੂੰ ਸਿਸਟਮ ਨੂੰ ਦੇਖੋ, ਤੁਹਾਡੀ ਏਡੀ ਅੱਛੀ ਕੰਟਰੀ ਹੈ, ਸਾਫ ਸੁਥਰੀ ਕੰਟਰੀ ਹੈ, ਉਸ ਨੂੰ ਤੁਸੀਂ ਸਿਸਟਮ 'ਚ ਲੈ ਕੇ ਜਾਣਾ ਤਾਂ ਥੋੜਾ ਜਿਹਾ ਤਾਂ ਕੰਨ ਮਰੋੜਨਾ ਪੈ ਸਕਦਾ। ਹੋਰ ਇਸ ਕੰਟਰੀ ਦੇ ਬਾਰੇ ਗੱਲ ਕਰੀਏ, ਸਿਸਟਮ, ਲਾਅ, ਰੈਗੂਲੇਸ਼ਨ ਕਿਵੇਂ ਦਾ? ਮੈਂ ਇਸ ਕੰਟਰੀ ਦੇ ਵਿੱਚ ਜਦੋਂ ਆਇਆ ਮੈਨੂੰ ਸਿਰਫ ਇੱਕ ਲਾ ਤੋਂ ਮੈਂ ਥੋੜਾ ਜਿਹਾ ਤਕਲੀਫ ਮੰਨੀ ਹੈ। ਜੇ ਮੈਂ ਕਦੇ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਤੇ ਇੱਥੇ ਮੈਨੂੰ ਕੁਝ ਮੌਕਾ ਮਿਲਿਆ, ਕਿਉਂਕਿ ਆਈ ਐਮ ਏ ਬੈਕਗਰਾਊਂਡ ਪੋਲੀਟੀਸ਼ੀਅਨ। ਮੈਂ ਉੱਥੇ ਮੇਰਾ ਪਰਿਵਾਰ ਕਾਂਗਰਸੀ ਪੋਲੀਟਿਕਸ ਦੇ ਵਿੱਚ ਸੀ ਤੇ ਮੈਂ ਬੀਜੇਪੀ 'ਚ ਪੰਜਾਬ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਸੀ। ਤੇ ਜੇ ਮੈਨੂੰ ਇੱਥੇ ਕਦੇ ਮੌਕਾ ਮਿਲਿਆ ਤਾਂ ਮੈਂ ਇੱਕ ਚੀਜ਼ ਗੌਰਮੈਂਟ ਤੋਂ ਮੰਗਣਾ ਚਾਹੂੰਗਾ ਕਿ ਜੇ ਇੱਥੇ ਕਿ ਜਿਹੜਾ ਵੀ ਆਉਂਦਾ ਹੈ ਉਸ ਬੰਦੇ ਨੂੰ ਕੰਮ ਕਰਨ ਦੀ ਜ਼ਰੂਰ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਕੰਮ ਤਾਂ ਉਹ ਕਰ ਹੀ ਰਿਹਾ, ਚਾਹੇ 1 ਨੰਬਰ 'ਚ ਚਾਹੇ 2 ਨੰਬਰ 'ਚ। ਯੂ ਕੈਨ ਪ੍ਰੋਵਾਈਡ ਦਾ ਸਿਨ ਫੋਰ, ਜਿਵੇਂ ਕਿ ਐਜ਼ ਏ ਵਰਕ ਪਰਮਿਟ ਆਪਾਂ ਸਿਨ ਦਿੰਦੇ ਆ, ਉਵੇਂ ਹੀ ਉਸ ਬੰਦੇ ਨੂੰ ਐਜ਼ ਏ ਟੈਂਪਰੇਰੀ ਸਿਨ ਦਿੱਤਾ ਜਾਵੇ ਤਾਂ ਕਿ ਉਹ ਕਿਸੇ ਚੀਜ਼ ਦਾ ਸ਼ਿਕਾਰ ਨਾ ਹੋ ਪਾਵੇ। ਵਿੱਚ ਆਇਆ ਨਾ ਵੀ ਬਾਕੀ ਜਿਹੜੇ ਇੱਥੋਂ ਦੇ ਲੋਕੀ ਨੇ ਉਹ ਕਹਿੰਦੇ ਫਿਰ ਸਾਡੀਆਂ ਜੌਬਸ ਆ ਕੇ ਲੈਂਦੇ ਨੇ। ਇਹ ਤੁਹਾਡੀ ਗੱਲ ਸਹੀ ਹੈ, ਪਰ ਤੁਸੀਂ ਤਾਂ ਵੀ ਸਰਚ ਕਰੋ ਕਿ ਹਾਊ ਮੈਨੀ ਪਰਸਨ ਆਰ ਵਰਕਿੰਗ ਦੇਅਰ ਇਲੀਗਲੀ। ਬਹੁਤ ਜ਼ਿਆਦਾ ਲੋਕ ਕਰਦੇ ਆ ਇੱਥੇ, ਕੋਈ ਜਿੰਨੇ ਵੀ ਆਉਂਦੇ ਆ ਸਭ ਕੰਮ ਕਰਦੇ। ਮੈਂ ਹੁਣ ਕੀ ਕਰ ਸਕਦਾ? ਹੁਣ ਦੱਸੋ ਕਿ ਜੇ ਮੈਂ ਇੱਥੇ ਆਇਆ 1.5 ਸਾਲ ਤੋਂ ਮੈਂ ਫਸਿਆ ਹੋਇਆ, ਮੇਰੀ ਮਜਬੂਰੀ ਹੈ ਕਿ ਮੈਂ ਇੱਥੇ ਮੈਨੂੰ ਜੇ ਮੈਂ ਕਿੰਨਾ ਕੁ ਪੈਸਾ ਇੰਡੀਆ ਤੋਂ ਮੰਗਵਾਈ ਚੱਲਾਂਗਾ। ਪਰ ਫਿਰ ਇਹ ਤਾਂ ਸਰਕਾਰ ਨੇ ਤਾਂ ਟੂਰਿਸਟ ਵੀਜ਼ਾ ਦਿੱਤਾ ਸੀ ਨਾ। ਗੱਲ ਇਹ ਆ ਕਿ ਚਲੋ ਤੁਸੀਂ ਤਾਂ ਆਪਣਾ ਵੀਜ਼ਾ ਵਰਕ ਪਰਮਿਟ 'ਚ ਬਦਲਾ ਲਿਆ। ਜਿਹੜੇ ਟੂਰਿਸਟ ਆਏ ਸੀ ਉਰੇ ਆ ਕੇ, ਉਹ ਕਿਹਦੀ ਡਿਊਟੀ ਬਣਦੀ ਹੈ ਕਿ ਬੱਚਿਆਂ ਦੀ ਵੀ ਡਿਊਟੀ ਬਣਦੀ ਹੈ ਕਿ ਟੂਰਿਸਟ ਆਏ ਸੀ ਖਰਚਾ ਚੱਲਣ ਲਈ ਸਰਕਾਰ ਨੇ ਤਾਂ ਨਹੀਂ ਕਿਹਾ ਕਿ ਜੌਬ ਕਰੋ ਇੱਥੇ ਆ ਕੇ। ਦੇਖੋ ਮੈਂ ਤੁਹਾਨੂੰ ਇਹ ਨਹੀਂ ਕਰਕੇ, ਮੈਂ ਇੱਕ ਤੁਹਾਨੂੰ ਆਉਣ ਵਾਲੇ ਸਮੇਂ ਦੀ ਮੰਗ ਕਰ ਰਿਹਾ ਐਜ਼ ਏ, ਮਤਲਬ ਕਿ ਮੈਂ ਹਜੇ ਕੋਈ ਸਿਟੀਜ਼ਨ ਨਹੀਂ ਇੱਥੇ, ਨਾ ਮੈਂ ਇੱਥੇ PR ਹੈ, ਮੈਂ ਐਜ਼ ਏ ਵਰਕ ਪਰਮਿਟ ਦੇ ਉੱਤੇ ਹੋਲਡਰ ਹੈ। ਇੱਕ ਐਜ਼ ਏ ਵਰਕਰ ਆਈ ਕੈਨ ਡਿਮਾਂਡ ਇਟ ਕਿ ਜੇ ਇਸ ਚੀਜ਼ ਨੂੰ ਲਾਗੂ ਕਰ ਦਿੱਤਾ ਜਾਵੇ। ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਾਰੇ ਲੋਕ ਲੇਬਰ ਕਰਨ ਵਾਲੇ ਮਿਲਣ, ਤੁਹਾਨੂੰ ਕੁਝ ਅੱਛੇ ਕਾਬਿਲ ਇਨਸਾਨ ਵੀ ਮਿਲ ਸਕਦੇ ਆ ਜੋ ਤੁਹਾਨੂੰ ਤੁਹਾਡੀ ਕਮਿਊਨਿਟੀ ਲਈ, ਕੈਨੇਡਾ ਕਮਿਊਨਿਟੀ ਲਈ ਵੀ ਅੱਛੇ ਸਾਧਕ ਹੋ ਸਕਦੇ ਆ। ਉਹਦੇ ਲਈ ਅਲੱਗ-ਅਲੱਗ ਪਲਾਨਸ ਵੀ ਰੱਖੇ ਨੇ ਕਿ ਐਕਸਪ੍ਰੈਸ ਐਂਟਰੀ ਸੀ, EC ਐਂਡ ਐਕਸਪ੍ਰੈਸ ਐਂਟਰੀਜ਼ ਦਿੱਤੀ ਹੈ ਤੁਸੀਂ ਆਪਣਾ ਸਿਸਟਮ ਦੇ ਵਿੱਚ। ਹੁਣ PR ਲਈ ਹੋਰ ਵੀ ਬੜੇ ਸਿਸਟਮ ਬਣਾਇਆ, ਐਸੈਂਸ਼ੀਅਲ ਜੌਬਸ ਵਾਲੇ ਵਰਕਰ ਲਈ ਕੀਤਾ। ਹੁਣ ਅਸੀਂ ਵੀ ਉਸ ਐਸੈਂਸ਼ੀਅਲ ਜੌਬ 'ਚ ਨੈਸਟ ਇੱਕ ਕੈਨੇਡਾ ਗਵਰਨਮੈਂਟ ਨੂੰ ਹੀ ਆਪਾਂ ਸਵਾਲ ਕਰਦੇ ਹਾਂ। ਹੁਣ ਆਸਟ੍ਰੇਲੀਆ ਨੇ ਇਸ ਤੋਂ ਕਿਤੇ ਜ਼ਿਆਦਾ ਟਫ ਕੋਰਸ ਕੀਤਾ ਹੋਇਆ ਐਂਡ ਆਲ ਦੈਟ। US ਦੇ ਵਿੱਚ ਜਾ ਕੇ ਵੀ ਤੁਸੀਂ ਇੰਨੇ ਟਫ। ਦੇਖੋ ਸਿਸਟਰ, ਗੱਲ ਇਹ ਹੈ, ਆਪਾਂ ਹੁਣ ਗੱਲ ਕਰ ਰਹੇ ਹਾਂ ਕੈਨੇਡਾ ਦੀ, ਤਾਂ ਆਪਾਂ ਕੈਨੇਡਾ ਦੇ ਫੇਵਰ ਦੀ ਗੱਲ ਹੀ ਕਰ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਜੇ ਲੋਕ ਆ ਰਹੇ ਆ, ਕੈਨੇਡਾ ਦੇ ਵਿੱਚ ਅਮਰੀਕਾ ਤੋਂ ਵੀ ਲੋਕੀ
ਛੱਡ ਕੇ ਇੰਡੀਅਨ ਪੰਜਾਬੀ ਕਮਿਊਨਿਟੀ ਸਾਡੀ ਖਾਸ ਕਰਕੇ ਆਸਟ੍ਰੇਲੀਆ ਵੀ ਛੱਡ ਕੇ ਆ ਰਹੇ। ਕਾਰਨ ਉਹਦਾ ਨਿਊਜ਼ੀਲੈਂਡ ਛੱਡ ਕੇ ਆ ਰਹੇ ਬੇਸਿਕ, ਕਿਉਂਕਿ ਉੱਥੇ ਉਹਨਾਂ ਨੂੰ ਪੀਆਰ ਨਹੀਂ ਦਿੱਤੀ ਜਾਂਦੀ। ਇੱਥੇ ਪੀਆਰ ਸਿਸਟਮ ਗੁੱਡ ਹੈ, ਇੱਥੇ ਕ੍ਰਾਈਮ ਰੇਸ਼ੋ ਵੀ ਵੱਧ ਰਹੀ ਹੈ। ਬਟ ਦੇਖੋ ਜੇ ਤੁਸੀਂ ਕਹਿੰਦੇ ਹੋ ਕਿ ਜੇ ਪਰਿਵਾਰ ਦੇ ਵਿੱਚ ਬੱਚੇ ਪੈਦਾ ਹੋਣਗੇ ਤਾਂ ਰੋਲਾ ਤਾਂ ਪਾਉਣਗੇ ਹੀ। ਇਹ ਜੇ ਤੁਸੀਂ ਕਹੋ ਕਿ ਜੇ ਪਰਿਵਾਰ ਬੜਾ ਕਰਨਾ ਹੈ, ਜੇ ਤੁਸੀਂ ਮਤਲਬ ਕਿ ਕੈਨੇਡਾ ਨੂੰ, ਅੱਜ ਕੈਨੇਡਾ ਦੇ ਕੋਲ ਇੰਨਾ ਵੱਡਾ ਖੇਤਰਫਲ ਹੈ ਕਿ ਉਹ ਮਤਲਬ ਇੰਨੀ ਜ਼ਿਆਦਾ ਭੂਮੀ ਹੈ ਕਿ ਜੇ ਆਪਾਂ ਕਹੀਏ ਹਿੰਦੁਸਤਾਨ ਦੇ 2 ਦੇਸ਼ ਵੀ ਪੂਰੇ ਆ ਜਾਣ ਨਾ ਤਾਂ ਉਹ ਵੀ ਮਤਲਬ 100 ਕਰੋੜ ਜਨਤਾ ਹੈ ਹਿੰਦੁਸਤਾਨ ਦੀ। ਉਹ 100 ਕਰੋੜ ਜਨਤਾ ਵਿੱਚੋਂ ਹਜੇ ਅਸੀਂ ਪੰਜਾਬ ਦੇ ਕੁਝ ਲੋਕ, ਇੱਕ ਪੰਜਾਬ ਦੇ ਕਸਬੇ ਜਿੰਨੇ ਅਸੀਂ ਇੱਥੇ ਪਹੁੰਚੇ। ਉਹੀ ਆ ਨਾ ਕਿ ਅਸੀਂ ਇੱਥੋਂ ਦੀਆਂ ਚੰਗੀਆਂ ਚੀਜ਼ਾਂ ਦੇਖ ਕੇ ਇੱਥੇ ਪਹੁੰਚੇ ਆ, ਫਿਰ ਉਹੀ ਚੰਗੀਆਂ ਚੀਜ਼ਾਂ ਅਪਣਾਈਆਂ ਜਾਣ। ਉਹ ਜਿਹੜੀਆਂ ਪਿੱਛੇ ਜਿਹੜੀਆਂ ਚੀਜ਼ਾਂ ਤੋਂ ਬਚ ਕੇ ਆਏ ਆ ਵੀ ਉਹ ਚੀਜ਼ ਨਹੀਂ ਚਾਹੀਦੀ, ਉਹੀ ਚੀਜ਼ਾਂ ਅਸੀਂ ਇੱਥੇ ਆ ਕੇ ਲਾਗੂ ਕਰ ਰਹੇ ਹਾਂ। 99% ਬੱਚੇ ਬੁਰੇ ਨਹੀਂ ਹੈ, 99% ਬੱਚੇ ਬੁਰੇ ਨਹੀਂ ਹੈ। ਕੁਛ ਦੇ ਹਾਲਾਤ ਬਣ ਜਾਂਦੇ ਆ, ਕੁਛ ਨੂੰ ਉਹਨਾਂ ਦੇ ਜੋੜੀਦਾਰ ਬਣਾ ਦਿੰਦੇ ਆ। ਇਹ ਤਾਂ ਦੇਖੋ ਸਿਸਟਮ ਨੂੰ, ਬੱਚਿਆਂ ਦੇ ਉੱਤੇ ਬੱਚਿਆਂ ਦਾ ਕਸੂਰ ਨਹੀਂ ਹੈ, ਇਹਦੇ ਵਿੱਚ ਸਿਸਟਮ ਵੀ ਹੈ, ਕਿਤੇ ਨਾ ਕਿਤੇ ਸਿਸਟਮ ਦੀ ਲੂਪਹੋਲ ਹੈਗੀ ਹੈ। ਠੀਕ ਹੈ ਨਾ ਜੀ। ਅੱਜ ਕੋਈ ਵੀ ਸਰਕਾਰ ਵੀ ਚੱਲਦੀ ਹੈ, ਉਹਦੇ ਪਿੱਛੇ ਵੀ ਐਨਡੀਪੀ ਗਵਰਨਮੈਂਟ ਨਾਲ ਸਾਥ ਦੇ ਰਹੀ ਹੈ। ਜੇ ਉਹ ਨਹੀਂ ਤਾਂ ਇੱਕ ਪਾਸੇ ਤਾਂ ਇੱਕ ਦੂਜੇ ਦੇ ਵਿਰੋਧੀ ਨੇ। ਪਰ ਅੱਜ ਜਦੋਂ ਜ਼ਰੂਰਤ ਹੈ ਗਵਰਨਮੈਂਟ ਚਲਾਉਣ ਲਈ ਤਾਂ ਟਰੂਡੋ ਗਵਰਨਮੈਂਟ ਨੂੰ ਐਨਡੀਪੀ ਦਿੰਦੀ ਹੈ ਕਿ ਵੀ ਵੀ ਆਰ ਵਿਦ ਯੂ, ਯੂ ਆਰ ਨਾਟ ਗੋਇੰਗ ਟੂ ਬੈਕ। ਪਰ ਜਦੋਂ ਦੁਨੀਆ ਵਿੱਚ ਆਪਦਾ ਮੰਤਵ ਦਿਖ ਰਿਹਾ ਨਾ, ਹਰ ਕਿਸੇ ਨੂੰ ਹੋਏਗਾ, ਉਹ ਕਹਿੰਦੇ ਕਿ ਅਸੀਂ ਕੁਝ ਨਹੀਂ ਲੈ ਰਹੇ, ਬਟ ਸਿਸਟਮ ਤਾਂ ਚੱਲ ਹੀ ਰਿਹਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਰ ਨਾਲ ਗੱਲ ਕਰਨ ਲਈ। ਥੈਂਕ ਯੂ। ਸੋ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੰਦੀਪ ਸਿੰਘ ਜੀ। ਸੰਦੀਪ ਸਿੰਘ ਜੀ, ਸਵਾਗਤ ਹੈ ਹਮਦਰਦ ਮੀਡੀਆ ਗਰੁੱਪ 'ਚ। ਕਿੱਥੋਂ ਬਿਲੋਂਗ ਕਰਦੇ ਹੋ ਤੇ ਕਿੰਨਾ ਚਿਰ ਹੋ ਗਿਆ ਕੈਨੇਡਾ ਆਏ? ਜੀ ਮੈਨੂੰ ਸਾਲ ਇੱਕ ਹੀ ਹੋਇਆ, ਮੈਂ ਪਠਾਨਕੋਟ ਤੋਂ ਬਿਲੋਂਗ ਕਰਦਾ। 1 ਸਾਲ ਹੋ ਗਿਆ ਕੈਨੇਡਾ, ਮਤਲਬ ਮੋਸਟਲੀ ਕਰੋਨਾ ਵਾਇਰਸ ਦੇ ਦੌਰਾਨ ਹੀ ਤੁਸੀਂ ਕੈਨੇਡਾ ਦੇ ਵਿੱਚ? ਹਾਂਜੀ, ਕੋਵਿਡ ਜਦੋਂ ਆਲਮੋਸਟ ਹਿੱਟ ਕੀਤਾ ਸੀ ਉਦੋਂ ਹੀ ਲੈਂਡ ਕੀਤਾ ਮੈਂ ਤੁਸੀਂ ਇੱਥੇ ਕਿਸ ਬੇਸ ਤੇ ਆਏ? ਪਰਮਨੈਂਟ ਰੈਜ਼ੀਡੈਂਟ, ਐਕਸਪ੍ਰੈਸ ਐਂਟਰੀ ਥਰੂ। ਤੇ ਕਿਵੇਂ ਦਾ ਰਿਹਾ ਸਾਲ ਦਾ ਐਕਸਪੀਰੀਅੰਸ ਤੁਹਾਡਾ? ਸਾਲ 'ਚ ਹੀ ਕਾਫੀ ਜੌਬਾਂ ਚੇਂਜ ਕਰ ਚੁੱਕੇ ਹਾਂ। ਹੁਣ ਫਾਈਨਲੀ ਬੈਂਕ ਦੇ ਵਿੱਚ ਜੌਬ ਲੱਗੀ ਆ, ਬਟ ਕਿਸੇ ਵੀ ਜੌਬ 'ਚ ਮਨ ਨਹੀਂ ਲੱਗ ਰਿਹਾ ਫਿਲਹਾਲ। ਸੈਟਲਮੈਂਟ ਪੀਰੀਅਡ ਚੱਲ ਰਿਹਾ। ਸੈਟਲਮੈਂਟ ਪੀਰੀਅਡ ਕਿੰਨਾ ਕੁ ਔਖਾ ਲੱਗ ਰਿਹਾ? ਕਿਉਂਕਿ ਜਦੋਂ ਸੋਚ ਕੇ ਆਉਣਾ ਨਾ ਕਿ ਹੱਥ 'ਚ ਇੱਕ ਵਾਰੀ ਪੀਆਰ ਆ ਗਿਆ, ਹੁਣ ਤਾਂ ਜਾ ਕੇ ਸਾਰੀ ਸੈਟਿੰਗ ਹੋ ਜਾਣੀ ਆ। ਸੋ ਆ ਸਾਲ ਦਾ ਸਫ਼ਰ ਕਿਵੇਂ ਦਾ ਰਿਹਾ? ਸਾਲ ਦਾ ਸਫ਼ਰ ਕਾਫੀ ਟਫ ਰਿਹਾ ਜੀ। ਕੋਵਿਡ ਕਰਕੇ ਕਾਫੀ ਪ੍ਰੋਬਲਮ ਆਈ ਜੌਬ ਲੱਭਣ 'ਚ, ਡਰਾਈਵਿੰਗ ਲਾਇਸੈਂਸ ਲੈਣ 'ਚ ਵੀ ਪ੍ਰੋਬਲਮ ਆਈ। ਕਾਫੀ ਡਰਾਈਵ ਟੈਸਟ ਸੈਂਟਰ ਬੰਦ ਸੀਗੇ ਤੇ ਕਾਫੀ ਸਟਰਗਲ ਕਰਨਾ ਪਿਆ। ਪਰ ਸਟਰਗਲ ਦੀ ਜੇ ਅਸੀਂ ਗੱਲ ਕਰੀਏ, ਹੁਣ ਤੁਸੀਂ ਤਾਂ ਪੀਆਰ ਹੋ, ਤੁਸੀਂ ਮੈਚਿਓਰ ਹੋ, ਰਾਈਟ? ਤੁਸੀਂ ਇੱਥੇ ਆਏ ਹੋ। ਜਿਹੜੇ ਛੋਟੇ ਛੋਟੇ ਬੱਚੇ ਇੱਥੇ ਆ ਰਹੇ ਆ +2 ਕਰਕੇ, ਇੰਨਾ ਸਟਰਗਲ ਕਦੇ ਵੇਖਿਆ ਨਹੀਂ ਹੁੰਦਾ ਪਿੱਛੇ। ਸੋ ਇੱਥੇ ਆ ਕੇ ਡਿਪਰੈਸ਼ਨ 'ਚ ਜਾ ਰਹੇ ਨੇ, ਸੁਸਾਈਡ ਕਰ ਰਹੇ ਨੇ। ਤੁਹਾਨੂੰ ਇਹਦਾ ਕੀ ਕਾਰਨ ਲੱਗ ਰਿਹਾ? ਪੇਰੈਂਟਸ ਦੀ ਗਲਤੀ ਆ ਜਾਂ ਇਹ ਸਟੂਡੈਂਟਸ ਦੀ ਗਲਤੀ ਹੈ ਕਿ ਛੋਟੀ ਉਮਰ ਆ? ਦੇਖੋ ਜੀ, ਇੱਕ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਵੀ ਪੇਰੈਂਟਸ ਆਪਣੇ ਬੱਚੇ ਨੂੰ ਕੈਨੇਡਾ ਭੇਜਦੇ ਨੇ, ਉਹਨਾਂ ਨੂੰ ਮੈਂ ਇਹ ਰਿਕੁਐਸਟ ਕਰਨਾ ਚਾਹੂੰਗਾ ਕਿ ਘੱਟੋ ਘੱਟ ਉਹਨਾਂ ਨੂੰ ਤੁਸੀਂ ਇਹ ਕਹਿ ਕੇ ਭੇਜੋ ਕਿ ਤੁਸੀਂ ਆਪਣੀ ਸਟੱਡੀ ਪੂਰੀ ਕਰੋ, ਤੁਹਾਡੀ ਫੀਸ ਅਸੀਂ ਪੇ ਕਰਾਂਗੇ। ਜਿਹੜਾ ਉਹਨਾਂ 'ਤੇ ਪ੍ਰੈਸ਼ਰ ਆ ਜਾਂਦਾ ਕਿ ਤੁਸੀਂ ਆਪਣੀ ਫੀਸਾਂ ਵੀ ਆਪ ਕੱਢੋ, ਸਾਰੇ ਖਰਚੇ ਆਪਣੇ ਆਪ ਕੱਢੋ, ਪੜ੍ਹਾਈ ਵੀ ਤੁਸੀਂ ਆਪ ਕਰੋ, ਤੇ ਉਹ ਬੱਚਾ ਅੰਡਰ ਪ੍ਰੈਸ਼ਰ ਆ ਜਾਂਦਾ। ਬਟ ਬੱਚੇ ਨੇ ਇਹ ਹੁੰਦਾ ਕਿ ਮੈਂ ਸ਼ਿਫਟਾਂ 'ਤੇ ਸ਼ਿਫਟਾਂ ਲਾਈ ਜਾਵਾਂ, 1 ਨਹੀਂ 2 ਨਹੀਂ 3 ਕੰਮ ਫੜਾਂ। ਪੜ੍ਹਾਈ ਵਾਲਾ ਉਹਦਾ ਘੱਟ ਧਿਆਨ ਹੁੰਦਾ, ਕੰਮ ਵਾਲਾ ਉਹਦਾ ਜ਼ਿਆਦਾ ਹੁੰਦਾ। ਤੇ ਜਿੰਨਾ ਤੁਸੀਂ ਬੱਚੇ ਨੂੰ ਸੁਖਾਲਾ ਕਰ ਸਕਦੇ ਹੋ, ਉਹਨੂੰ ਕਹੋ ਕਿ ਤੂੰ ਆਪਣਾ ਪੜ੍ਹਨ ਨਾਲ ਧਿਆਨ ਰੱਖ। ਜਿੰਨਾ ਬਾਈ ਲਾਅ ਤੈਨੂੰ ਕੰਮ ਅਲਾਊਡ ਆ 20 ਘੰਟੇ, ਤੂੰ ਉਹ ਬੇਸ਼ੱਕ ਕਰੀ ਚੱਲ, ਆਪਣੇ ਲਿਵਿੰਗ ਐਕਸਪੈਂਸ ਕੱਢੀ ਚੱਲ, ਲੇਕਿਨ ਜਿਹੜਾ ਤੂੰ ਪੜ੍ਹਨਾ ਆ ਉਹ ਤੇਰੀ ਫੀਸ ਆਪਾਂ ਪੇ ਕਰਾਂਗੇ। ਔਰ ਆਈ ਥਿੰਕ ਕੈਨੇਡਾ ਗਵਰਨਮੈਂਟ ਨੇ ਵੀ ਕਾਫੀ ਸਟੈਪਸ ਲਏ ਆ। ਜਿਹੜੀ GIC ਸਬਮਿਟ ਕਰਦੇ ਆ ਇੱਥੇ $10,000 ਜਾਂ $20,000 ਜਿੰਨਾ ਵੀ ਲਿਵਿੰਗ ਐਕਸਪੈਂਸ ਬੱਚੇ ਦੇ ਨਿਕਲੀ ਜਾ ਰਿਹਾ। ਬਟ ਪੇਰੈਂਟਸ ਕਈ, ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਨਹੀਂ ਵੀ ਅਫੋਰਡ ਕਰਦੇ, ਉਹ ਵੀ ਆਪਣਾ ਬੱਚਾ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਭੇਜ ਦਿੰਦੇ ਆ। ਬਾਅਦ 'ਚ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦੇ ਕਿ ਅਸੀਂ ਨਹੀਂ ਫੀਸ ਤੇਰੀ ਇੱਕ ਫੀਸ ਦੇ ਕੇ ਤੈਨੂੰ ਅਸੀਂ ਭੇਜਤਾ, ਹੁਣ ਤੂੰ ਆਪਣੀਆਂ ਫੀਸਾਂ ਵੀ ਆਪ ਕੱਢ, ਸਾਰੇ ਖਰਚੇ ਆਪਣੇ ਆਪ ਕਰ। ਪਰ ਅੱਜ ਕੱਲ੍ਹ ਦਾ ਸਿਨੈਰੀਓ ਚੇਂਜ ਹੋ ਚੁੱਕਿਆ। ਅੱਜ ਕੱਲ੍ਹ ਕੰਪੀਟੀਸ਼ਨ ਵੱਧ ਚੁੱਕਿਆ। ਅੱਜ ਕੱਲ੍ਹ ਪੇ ਰੇਟ ਵੀ ਇੰਨਾ ਆਪਣੇ ਟਾਈਮ ਦੇ ਹਿਸਾਬ ਨਾਲ ਪੇ ਰੇਟ ਵੀ ਇੰਨਾ ਵਧੀਆ ਨਹੀਂ ਆ। ਔਰ ਬੱਚਾ ਪੜ੍ਹੇ ਜਾਂ ਸ਼ਿਫਟਾਂ ਲਾਏ, ਆਪਣੇ ਕੰਮ ਕਰੇ ਜਾਂ ਆਪਣਾ ਪੜ੍ਹਾਈ ਕਰੇ, ਕੀ ਕਰੇ ਉਹ? ਮਤਲਬ ਜਿਵੇਂ ਗੱਲ ਕੀਤੀ ਆ, ਸਟਰਗਲ ਦੀ ਗੱਲ ਕੀਤੀ ਆ, ਹੁਣ ਤੁਹਾਨੂੰ ਵੀ ਐਨ ਉਰੇ ਐਟਲੀਸਟ ਸਟੱਡੀ ਨਹੀਂ ਕਰਨੀ ਪੈ ਰਹੀ, ਤੁਸੀਂ ਆਪਦੀ ਸਿੱਧਾ ਜੌਬ ਕਰ ਸਕਦੇ ਹੋ। ਸੈਲਰੀ ਦੇ ਅਕੋਰਡਿੰਗ ਇੱਥੇ ਐਕਸਪੈਂਸਿਸ ਬਹੁਤ ਜ਼ਿਆਦਾ ਨੇ, ਖਰਚਾ ਬਹੁਤ ਜ਼ਿਆਦਾ, ਮਹਿੰਗਾਈ ਬਹੁਤ ਜ਼ਿਆਦਾ। ਕਿੰਨਾ ਕੁ ਤੁਹਾਨੂੰ ਮੁਸ਼ਕਿਲ ਆ ਰਹੀ ਆ ਸਾਰਾ ਕੁਝ ਸੈੱਟ ਕਰਨ? ਦੇਖੋ ਜੀ, ਟੋਰਾਂਟੋ ਹੁਣ ਸਭ ਤੋਂ ਕਾਸਟਲੀ ਸਿਟੀ ਦੇ ਵਿੱਚ ਆ ਜਾਂਦਾ ਕੈਨੇਡਾ ਦੇ ਵਿੱਚ।
ਇੱਥੇ PR ਬੰਦੇ ਲਈ ਬਹੁਤ ਮੁਸ਼ਕਿਲ ਹੈ ਆਪਣੇ ਆਪ ਨੂੰ ਸੈੱਟ ਕਰਨਾ, ਤੇ ਜਿਹੜਾ ਸਟੂਡੈਂਟ ਆ ਰਿਹਾ ਬੱਚਾ ਉਹਦੇ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਿਲ, ਉਹਨੇ ਪੜ੍ਹਾਈ ਵੀ ਕਰਨੀ ਆ, ਆਪਣੀ ਕੰਮ ਵੀ ਲੱਭਣਾ, ਫੀਸਾਂ ਵੀ ਭਰਨੀਆਂ, ਬਹੁਤ ਕਾਫੀ ਮੁਸ਼ਕਿਲ ਕਹੂੰਗਾ ਵੀ ਸਟੂਡੈਂਟ ਵਾਸਤੇ ਕਾਫੀ ਮੁਸ਼ਕਿਲ ਆ। ਸੁਸਾਈਡ ਦੇ ਮੈਟਰਸ ਬਹੁਤ ਹੋ ਰਿਹਾ, ਇੱਕ ਤਾਂ ਡਿਪਰੈਸ਼ਨ ਕਰਕੇ ਹੋ ਰਿਹਾ, ਦੂਜਾ ਅੱਜ ਕੱਲ੍ਹ ਕੀ ਹੋ ਰਿਹਾ, ਬਹੁਤ ਟ੍ਰੈਂਡ ਹੀ ਚੱਲ ਪਿਆ ਕਿ ਮੁੰਡਾ ਕੁੜੀ ਦਾ ਵਿਆਹ ਕੀਤਾ ਜਾਂਦਾ, ਕੁੜੀ ਤੋਂ ਆਇਲਸ ਕਰਵਾਈ ਜਾਂਦੀ ਆ, ਸਾਰਾ ਖਰਚਾ ਲਗਾ ਕੇ ਭੇਜਿਆ ਜਾਂਦਾ। ਇੱਥੇ ਆ ਕੇ ਮੁੰਡਾ ਜਾਂ ਕੁੜੀ ਚੋਂ ਇੱਕ ਜਿਹੜਾ ਪਾਰਟਨਰ ਆ ਉਹ ਮੁੱਕਰ ਜਾਂਦਾ ਬੁਲਾਉਣ ਤੋਂ, ਤਾਂ ਪਿੱਛੇ ਬੈਠਿਆਂ ਨੂੰ ਜ਼ਿਆਦਾ ਸਟ੍ਰੈਸ ਹੁੰਦਾ ਆ, ਸੁਸਾਈਡ ਦੇ ਕੇਸਿਸ ਬਹੁਤ ਆ ਰਹੇ ਆ। ਇਹ ਮੈਰਿਜਸ ਲਈ ਕੌਣ ਜ਼ਿਆਦਾ ਰਿਸਪੌਂਸੀਬਲ ਆ, ਬੱਚੇ ਖੁਦ ਜਾਂ ਫਿਰ ਪੇਰੈਂਟਸ? ਜੀ ਇਹਦੇ ਵਿੱਚ ਜੀ ਮੈਂ ਕਹੂੰਗਾ ਵੀ ਜਿਹੜੇ ਮੁੰਡੇ ਵਾਲੇ ਜਿੱਦਾਂ ਕੁੜੀ ਲੱਭਦੇ ਆ, ਕੋਈ ਆਈਲੈਟਸ ਜਿਹਨੇ ਕੀਤੀ ਹੋਵੇ ਜਾਂ ਬਾਹਰ ਲੈ ਜੇ ਸਾਡੇ ਮੁੰਡੇ ਨੂੰ, ਉਹਨਾਂ ਦੀ ਮੋਟੀਵੇਸ਼ਨ ਗਲਤ ਹੈ ਜੀ। ਕਿ ਵਿਆਹ ਤੁਸੀਂ ਇਸ ਪਰਪਸ ਲਈ ਕਰ ਰਹੇ ਹੋ ਕਿ ਕੱਲ ਨੂੰ ਸਾਡੇ ਮੁੰਡੇ ਨੂੰ ਬਾਹਰ ਲੈ ਜਾਏਗੀ ਕੁੜੀ ਔਰ ਬਾਹਰ ਸੈੱਟ ਕਰ ਦੇਗੀ, ਮੋਟੀਵੇਸ਼ਨ ਗਲਤ ਹੈ। ਪੇਰੈਂਟਸ ਨੂੰ ਜੇ ਆਪਣਾ ਬੱਚਾ ਜੇ ਉਹਨਾਂ ਦਾ ਲਾਇਕ ਹੈ ਬਾਹਰ ਜਾਣ ਦੇ ਤੇ ਉਹਨੂੰ ਭੇਜਣਾ ਚਾਹੀਦਾ, ਬਟ ਕਿਸੇ ਕੁੜੀ ਦੇ ਨਾਲ ਵਿਆਹ ਕਰਕੇ ਜਾਂ ਪਿੱਛੇ ਮੇਨ ਮੋਟੀਵੇਸ਼ਨ ਇਹੀ ਹੈ ਕਿ ਉਹ ਸਾਡੇ ਮੁੰਡੇ ਨੂੰ ਕੈਨੇਡਾ ਲੈ ਜਾਏਗੀ, ਜਿਹੜੀ ਉਹ ਮੇਨ ਮੋਟੀਵੇਸ਼ਨ ਆ ਵਿਆਹ ਦੀ ਉਹ ਕਿਤੇ ਨਾ ਕਿਤੇ ਗਲਤ ਹੋ ਜਾਂਦੀ ਆ। ਇਹ ਗਲਤ ਹੈ ਮੋਟੀਵੇਸ਼ਨ, ਤੇ ਇਹਦੇ ਮੈਂ ਕਹੂੰਗਾ ਪੇਰੈਂਟਸ ਵੀ ਜ਼ਿੰਮੇਵਾਰ ਨੇ ਇਹਦੇ ਵਿੱਚ ਕਿ ਜੇ ਤੁਹਾਡਾ ਬੱਚਾ ਖੁਦ ਲਾਇਕ ਹੈ, ਖੁਦ ਆਈਲੈਟਸ ਕਰ ਸਕਦਾ, ਕਿਸੇ ਨਾ ਕਿਸੇ ਤਰੀਕੇ ਬਾਹਰ ਜਾ ਸਕਦਾ, ਉਹਨੂੰ ਆਪਣੇ ਬਲਬੂਤੇ 'ਤੇ ਭੇਜੋ। ਜਿਹੜਾ ਤੁਸੀਂ ਕਿਸੇ ਦੀ ਵਿਆਹ ਮੋਟੀਵੇਸ਼ਨ ਹੈ ਇਹ ਇੰਨਾ ਕਰ ਰਹੇ ਹੋ ਕਿ ਕੱਲ੍ਹ ਨੂੰ ਸਾਡੇ ਬੱਚੇ ਨੂੰ ਕੈਨੇਡਾ ਲੈ ਜਾਏਗੀ, ਉਹ ਗਲਤ ਹੈ ਕਿਤੇ ਨਾ ਕਿਤੇ। ਪਹਿਲਾਂ ਹੁੰਦਾ ਸੀ ਕਿ ਮੁੰਡਿਆਂ ਦੇ ਮੁੱਲ ਪੈਂਦੇ ਸੀਗੇ ਤੇ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਦੇ ਮੁੱਲ ਪੈ ਰਹੇ ਨੇ। 130 35 ਲੱਖ ਲਗਾ ਕੇ ਕੁੜੀਆਂ ਭੇਜੀਆਂ ਜਾ ਰਹੀਆਂ ਨੇ। ਚਲੋ ਕੋਈ ਮਾੜੀ ਗੱਲ ਨਹੀਂ, ਕਿਸੇ ਗਰੀਬ ਪਰਿਵਾਰ ਦੀ ਕੁੜੀ ਨਿਕਲਦੀ ਆ, ਲਾਈਫ ਸੈੱਟ ਹੁੰਦੀ ਆ, ਬਟ ਜਦੋਂ ਕੁੜੀ ਇੱਥੇ ਆ ਕੇ ਮੁੱਕਰਦੀ ਆ ਉਹਦੇ ਪੇਰੈਂਟਸ ਵੀ ਉਹਦਾ ਹੀ ਸਾਥ ਦਿੰਦੇ ਆ, ਰਦਰ ਦੈਨ ਕਿ ਸੇਇੰਗ ਕਿ ਮੁੰਡੇ ਵਾਲਿਆਂ ਨੇ ਇੰਨਾ ਖਰਚਾ ਕੀਤਾ ਜੋ ਅਸੀਂ ਅਫੋਰਡ ਨਹੀਂ ਕਰ ਸਕਦੇ ਸੀ ਉਹਨਾਂ ਨੇ ਕੀਤਾ ਆ। ਸੋ ਵੀ ਤੁਹਾਨੂੰ ਅੱਗੇ ਜਾ ਕੇ ਤੁਹਾਡੀ ਲਾਈਫ ਕਿਵੇਂ ਹੋਣੀ ਆ ਤੁਸੀਂ ਡਿਸੀਜਨ ਲੈ ਸਕਦੇ ਹੋ, ਪਰ ਇੱਕ ਵਾਰੀ ਮੁੰਡੇ ਨੂੰ ਬੁਲਾਉਣਾ ਤੁਹਾਡਾ ਫਰਜ਼ ਬਣਦਾ। ਦੇਖੋ ਜੀ ਦੋਨੋਂ ਹੀ ਪਾਰਟੀਆਂ ਗਲਤ ਨੇ, ਕੁੜੀ ਵਾਲੇ ਵੀ ਗਲਤ ਨੇ। ਜੇ ਕੁੜੀ ਵਾਲਿਆਂ ਨੇ ਸਹੀ ਤਰੀਕੇ ਨਾਲ ਵਿਆਹ ਕੀਤਾ, ਜੋ ਵੀ ਪ੍ਰੋਮਿਸਿਸ ਕੀਤੇ ਆ ਵਿਆਹ ਦੇ ਉਹ ਲਾਇਬਲ ਨੇ, ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ। ਬਟ ਇੱਥੇ ਦਾ ਲਾਅ ਇੱਦਾਂ ਦਾ ਕਿ ਕੁੜੀਆਂ ਇੱਥੇ ਆ ਕੇ ਆਪਣੇ ਆਪ ਨੂੰ ਫ੍ਰੀ ਫੀਲ ਕਰਦੀਆਂ ਨੇ। ਇੱਥੇ ਦੇ ਲਾਅ ਇੰਡੀਆ ਨਾਲੋਂ ਡਿਫਰੈਂਟ ਨੇ। ਜੇ ਉਹਨਾਂ ਨੂੰ ਆਪਣਾ ਪਾਰਟਨਰ ਕਿਸੇ ਵੀ ਗੱਲ ਤੋਂ ਨਹੀਂ ਪਸੰਦ ਜਾਂ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਇਹ ਸੀਗਾ ਵੀ ਨਹੀਂ ਮੈਂ ਕੈਨੇਡਾ ਜਾ ਕੇ ਵੀ ਨਹੀਂ ਬੁਲਾਉਣਾ ਇਹਨੂੰ, ਤੇ ਆਪਾਂ ਬਹੁਤਾ ਕੁਝ ਕਰ ਨਹੀਂ ਸਕਦੇ ਕਿਉਂਕਿ ਕੈਨੇਡਾ 'ਚ ਵਿਆਹ ਰਜਿਸਟਰ ਨਹੀਂ ਹੋਇਆ ਹੁੰਦਾ। ਇੰਡੀਆ ਦੇ ਕੋਰਟ ਕਚਹਿਰੀਆਂ 'ਚ ਕੋਈ ਕੁੜੀ ਵਾਪਸ ਜਾਂਦੀ ਨਹੀਂ ਆ ਤੇ ਬਹੁਤ ਡਿਫਿਕਲਟ ਹੋ ਜਾਂਦਾ। ਮੈਂ ਤਾਂ ਕਹਿੰਦਾ ਮੋਟੀਵੇਸ਼ਨ ਹੀ ਗਲਤ ਹੈ ਵਿਆਹ ਕਰਾਉਣ ਦੀ। ਵਿਆਹ ਇੱਦਾਂ ਦਾ ਹੋਣਾ ਹੀ ਨਹੀਂ ਚਾਹੀਦਾ। ਜਿਹੜੇ ਇਸ ਵਕਤ ਆ ਕੇ ਇੱਥੇ ਵਰਕ ਪਰਮਿਟ ਦੇ ਉੱਤੇ, ਜਿਵੇਂ ਮੇਰੀ ਸੁਮਿਤ ਭਾਜੀ ਨਾਲ ਵੀ ਗੱਲਬਾਤ ਹੋ ਰਹੀ ਸੀਗੀ ਕਿ ਸਾਡੀ ਕਮਿਊਨਿਟੀ ਵੀ ਕਿਤੇ ਨਾ ਕਿਤੇ ਜ਼ਿੰਮੇਦਾਰ ਆ। ਅਸੀਂ ਬੱਚੇ ਇੱਥੇ ਕੰਮ ਕਰਦੇ ਆ, ਉਹਨਾਂ ਨੂੰ ਪ੍ਰੋਪਰ ਪੇ ਰੇਟ ਨਹੀਂ ਦਿੱਤਾ ਜਾਂਦਾ। ਚਲੋ ਠੀਕ ਹੈ ਕਿ ਸਮਟਾਈਮਸ ਉਹ ਇਲੀਗਲ ਵੇ ਨਾਲ ਕੰਮ ਕਰਦੇ ਆ, 20 ਘੰਟੇ ਤੋਂ ਵੱਧ ਕੰਮ ਕਰਦੇ ਆ, ਪਰ ਸਾਡੇ ਆਪਣੇ ਲੋਕ ਹੀ ਉਹਨਾਂ ਨੂੰ ਕਈ ਵਾਰੀ ਤਨਖਾਹ ਨਹੀਂ ਦਿੰਦੇ, ਉਹਨਾਂ ਨੂੰ ਘੱਟ ਪੈਸੇ ਦਿੰਦੇ ਆ, ਜਦ ਕਿ ਜਿਹੜੇ ਟੂਰਿਸਟ ਵੀਜ਼ਾ 'ਤੇ ਆਏ ਹੁੰਦੇ ਆ ਉਹ ਵੀ ਇੱਥੇ ਆ ਕੇ ਕੰਮ ਕਰਦੇ ਆ। ਇਹ ਲੂਪ ਹੋਲਸ ਜਿਹੜੇ ਹੈਗੇ ਆ, ਇਹ ਸਰਕਾਰ ਦੀ ਗਲਤੀ ਆ ਕਿ ਇੰਨਾ ਸ਼ੋਸ਼ਣ ਹੋ ਰਿਹਾ, ਜਾਂ ਇਹ ਸਾਡੀ ਆਪਦੀ ਕਮਿਊਨਿਟੀ ਦੀ ਗਲਤੀ ਆ ਕਿ ਅੰਦਰ ਖਾਤੀ ਅਸੀਂ ਸਭ ਕੁਝ ਚਲਾ ਰਹੇ ਹਾਂ? ਦੇਖੋ ਜੀ, ਕੈਨੇਡਾ ਆਉਣ ਤੋਂ ਪਹਿਲੇ ਮੈਂ ਆਸਟ੍ਰੇਲੀਆ ਸੀਗਾ, ਬਟ ਟੂ ਬੀ ਵੈਰੀ ਓਨੈਸਟ ਆਸਟ੍ਰੇਲੀਆ ਦੇ ਰੂਲ ਥੋੜ੍ਹੇ ਜ਼ਿਆਦਾ ਟਫ ਸੀਗੇ। ਉੱਥੇ ਸਰਕਾਰ ਦੀ ਪ੍ਰੋਪਰ ਕੰਟਰੋਲ ਹੁੰਦਾ ਸੀਗਾ, ਤੁਹਾਡੇ ਟੈਕਸ ਫਾਈਲ ਨੰਬਰ ਨਾਲ ਸਾਰਾ ਕੁਝ ਲਿੰਕਡ ਹੁੰਦਾ ਸੀਗਾ। ਬਟ ਇੱਥੇ ਕਿਤੇ ਨਾ ਕਿਤੇ ਸਰਕਾਰ ਨੂੰ ਸਭ ਕੁਝ ਪਤਾ ਹੁੰਦੇ ਹੋਏ ਵੀ ਸਰਕਾਰ ਨੇ ਕਹਿ ਲਓ ਵੀ ਅੱਖਾਂ ਮੀਚੀਆਂ ਹੋਈਆਂ ਨੇ, ਜਾਂ ਜੋ ਵੀ ਐਕਸਪਲੋਇਟੇਸ਼ਨ ਹੋ ਰਹੀ ਹੈ ਇਹਦਾ ਕਿਤੇ ਨਾ ਕਿਤੇ ਗਵਰਨਮੈਂਟ ਵੀ ਜ਼ਿੰਮੇਵਾਰ, ਔਰ ਗਵਰਨਮੈਂਟ ਨੂੰ ਪਤਾ ਹੈ ਕਿੱਦਾਂ ਹੋ ਰਹੀ ਹੈ, ਕਿਉਂ ਹੋ ਰਹੀ ਹੈ, ਬਟ ਕੁਝ ਕਰ ਨਹੀਂ ਰਹੀ ਗਵਰਨਮੈਂਟ। ਆਈ ਡੋਂਟ ਨੋ ਵਾਈ। ਅਸੀਂ ਇੱਥੇ ਆਉਂਦੇ ਹਾਂ ਨਾ, ਸੋਚਦੇ ਹਾਂ ਕਿ ਅਸੀਂ ਕੈਨੇਡਾ ਆ ਗਏ ਹਾਂ, ਪਰ ਜਦੋਂ ਪਲਾਜ਼ਿਆਂ 'ਚ ਜਾਂਦੇ ਹਾਂ, ਜਿਸ ਤਰੀਕੇ ਨਾਲ ਲਾਊਡ ਮਿਊਜ਼ਿਕ ਵੱਜ ਰਿਹਾ ਹੁੰਦਾ ਐਂਡ ਆਲ ਦੈਟ, ਹੈ ਨਾ, ਬੱਚੇ ਪੜ੍ਹਨ ਲਈ ਆਉਂਦੇ ਆ ਇੱਥੇ, ਸਭ ਕੁਝ ਕਰਦੇ ਆ, ਚਲੋ ਆਪਣੇ ਸ਼ੌਂਕ ਵੀ ਪੂਰੇ ਕਰਨੇ ਆ, ਪਰ ਕਈ ਵਾਰੀ ਜਦੋਂ ਆ ਪੁੱਠੇ ਕੰਮਾਂ ਵਿੱਚ ਪੈ ਜਾਂਦੇ ਆ ਜਾਂ ਆਪਸ ਦੇ ਵਿੱਚ ਲੜਾਈ ਝਗੜੇ ਦੀਆਂ ਖਬਰਾਂ ਬਹੁਤ ਆ ਰਹੀਆਂ ਨੇ, ਇਹ ਦੂਜਿਆਂ ਲਈ ਵੀ ਕੰਡੇ ਨਹੀਂ ਬੀਜ ਰਹੇ ਹੈਗੇ ਜਿਹੜੇ ਹੋਰ ਆਉਣਾ ਚਾਹੁੰਦੇ ਆ। ਬਿਲਕੁਲ ਜੀ, ਇਹ ਮੁਲਕ ਬਹੁਤ ਵਧੀਆ ਹੈਗਾ, ਬਟ ਮਾਹੌਲ ਖ਼ਰਾਬ ਹੋ ਰਿਹਾ ਕਿਤੇ ਨਾ ਕਿਤੇ। ਮੇਰਾ ਫਰੈਂਡ ਮੈਨੂੰ ਸ਼ੈਡਨ ਪਲਾਜ਼ਾ ਹੀ ਲੈ ਗਿਆ ਸੀਗਾ ਤੇ ਮੈਂ ਕਾਫੀ ਕਹਿ ਲਓ ਵੀ ਹੈਰਾਨ ਸੀਗਾ ਮਾਹੌਲ ਦੇਖ ਕੇ। ਵੱਡੀਆਂ ਕਾਰਾਂ ਰੱਖੀਆਂ ਹੋਈਆਂ ਨੇ, ਲਾਊਡ ਮਿਊਜ਼ਿਕ ਚੱਲ ਰਹੇ ਨੇ। ਆਈ ਮੀਨ ਇਹ ਜੋ ਵੀ ਹੈ ਗਲਤ ਹੈ। ਸਟੂਡੈਂਟਸ ਨੂੰ ਆ ਕੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ। ਆਪਣੇ ਮਹਿੰਗੀਆਂ ਕਾਰਾਂ ਲੈ ਲੈਂਦੇ ਨੇ, ਔਰ 4-5 ਜਣੇ ਰਲ ਕੇ ਕਾਰ ਲੈ ਲੈਂਦੇ ਨੇ, ਐਂਡ ਮਾਹੌਲ ਨੂੰ ਖ਼ਰਾਬ ਕੀਤਾ ਜਾ ਰਿਹਾ। ਆਪਾਂ ਵੀਡੀਓਜ਼ ਰੋਜ਼ ਦੇਖਦੇ ਹਾਂ, ਲੜਾਈ ਹੋ ਰਹੀ ਹੈ, ਐਂਡ ਇਹਦਾ ਕਮਿਊਨਿਟੀ 'ਤੇ ਬੈਡ ਇਫੈਕਟ ਪੈ ਰਿਹਾ, ਬੈਡ ਨੇਮ ਹੋ ਰਿਹਾ ਆਪਣੀ ਕਮਿਊਨਿਟੀ ਦਾ। ਇਹ ਬੱਚਿਆਂ ਨੂੰ ਮਤਲਬ ਸਿਆਣੇ ਬਣਨਾ ਚਾਹੀਦਾ। ਕਸਟਮਾਈਜ਼ ਨੰਬਰ ਪਲੇਟਸ ਵੀ ਪੜੀਆਂ ਹੋਣਗੀਆਂ, ਕਿਵੇਂ ਦਾ ਲੱਗਦਾ? ਹਾਂਜੀ, ਕਸਟਮਾਈਜ਼ ਨੰਬਰ ਪਲੇਟ ਬਾਰੇ ਸਭ ਨੂੰ ਪਤਾ ਹੀ ਆ, ਤੇ ਉਹ ਇੱਕ ਮੇਰੇ ਹਿਸਾਬ ਨਾਲ ਤੇ ਉਹ ਫालतू ਖਰਚਾ ਜੀ। ਔਰ ਇਹ ਸਟੂਡੈਂਟਸ ਨੂੰ ਸਿਆਣੇ ਬਣਨਾ ਚਾਹੀਦਾ। ਜੇ ਪੜ੍ਹਾਈ ਕਰਨਾ ਹੈ ਉਹ ਪੜ੍ਹਾਈ ਵੱਲ ਧਿਆਨ ਦਿਓ, ਆਪਣੇ ਪਰਮਾਨੈਂਟ ਰੈਜ਼ੀਡੈਂਸੀ ਕਿੱਦਾਂ ਕਰਨੀ ਹੈ ਉਹਦੇ ਵੱਲ ਧਿਆਨ ਦਿਓ, ਆਪਣੇ ਗੁੱਡ ਫਾਈਨੈਂਸ਼ੀਅਲ ਡਿਸੀਜਨ ਲਓ, ਆਪਣੀ ਕੋਈ ਕਿਸੇ ਪਾਸੇ ਇੱਦਾਂ ਦੀ ਇਨਵੈਸਟਮੈਂਟ ਕਰੋ ਜਿਹੜਾ ਤੁਹਾਡਾ ਮਨੀ ਗਰੋ ਕਰੇ। ਆਪਾਂ ਵੱਡੀਆਂ ਕਾਰਾਂ ਲੈ ਲੈਂਦੇ, ਉਹਨਾਂ ਪੈਸਾ ਡੈਪਰੀਸ਼ੀਏਟ ਹੀ ਹੋ ਰਿਹਾ, ਤੁਹਾਡਾ ਘੱਟ ਹੀ ਰਿਹਾ ਪੈਸਾ, ਉਹ ਵੱਧ ਨਹੀਂ ਰਿਹਾ। ਕਹਿ ਸਕਦੇ ਹਾਂ ਕਿ ਕਿਸੇ ਟਾਈਮ ਮਿਨੀ ਪੰਜਾਬ ਕਹਿੰਦੇ ਸੀ ਇੱਥੇ, ਤੇ ਹੁਣੇ ਟੋਟਲੀ ਪੰਜਾਬ ਹੀ ਬਣ ਚੁੱਕਾ।
ਹਾਂਜੀ ਹਾਂਜੀ, ਟੋਟਲ ਪੰਜਾਬ ਨਾਲੋਂ ਵੱਧ ਹੀ ਅੱਗੇ, ਇੱਕ ਸਟੈਪ ਅੱਗੇ ਹੀ ਹੁਣ ਚੱਲ ਰਿਹਾ। ਆਈ ਮੀਨ ਸਾਰੇ ਵੇ ਨਾਲ ਹੀ ਤੁਸੀਂ ਲਾ ਲਓ ਵੀ ਸਟੂਡੈਂਟਸ, ਆਪਾਂ ਇਹ ਨਹੀਂ ਕਹਿ ਸਕਦੇ 100% ਸਟੂਡੈਂਟਸ ਗਲਤ ਨੇ, ਬਟ ਕਿਤੇ ਨਾ ਕਿਤੇ ਮੈਨੂੰ ਲੱਗਦਾ 50% ਗਲਤ ਨੇ। ਹਾਂਜੀ, ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਬਹੁਤ ਸਾਰੇ ਦਰਸ਼ਕ ਆਲੇ ਦੁਆਲੇ ਦੇ ਦੇਸ਼ਾਂ ਤੋਂ ਵੀ ਦੇਖ ਰਹੇ ਹੋਣੇ ਆ, ਕੀ ਕਹਿਣਾ ਚਾਹੋਗੇ ਜਿਹੜੇ ਸੋਚ ਰਹੇ ਨੇ ਕਿ ਕੈਨੇਡਾ ਵਿੱਚ ਆ ਕੇ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਆ? ਕਿੰਨੀ ਕਿ ਟਫ ਲਾਈਫ ਆ ਜਾਂ ਕਿੰਨੀ ਕਿ ਸੌਖੀ ਲਾਈਫ ਆ? ਕਿੰਨਾ ਟਾਈਮ ਸਟਰਗਲ ਮੰਗਦਾ? ਦੇਖੋ ਜੀ, ਸ਼ੁਰੂ 'ਚ ਜਿਹੜੇ ਸਟੂਡੈਂਟਸ ਇੱਥੇ ਆ ਰਹੇ ਨੇ ਉਹਨਾਂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ 4 ਤੋਂ 5 ਸਾਲ ਤੇ ਸਟਰਗਲ ਹੈ ਹੀ ਆ। ਆਪਣੇ ਡਿਸੀਜਨਸ ਜਿਹੜੇ ਆ ਬਸ ਆਪਣੇ ਸੋਚ ਸਮਝ ਕੇ ਅੱਛੇ ਡਿਸੀਜਨ ਲਓ, ਬੈਡ ਡਿਸੀਜਨ ਕਦੀ ਨਾ ਲਓ। ਪੜ੍ਹਾਈ ਕਰਨ ਆਏ ਹੋ, ਪੜ੍ਹਾਈ ਵੱਲ ਤੁਹਾਡਾ ਮੇਜਰ ਧਿਆਨ ਹੋਣਾ ਚਾਹੀਦਾ। ਅੱਛੇ ਤਰੀਕੇ ਨਾਲ ਪੜ੍ਹੋ। ਮੈਨੂੰ ਇਹ ਵੀ ਸੁਣਨ 'ਚ ਆਇਆ ਕਿ ਬੱਚੇ ਕਿਸੇ ਨਾ ਕਿਸੇ ਨੂੰ ਪੈਸੇ ਦੇ ਕੇ ਜਾਂ ਕੁਝ ਅਸਾਈਨਮੈਂਟਸ ਬਣਾ ਲੈਂਦੇ ਆ, ਇੱਦਾਂ ਨਾ ਕਰੋ। ਆਪਣੇ ਪੜ੍ਹੋ, ਆਪਣੇ ਖੁਦ ਅਸਾਈਨਮੈਂਟਸ ਬਣਾਓ, ਖੁਦ ਪੇਪਰ ਕਲੀਅਰ ਕਰੋ। ਜਿੰਨਾ ਸਰਕਾਰ ਵੱਲੋਂ ਅਲਾਊਡ ਆ ਕੰਮ ਉਹਨਾਂ ਕੰਮ ਕਰੋ। ਫੀਸਾਂ ਅਗਰ ਘਰੋਂ ਵੀ ਮੰਗਾਉਣੀਆਂ ਪੈਣ ਤੇ ਕੋਈ ਗੱਲ ਨਹੀਂ ਆ, ਤੁਸੀਂ PR ਹੋ ਕੇ ਉਹ ਤੋਂ ਵੱਧ ਪੈਸੇ ਕਮਾ ਲੈਣੇ ਆ। ਬਟ ਜਿਹੜਾ ਟਾਈਮ ਪੜ੍ਹਨ ਦਾ ਉਹ 'ਚ ਪੜ੍ਹੋ। ਜੇ ਟਾਈਮ ਹੱਥੋਂ ਨਿਕਲ ਗਿਆ ਤੇ ਫਿਰ ਵਾਪਸ ਨਹੀਂ ਆਉਣਾ। बेसिकली कहाँ से हैं आप? हम लोग पाकिस्तान से हैं। और पाकिस्तान के मुकाबले कनाडा में लाइफ की बात की जाए तो आपको कौन सी चीज़ें बेहतरीन लगी और कौन सी लगी कि नहीं ये अपने मुल्क में ज़्यादा बेहतर थी? ऑलमोस्ट वो तो अपना मुल्क तो खैर अपना होता है, बहुत सारी चीज़ें जो होती हैं अपने वहाँ हो तो फिर अपने वहीं होते। मुझे इसलिए कनाडा पसंद है कि मेरे सारे बच्चे जहाँ पर हैं और 6 के 6 बच्चे हम खुद ही लेकर आए थे। उन्होंने यहीं पर 3 बच्चों ने यहीं से एजुकेशन मिली और यहीं पर माशाल्लाह वेल सेटल। यहीं इनकी 3 बच्चों की शादियां भी मैंने यहीं की। अल्हम्दुलिल्लाह इस वजह से मैं बहुत खुश हूँ कि मेरे सारे बच्चे मेरे साथ हैं। पाकिस्तान में वालिदैन हो तो जाना ज़्यादा खुशी होती है, लेकिन बहन भाइयों में भाई है उसके पास जाते हैं। इनका भाई है, पिछले साल हम उनके पास भी गए थे, तो साल 2 साल में पाकिस्तान जाते रहते हैं। वहाँ भी बहुत अच्छा लगता है जाके जब अपनों से मिलते हैं। बच्चे जाना पसंद करते हैं कि वापस? तो अभी नहीं गए कोई भी मेरे बच्चे तो कब नहीं गए अभी। पाकिस्तानी स्टोर्स भी यहाँ पर बहुत है, एशियन स्टोर्स अभी बहुत है। अभी वो चीज़ कोई भी ऐसी नहीं है कि हम मिस करें कि ये चीज़ वहाँ पर मिलती थी यहाँ पहले एक वक्त होता था कि वहाँ हम चाहते थे कि वहाँ से मसाले उठा कर ले आएँ या कर लें। अगर हमें कोई अब कहता है भी आपको ऐसी चीज़ कोई भेज दें, उनका नो। अब हमें यहाँ पर सब देसी चीज़ें मिलती हैं, तो लिहाजा हम यहाँ की हमारी इकॉनमी को ऊपर बूस्ट करना चाहते हैं। जो अपनों ने हमारे ने स्टोर्स खोले हुए हैं उनको भी फ़ायदा होना चाहिए, तो इसलिए हम यहीं पर शॉपिंग करना पसंद करते हैं। सर, काम की बात करें तो कितना टफ था यहाँ पर आकर काम करना? कितना मुश्किल लगा और कैसे सेटलमेंट हुई? एक्चुअली मैं बेसिकली बैंकर था, लेकिन यहाँ जब मैं आया तो मेरे पास जो वीज़ा मुझे मिला वो इंटरप्रेटर का था। तो मैं सऊदी अरब में तकरीबन ऑलमोस्ट क्वार्टर सेंचुरी गुजार के आया था। तो मैंने यहाँ के पहला बिज़नेस किया, फिर इंटरप्रेटर की अपना जो कंडीशन थी वो पूरी की। तो मेरे 6 बच्चे मैं लेके आया था, तो माशाल्लाह वेल सेटल्ड है। तो दे आर हाईली क्वालिफाइड, सबकी शादियाँ हो गई यहाँ पे। मैंने बिज़नेस भी किया, फिर बाद में मैं एक्सपोर्ट किए मैंने यहाँ से दालें वगैरह, और साथ में कंस्ट्रक्शन में भी आ गया मैं। तो अब ये है कि आई एम टोटली सेटल, आई एम इंडिपेंडेंट। मैं किसी बच्चे पे आई एम ना किस बोझ नहीं हूँ मैं। एक चीज़ मैंने यहाँ पर देखी है कि अपने वहाँ पर मुल्कों में हिंदुस्तान पाकिस्तान की बात होती है जो भी होती है, लेकिन यहाँ पर एक ही कम्युनिटी इतना मिलजुल कर रहते हैं, एक ही स्टोर में सभी चीज़ें उपलब्ध होती हैं। तो जो एकता यहाँ पर देखने को मिलती है वो उसके बारे में क्या कहना चाहिए? नहीं, यहाँ तो वो आपकी बात तो बिल्कुल सही है। यहाँ पे तो यूनिटी है, कम्युनिटीज आपस में मिल के बात करती हैं। तो यहाँ पे सबसे बड़ी बात यह है कि मोहल्ला जो हमारा है इसमें सब कम्युनिटीज़ के लोग हैं। इंडियन भी हैं, पाकिस्तानी भी हैं, गोरे भी हैं यहाँ पे। और हम हर साल जून में तो पार्टी करते हैं, सब मिलजुल के रहते हैं। वैसे भी हमारी स्ट्रीट पार्टी करते हैं। इसके अलावा फिर थ्रू आउट द ईयर भी वैसे भी हम अपने व्हाट्सएप ग्रुप है हमारा, किसी को कोई प्रॉब्लम हो तो सब मिलजुल के हल करते हैं। तो
हमें अपने ओकेजन्स मनाने का तो यहाँ पर पूरी छूट मिली हुई है, लेकिन अगर हम बात करें कि हम यहाँ पर आप सभी वो यहाँ के त्यौहार भी मनाते हैं, जैसे आपने बोला कि मिक्स कम्युनिटी रहती है तो सभी मिलजुल कर मनाते हैं। हाँ, बिल्कुल सब मिक्स करते हैं बिल्कुल। तो जब हमारी ईद होती है तो हम अपने पड़ोस पे मिठाई भेजते हैं, वो हमें कंग्रेचुलेट करते हैं, विश करते हैं। जैसे वो दूसरी कम्युनिटीज़ की होती है तो हम उनको देते हैं, उनके दरवाजे के आगे जहाँ फूल रखते हैं, उनको मिठाई देते हैं। तो लाइकवाइज वो भी हमें विश करते हैं। तो इट्स अ गुड गेस्चर, एक दूसरे का हम बड़ी ग्रीट करते हैं। एवरीबॉडी रियलाइज बिल्कुल। एक आजकल बहुत क्वेश्चन जो रेज हो रहा है इमिग्रेशन के ऊपर, बहुत क्वेश्चंस बन रहे हैं कि इमिग्रेंट्स आ रहे हैं तो यहाँ पर थोड़ा सा मतलब क्राइम भी बढ़ रहा है। तो इसके बारे में आपको क्या लगता है कि यहाँ पर रूल्स एंड रेगुलेशंस और ज़्यादा टफ होने चाहिए, और हमारी कम्युनिटी जो आकर यहाँ पर कर रही है उसके कारण जो रूल्स हार्ड हो रहे हैं, जो आना चाहते हैं उनके लिए भी हम मुश्किलें क्रिएट कर रहे हैं? नहीं, ऐसा तो नहीं है। पूरी दुनिया में देखें क्राइम तो अपनी जगह होते हैं। तो जहाँ इंसान है वहाँ पे क्राइम का फैक्टर तो अपनी जगह है, लेकिन यहाँ पे रूल्स और रेगुलेशन काफ़ी टफ है। रिसेंटली एक दो जो वाक़े हुए हैं आप सब देखा है, गवर्नमेंट ने टॉप लेवल से लेके सब ने पार्टिसिपेट किया है, सब ने अप्रिशिएट किया है। और रिसेंटली उस सिलसिले में इस सास्केज वगैरह में जो दो एक्सट्रीमिस्ट पार्टी थी, दोनों को बैन भी कर दिया गवर्नमेंट ने। तो दिस इज आई एम हैप्पी देयर इज लॉज एंड रेगुलेशंस एंड इम्प्लीमेंटेशन आल्सो देयर। जो पाकिस्तान से अभी सोच रहे हैं कनाडा आने के लिए, मूव होने के लिए, तो उन्हें क्या कहना चाहेंगे? कोई पॉजिटिव मैसेज देना चाहेंगे आप अपने मुल्क में अगर पाकिस्तान आने के लिए कोई सोच रहा है? नहीं, डिपेंड करता है आपके अपने अपने बंदों की सिचुएशन है, जो वहाँ पे स्ट्रगल जिन्होंने करनी है, आइडियल लाइफ गुजारनी है, तो कैनेडा इज़ द बेस्ट। यस, बट शुरू में आके हर बंदे को स्ट्रगल करनी पड़ती है, जीरो से स्टार्ट करना है। तो उसके लिए नॉट इज इजी, इजी। पहले अगर आपने यहाँ पर स्ट्रगल कर ली, आप जमे रहे, फिर तो आपको कामयाबी मिलेगी। बाज़ लोग होते हैं जब स्ट्रगल करना पड़ती है तो फिर सेट नहीं होते, वापस भी चले जाते हैं। तो हम दोनों ने तो बहुत स्ट्रगल की कि हम बच्चों को लेकर आए हैं, तो अल्हम्दुलिल्लाह हमने तो कभी ऐसा मन नहीं हुआ कि इतना स्ट्रगल यहाँ पर करना पड़ रहा है तो अपने मुल्क ही वापस चले जाते हैं? नहीं, ऐसा नहीं हुआ। अगर मेरे बच्चे होते कोई एक दो भी वहाँ तो हो सकता, मैं सोचती है कि मेरे बच्चे सारे वेल सेटल यहाँ पर हैं तो फिर। जब मेरा इंटरव्यू था, वो लंदन में मेरा इंटरव्यू हुआ था, तो उसमें जो वीज़ा ऑफिसर था उसने मुझे ये कहा कि आप तो प्रोफेशन आपका जो है थ्रू आउट बैंकर है, एग्जेक्टिव है, आप बैंक में सीनियर पोजीशन पे, वहाँ जाके अगर आप बिज़नेस करेंगे आप तो आपके लिए बड़ा टफ़ होगा। तो बहुत से लोग जाते हैं वहाँ पे बड़े मायूस होके अपनी लाइफ टाइम सेविंग है वो वेस्ट कर जाते हैं। तो मैं आपको सजेस्ट करूँगा कि वंस यू गो देयर, मैं अभी आपको वीज़ा दे देता हूँ, यू विजिट देयर, एक्सप्लोर करें जाके, और जाते मुझे लिख दें तो मैं आपको दे दूँ, वीज़ा दे दूँगा, परमानेंट वीज़ा दे, इमिग्रेशन दे दूँगा आपको। हालांकि वो मुझे कहने लगा कि आप क्वालिफाई कर चुके हैं, लेकिन जस्ट टू सेफ गार्ड योर इंटरेस्ट, कि आप इतना पैसा लेके जाएंगे, अगर आप वहाँ नहीं सेक्रीफाइस कर पाए तो फिर यू विल लूज अ लॉट ऑफ मनी। लेकिन अल्हम्दुलिल्लाह ये है कि अब सक्सेसफुल बिजनेस किया मैंने, और उसके बड़े लार्ज स्केल पे मैंने बिजनेस किया। तो अभी भी कंस्ट्रक्शन में मैं इन्वॉल्व हूँ, अभी भी आई एम टोटली 100% इन्वॉल्व इन माय बिजनेस टू। यस, बिल्कुल उम्मीद करते हैं कि आप ऐसे। हाँ, यस, आई एम श्योर, यस, एग्जैक्टली। मैम, आपको कितना समय हो गया यहाँ पर आए? हमें अभी 9वां साल शुरू हुआ है, अभी यहाँ आए हुए 9 साल अभी आए हैं, क्योंकि हमारे बेटे ने इमिग्रेट की थी इसी मेरे भाई हैं। कैसा लगा यहाँ का एक्सपीरियंस? अल्हम्दुलिल्लाह बड़ा अच्छा है, बच्चों के साथ रहते हैं अल्हम्दुलिल्लाह। कोई ऐसी मतलब कि जिस तरह पाकिस्तान में मतलब कि बहुत कुछ प्रॉब्लम्स हैं, लेकिन यहाँ आके भी अल्हम्दुलिल्लाह मेरी तो बेटियाँ तीनों पाकिस्तान में हैं, तो ज़ाहिर बात है मेरा तो आना जाना रहता है। हर कोई अपने, किसी का दिल नहीं होता कि अपने मुल्क को छोड़कर जाएं, तो आपको लगता है कि बच्चों ने जो डिसीज़न लिया यहाँ पर आने का एक अच्छा डिसीज़न था? ऑलमोस्ट अच्छा था, लेकिन कुछ ऐसी प्रॉब्लम थी तो जिनको जाहिर सी बात है कि आना पड़ा उनके लिए। तो लेकिन ये है कि अल्हम्दुलिल्लाह वहाँ भी दिल है, यहाँ भी दिल है, क्योंकि मेरे तो बच्चियाँ वहाँ पे हैं, तो ऑलमोस्ट हमारा तकरीबन 2 ईयर्स के बाद जाना होता है। पाकिस्तान के मुकाबले यहाँ पर आपको कौन सी चीज़ सबसे अच्छी लगी और कौन सी आपको अलग लगी कि ये चीज़ वहाँ पर भी होनी चाहिए? लेकिन पाकिस्तान ने भी बहुत तरक्की की है अल्हम्दुलिल्लाह। आप जिस तरह से यहाँ पे देख रहे हैं सब कुछ, लेकिन यहाँ की जो हुकूमत है, यहाँ पे जो मतलब के उनके जो लॉज हैं वो अल्हम्दुलिल्लाह पाकिस्तान से कुछ बेहतर हैं। लेकिन
पाकिस्तान में और इसमें, लेकिन कुछ हमारे हुक्मरान कुछ ऐसे हैं कि मतलब कि वो नहीं तरक्की करने देते या कुछ होते, लेकिन अल्लाह का शुक्र है अल्हम्दुलिल्लाह। मुझे खैर अपना भाई और बहन को तो काफ़ी साल हो गए हैं, लेकिन हमें तो अभी नवा साल शुरू हुआ है अभी 10 फीमेल्स की लाइफ आपको कैसी लगी? क्योंकि हमारे अपने मुल्कों में ये होता है कि चलो या तो घर में बैठ गए, अगर काम भी कर रहे हैं तो फिर भी फैमिली के बाकी मेंबर्स होते हैं घर का काम करने के लिए, लेकिन यहाँ पर औरत को घर का काम भी करना है, बाहर भी देखना है, बच्चों को भी संभालना है। तो औरतों की लाइफ कितनी टफ लगी आपको? बहुत टफ है। लेकिन अगर बाहर की वर्किंग वुमेन है तो जाहिर सी बात है बच्चों को भी देखना। अल्हम्दुलिल्लाह हम तो अपने बेटे के साथ रहते हैं, बच्चों के साथ रहते हैं, कोई मेरे हस्बैंड भी रिटायर हैं और मैं भी अपना हाउस वाइफ हूँ अल्हम्दुलिल्लाह। कोई जारी बात है, अगर दोनों के लिए तो बहुत टफ है, बहुत ज़्यादा। सबसे ज़्यादा हम लोगों की ये चीज़ होती है कि हम लोग यहाँ पर आ गए हैं, हमारे बच्चे भी आ गए हैं, लेकिन जो कमिंग जनरेशन्स होगी उन्हें अपनी रूट्स के साथ कैसे जोड़ कर रखें। तो फिर आप कैसे अपने ग्रैंड चिल्ड्रंस हैं उनके साथ फिर कैसे समय बिताती हैं, अपने इल्म के बारे में कैसे उन्हें बताएं? बहुत अच्छा, बहुत ज़्यादातर स्पेंड करते हैं उनके साथ। जाहिर बात है बच्चे तो अपने अपने काम में बिज़ी होते हैं, उनके पास इतना टाइम ही नहीं होता कि जाहिर बात है बच्चों को भी देखें। अल्हम्दुलिल्लाह जब हम होते हैं पास हैं तो अल्लाह का शुक्र है कि बच्चे भी अपने मतलब के कंफर्टेबल महसूस करते हैं। अल्हम्दुलिल्लाह आई एम कंफर्टेबल लाइफ। सर आपको ऐसे नहीं लगता कि यहाँ पर सिर्फ काम ही है और बच्चों के साथ, पेरेंट्स के साथ टाइम स्पेंड करने का समय कम मिलता है? नहीं, बिल्कुल बहुत ज़्यादा टाइम हम तो एंजॉय कर रहे हैं। हाँ मेरे 2 बेटे हैं मेरे, एक वहाँ नागरा में रहते हैं और एक ब्रैम्पटन में, तो कुछ अर्सा में इनके साथ रहते हैं, कभी दूसरे के साथ रहते हैं। तो कैसा एक्सपीरियंस है? अल्हम्दुलिल्लाह बहुत वी आर हैप्पी। हमें 9 साल होने वाले, तो हमें लग नहीं रहा कि हम 9 साल हो गए हैं, ऐसा लग रहा है अभी चंद महीनों की बात है। और पाकिस्तान भी फिर जाते रहते हैं आप? जी हाँ, हर 2 साल के बाद। अभी मार्च में आए 5 महीने के बाद। लेकिन यहाँ पर जो कोविड के दौरान यहाँ की गवर्नमेंट ने अपने लोगों के लिए किया है वो काफ़ी अच्छा रहा। आप इसे कैसे देखते हैं? जो बहुत अच्छा था, बहुत अच्छा है, अप्रिशिएट हम करते हैं उसको। ठीक है, वक्ती तौर पे हमें होटलों में रहना पड़ा, लेकिन देखें लॉन्ग टर्म पे देखें तो उसकी आवाम के लिए बेहतरी है बहुत ज़्यादा इसमें, ताकि पब्लिक जो है वो इसमें तो ये ऐसी बीमारी है ना, ये इसमें आदमी ने खुद भी अपने आप को सेफ रखना है, दूसरे को भी रखना है। तो लॉन्ग टर्म देखा जाए तो बहुत अच्छा किया गवर्नमेंट। हमारे पाकिस्तान में भी ऐसा ही है भाई। पाकिस्तान में भी बहुत तरक्की हुई है, लेकिन फिर भी यूथ थोड़ा सा ऐसे होता है कि एक बाहर के नाम को कि वहाँ पर क्या है हम देखें, तो या क्या वहाँ पर भी ऐसे ही क्रेज़ है कि कनाडा जाना चाहते हैं? भाई बात सुने, दूर के ढोल सुहाने जो यहाँ वो समझते हैं कि पता नहीं ईजी लाइफ है, लेकिन जो यहाँ रह रहे हैं, सालों साल से रह रहे हैं, उनको पता है कि कितनी स्ट्रगल करके आदमी किस तरह ये टाइम जो है उनका सर्व होता है। तो क्या यहाँ पर भी ऐसी डिमांड्स होती हैं कि आप जा रहे हो तो आते हुए हमारे लिए ये लेकर आना? क्या डिमांड करें ना, बेटियाँ मेरी में हैं तो लाजमी बात, ना भी कहें तो हम पेरेंट्स हैं तो कुछ ना कुछ हम जाना तो पड़ता है ना। कभी बेटियाँ नहीं कहती कि हमें भी कनाडा जाना है, हम भी वहाँ पर देखना चाहते हैं? बेटियाँ जब वहाँ पे सेट है तो अल्हम्दुलिल्लाह उनका माशाल्लाह अपना बिजनेस है, अपने सेट है वहाँ पे, एज ए मतलब कि विजिट के लिए आए, अपना वेकेशंस में आए, तो लेकिन अल्लाह का शुक्र वहाँ सेट है अपने। तो सर आपका मतलब 9 साल का एक्सपीरियंस बहुत अच्छा रहा। अल्हम्दुलिल्लाह। और जो इस वक्त हमारे व्यूवर्स आपको देखना चाहते हैं, खास तौर से पाकिस्तान से भी बहुत हमारा प्रोग्राम देखते हैं, तो उन्हें क्या कहना चाहेंगे जो सोच रहे हैं कि यहाँ पर आकर अपना फ्यूचर बनाएं? क्योंकि सोचते तो हम ये है कि वहाँ पर पढ़ेंगे, काम करेंगे और हमारी लाइफ बन जाएगी। कितनी टफ है? नहीं, जो वहाँ सेट है या मतलब सेटल है, वेल सेटल है, तो वहाँ ही करें। ज़्यादा मेहनत अपने मुल्क में करें तो उनके लिए बेहतर है। यहाँ आके तो मतलब दूसरे मुल्क में आएंगे तो नए सिरे से फिर उनको स्ट्रगल करके फिर ऊपर आना पड़ेगा, तो इतना इजी भी नहीं है यहाँ पे आके हर किसी के लिए सेट होना। कितना ਚਿਰ ਹੋ ਗਿਆ ਕੈਨੇਡਾ ਆਇਆ? ਹਾਂਜੀ ਮੈਨੂੰ 4 ਸਾਲ ਹੋ ਗਏ ਕੈਨੇਡਾ ਆਏ ਨੂੰ। 4 ਸਾਲ। ਤੇ ਬੈਕ ਕਿੱਥੋਂ ਬਿਲੋਂਗ ਕਰਦੇ ਹੋ? ਅਸੀਂ ਬਾਗੇ ਪੁਰਾਣੇ ਤੋਂ ਮੋਗਾ ਜੀ। ਹਾਂਜੀ ਤੇ ਇਸ ਟਾਈਮ ਤੁਹਾਡਾ ਸਟੇਟਸ ਕੀ ਹੈ ਉਰੇ? ਮੇਰਾ ਪੀਆਰ ਦਾ ਸਟੇਟਸ ਆ ਜੀ। ਪੀਆਰ ਤੇ ਸਟੂਡੈਂਟ ਵੀਜ਼ਾ ਤੇ ਆਏ ਸੀ? ਨਹੀਂ ਜੀ ਮੈਂ ਪੀਆਰ ਹੀ ਆ ਹਾਂਜੀ। 4 ਸਾਲ ਮਤਲਬ ਸਟਰਗਲ ਕਿਵੇਂ ਦੇ ਰਿਹਾ ਤੁਹਾਡਾ 4 ਸਾਲ ਦਾ? ਬਹੁਤ ਵਧੀਆ ਸੀਗਾ ਜੀ, ਆਉਣ ਸਾਰੀ ਕੰਮ ਤੇ ਲੱਗੇ, ਟਰੱਕ ਚਲਾਉਣ ਲੱਗੇ ਤੇ ਇਦਾਂ ਕਰਕੇ ਸਾਰਾ ਵਧੀਆ ਰਿਹਾ ਜੀ। 4 ਸਾਲ ਤੋਂ ਲੈ ਕੇ ਹੁਣ ਤੱਕ 4 ਸਾਲਾਂ 'ਚ ਕੈਨੇਡਾ ਕਿੰਨਾ ਕੁ ਬਦਲਿਆ ਲੱਗਿਆ?
ਕਾਫੀ ਹੈਗਾ ਜੀ, ਜਾਣੀ ਕਿ ਵੀ ਇੱਥੇ ਜ਼ਿਆਦਾ ਮਹਿੰਗਾਈ ਹੋ ਗਈ ਟੋਰਾਂਟੋ ਵਿੱਚ ਖਾਸ ਕਰਕੇ, ਜਾਣੀ ਕਿ ਘਰ ਘਰ ਕਾਫੀ ਮਹਿੰਗੇ ਹੋ ਗਏ, ਨਵੇਂ ਬੰਦੇ ਵਾਸਤੇ ਲੈਣਾ ਔਖਾ ਹੋ ਗਿਆ ਅਤੇ ਕੁਛ ਇੱਦਾਂ ਦਾ ਜੀ। ਟਰੱਕਿੰਗ ਦੀ ਫੀਲਡ 'ਚੋਂ ਤੁਸੀਂ ਇੱਥੇ ਟਰੱਕ ਡਰਾਈਵਰਸ ਨੂੰ ਵੈਸੇ ਹੀ ਬਹੁਤ ਕਿਹਾ ਜਾਂਦਾ ਕਿ ਵਧੀਆ ਇੱਕ ਜੌਬ ਹੈਗੀ ਆ, ਵਧੀਆ ਕਮਾਉਂਦੇ ਨੇ, ਪਰ ਟਰੱਕ ਡਰਾਈਵਰ ਦੀ ਲਾਈਫ ਕਿੰਨੀ ਹਾਰਡ ਹੈ? ਟਰੱਕ ਡਰਾਈਵਰ ਦੀ ਲਾਈਫ ਬਹੁਤ ਹਾਰਡ ਆ ਜੀ, ਕਿਉਂਕਿ 5-5 6-6 ਦਿਨ ਘਰੋਂ ਬਾਹਰ ਰਹਿਣਾ ਪੈਂਦਾ, ਉਹੀ ਘਰ ਦਾ ਬਣਾਇਆ ਫੂਡ ਲੈ ਕੇ ਜਾਣਾ ਪੈਂਦਾ, ਉੱਦਾਂ ਹੀ ਆਪਾਂ ਗਰਮ ਕਰਕੇ ਖਾਣਾ, ਜਾਣੀ ਕਿ ਕਾਫੀ ਔਖਾ ਜੀ। ਤੇ ਵੈਸੇ ਤੁਸੀਂ ਕਿਹਾ ਕਿ ਪੀਆਰ ਆਏ ਹੋ, ਇੰਡੀਆ ਵਿੱਚ ਵੀ ਕੋਈ ਜੌਬ ਵਗੈਰਾ ਕਰਦੇ ਸੀ ਜਾਂ ਖੇਤੀਬਾੜੀ ਜਾਂ ਕੁਛ ਹੋਰ ਕਰਦੇ ਇੰਡੀਆ ਵਿੱਚ ਵੀ ਬਸ ਖੇਤੀਬਾੜੀ ਹੀ ਕਰਦੇ ਸੀਗੇ। ਸੀ? ਇੱਥੇ ਲਾਈਫ ਜ਼ਿਆਦਾ ਹਾਰਡ ਹੈ ਕਿ ਉੱਥੇ ਜ਼ਿਆਦਾ ਹਾਰਡ ਹੈ? ਇੱਥੇ ਵੀ ਠੀਕ ਹੈ ਜੀ, ਇੰਨੀ ਜ਼ਿਆਦਾ ਹਾਰਡ ਨਹੀਂ ਲੱਗੀ ਵੈਸੇ ਤਾਂ ਮੈਨੂੰ। ਤੁਸੀਂ ਪੀਆਰ ਆਏ ਸੀ ਨਾ ਤਾਂ ਕਰਕੇ ਤੁਸੀਂ ਕਹਿ ਸਕਦੇ ਹੋ। ਸੋ ਗੱਲ ਕਰੀਏ ਇਸ ਵਕਤ ਸਟਰਗਲ ਨੂੰ ਲੈ ਕੇ ਗੱਲ ਹੋ ਰਹੀ ਆ, ਸਟੂਡੈਂਟਸ ਦੀ ਇਸ ਵਕਤ ਨਾ ਡੈਥ ਰੇਸ਼ੋ ਬਹੁਤ ਜ਼ਿਆਦਾ ਵੱਧ ਰਹੀ ਹੈ। ਪਿਛਲੇ 2-3 ਸਾਲਾਂ 'ਚ ਅਸੀਂ ਜੇ ਨਜ਼ਰ ਮਾਰੀਏ, ਜਾਂ ਤਾਂ ਡਿਪਰੈਸ਼ਨ ਕਰਕੇ ਸੁਸਾਈਡ ਕਰ ਰਹੇ ਨੇ, ਜਾਂ ਡਰੋਨਿੰਗ ਡੈਥਸ ਹੋ ਰਹੀਆਂ ਨੇ, ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਬਹੁਤ ਮੌਤਾਂ ਹੋ ਰਹੀਆਂ ਨੇ, ਕਦੇ ਓਵਰਡੋਜ਼ ਦੀਆਂ ਵੀ ਕਈ ਗੱਲਾਂ ਸਾਹਮਣੇ ਆਈਆਂ ਨੇ। ਇਹਦਾ ਕਾਰਨ ਕੀ ਹੈ? ਵੀ ਛੋਟੀ ਉਮਰੇ ਆ ਜਾਂਦੇ ਆ, ਜਾਂ ਪਿੱਛੇ ਕਦੇ ਸਟਰਗਲ ਨਹੀਂ ਕੀਤਾ ਹੁੰਦਾ ਵੀ ਇੱਥੇ ਆ ਕੇ ਜ਼ਿਆਦਾ ਸਟਰਗਲ ਕਰਨਾ? ਇਹਦਾ ਕਾਰਨ ਤਾਂ ਇਹੀ ਹੈ ਜੀ, ਕਿਉਂਕਿ ਉਹ ਜਵਾਕ ਆਉਂਦੇ ਆ +2 ਕਰਕੇ ਆ ਜਾਂਦੇ, ਇੰਨਾ ਬਾਹਲਾ ਕੁਛ ਨਹੀਂ ਉਹਨਾਂ ਨੇ ਦੇਖਿਆ ਹੁੰਦਾ, ਅਤੇ ਫਿਰ ਇੱਥੇ ਆ ਕੇ ਉਹਨਾਂ ਨੂੰ ਆਜ਼ਾਦੀ ਮਿਲਦੀ ਆ, ਰਾਤ ਤੱਕ ਘਰੋਂ ਬਾਹਰ ਰਹਿਣਾ, ਨਸ਼ੇ 'ਚ ਕਰਨ ਲੱਗ ਜਾਂਦੇ ਕੁਛ ਇੱਦਾਂ ਕਰਕੇ, ਅਤੇ ਤਾਂ ਹੀ ਹੋ ਰਿਹਾ ਜੀ। ਮੈਨੂੰ ਨਹੀਂ ਲੱਗਦਾ ਕਿ ਥੋੜ੍ਹਾ ਜਿਹਾ ਮਾਪਿਆਂ ਨੂੰ ਵੀ ਇਸ ਚੀਜ਼ ਨੂੰ ਲੈ ਕੇ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਕਿ ਬੱਚਾ +2 ਕਰਕੇ ਹਟਿਆ, ਹਜੇ ਤੱਕ ਸਕੂਲ ਲਾਈਫ 'ਚੋਂ ਹੀ ਨਿਕਲਿਆ ਵਾ, ਕੋਈ ਉਹਨੇ ਜ਼ਿਆਦਾ ਸਟਰਗਲ ਨਹੀਂ ਦੇਖਿਆ ਹੈਗਾ, ਲਾਈਫ ਦੁਨੀਆ ਨਹੀਂ ਦੇਖੀ ਹੈਗੀ, ਅਤੇ ਸਿੱਧਾ 7 ਸਮੁੰਦਰ ਪਾਰ ਭੇਜਦੇ ਪਏ ਹੋ ਵੀ ਥੋੜ੍ਹਾ ਜਦੋਂ ਬੱਚਾ ਮੈਚੋਰ ਹੋ ਜਾਏ ਉਦੋਂ ਭੇਜਿਆ ਜਾਵੇ। ਹਾਂਜੀ ਇੱਦਾਂ ਤਾਂ ਹੈਗਾ, ਕਿਉਂਕਿ ਆਪਣਾ +2 ਵਾਲਾ ਹੁੰਦਾ ਉਹ ਤਾਂ ਜਾਣੀ ਕਿ ਜਵਾਕ ਹੀ ਹੁੰਦਾ, ਥੋੜ੍ਹਾ ਜਿਹਾ ਬੱਚਾ ਵੱਡਾ ਹੁੰਦਾ, ਉਹਨੂੰ ਨੌਲੇਜ ਆਉਂਦੀ ਆ, ਕਾਲਜ ਉੱਥੇ ਪੜ੍ਹਦਾ ਕਰਦਾ, ਸਾਰੇ ਕਿਤੇ ਦੇਖਦਾ ਵੀ ਕੀ ਮਾਹੌਲ ਆ ਬਾਹਰਲਾ, ਫਿਰ ਉਹਨੂੰ ਜਾਣੀ ਕਿ ਇੱਦਾਂ ਵਧੀਆ ਹੁੰਦਾ ਜੀ, ਥੋੜ੍ਹਾ ਜਿਹਾ ਵੱਡੀ ਉਮਰ 'ਚ ਆਵੇ ਤਾਂ। ਜਿਵੇਂ ਤੁਸੀਂ ਗੱਲ ਕੀਤੀ ਹੈ, ਇੱਥੇ ਨਾ ਇੱਕ ਹੋਰ ਬਹੁਤ ਟ੍ਰੈਂਡ ਵੱਧ ਚੁੱਕਿਆ ਵਾ ਕਿ ਆਇਲਸ ਕੁੜੀ ਨਾਲ ਵਿਆਹ ਕਰਵਾਓ ਅਤੇ ਸਪਾਊਸ ਵੀਜ਼ਾ 'ਤੇ ਇੱਥੇ ਆਓ, ਅਤੇ ਅੱਜ ਕੱਲ੍ਹ ਕੁੜੀਆਂ ਦੇ ਵਿੱਚ ਵੀ ਕਈ ਇਹੋ ਜਿਹਾ ਹੋ ਰਿਹਾ ਕੇਸਿਸ, ਸਾਰੇ ਤਾਂ ਨਹੀਂ ਕਵਾਂਗੇ, ਕੁਝ ਕੇਸਿਸ ਇਹੋ ਜਿਹੇ ਨੇ ਕਿ ਇੱਥੇ ਆ ਕੇ ਉਹ ਮਤਲਬ ਪਿੱਛੋਂ ਆਪਣੇ ਪਾਰਟਨਰ ਨੂੰ ਨਹੀਂ ਬੁਲਾਉਂਦੀਆਂ ਹੈਗੀਆਂ, ਪਿੱਛੇ ਵੀ ਡਿਪਰੈਸ਼ਨ ਦਾ ਸ਼ਿਕਾਰ ਮੁੰਡਾ ਸੁਸਾਈਡ 'ਤੇ ਜਾਂਦਾ ਆ। ਸੋ ਇਹਦੇ ਵਿੱਚ ਕੌਣ ਰਿਸਪੌਂਸੀਬਲ ਹੈਗਾ? ਪੇਰੈਂਟਸ, ਕੁੜੀ ਜਾਂ ਮੁੰਡਾ, ਕੌਣ ਰਿਸਪੌਂਸੀਬਲ ਆ ਇਹੋ ਜਿਹੀਆਂ ਮੈਰਿਜਸ? ਇਹਦੇ ਵਾਸਤੇ ਜੀ ਜਾਣੀ ਕਿ ਜਿਵੇਂ ਹੁਣ ਕੁੜੀ ਨੇ ਵਿਆਹ ਕੀਤਾ, ਕਿਉਂਕਿ ਉਹਨੂੰ ਸੱਦ ਤਾਂ ਦੇਣਾ ਚਾਹੀਦਾ, ਉਦੋਂ ਬਾਅਦ 'ਚੋਂ ਤੁਸੀਂ ਕਿਸੇ ਨਾਲ ਵੀ ਰਹਿ ਸਕਦੇ ਆ, ਅਤੇ ਕੁੜੀ ਨੂੰ ਜ਼ਿਆਦਾ ਕਿ ਔਖਾ ਹੀ ਹੈ। ਪੇਰੈਂਟਸ ਵੀ ਅੱਜ ਕੱਲ੍ਹ ਕੁੜੀ ਦਾ ਹੀ ਸਪੋਰਟ ਕਰਦੇ ਆ ਕਿ ਜੋ ਤੂੰ ਕਰ ਰਹੀ ਹੈ ਸਹੀ ਹੋ ਕਰ ਰਹੀ ਹੈ। ਹਾਂਜੀ ਬਿਲਕੁਲ ਜੀ, ਹਾਂਜੀ ਪਾਉਣੀ ਚਾਹੀਦੀ ਆ, ਕਿਉਂਕਿ ਉਹਨਾਂ ਨੂੰ ਜਿਵੇਂ ਆਪਾਂ ਹੁਣ ਕੁੜੀ ਆਉਂਦੀ ਆ, ਉਹ ਅਕਸਰ ਮੁੰਡਾ ਪੈਸੇ ਲਾਉਂਦਾ ਉਹਦੇ 'ਤੇ, ਫਿਰ ਹੀ ਉਹ ਆਉਂਦੀ ਆ, ਅਤੇ ਕਿਉਂਕਿ ਉਹਨੂੰ ਕੁੜੀ ਨੂੰ ਉਹਨੂੰ ਮੁੰਡੇ ਨੂੰ ਇੱਧਰ ਆ ਕੇ ਸੱਦਣਾ ਚਾਹੀਦਾ ਕਿ ਬਾਅਦ 'ਚ ਉਹ ਜਿੱਥੇ ਮਰਜ਼ੀ ਰਹੇ। ਇੱਕ ਆਪਣੀ ਕਮਿਊਨਿਟੀ ਦੀ ਗੱਲ ਇਹ ਬਹੁਤ ਹੈ ਕਿ ਦੂਜੀਆਂ ਕਮਿਊਨਿਟੀਜ਼ ਦੀ ਦੇਖ ਲਈ, ਅਸੀਂ ਬਲੈਕ ਕਮਿਊਨਿਟੀ ਦੀ ਗੱਲ ਕਰ ਲਈਏ, ਇੱਕ ਦੂਜੇ ਨੂੰ ਬਹੁਤ ਸਪੋਰਟ ਕਰਦੇ ਆ ਆਪਦੇ ਕਮਿਊਨਿਟੀ ਦੇ ਵਿੱਚ, ਇਟਾਲੀਅਨ ਕਮਿਊਨਿਟੀ ਦੀ ਗੱਲ ਕਰ ਲਈਏ, ਚਾਈਨੀਜ਼ ਕਮਿਊਨਿਟੀ ਦੀ ਗੱਲ ਕਰ ਲਈਏ, ਇੱਕ ਦੂਜੇ ਨੂੰ ਸਪੋਰਟ ਕਰਦੇ ਆ, ਖੜਾ ਕਰਦੇ ਆ, ਹੈ ਨਾ। ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਇੱਕ ਦੂਜੇ ਦਾ ਜਿੰਨਾ ਕੁ ਸ਼ੋਸ਼ਣ ਹੁੰਦਾ ਆ ਓਨਾ ਜ਼ਿਆਦਾ ਸ਼ੋਸ਼ਣ ਕਰਦੇ ਆ, ਸਪੋਰਟ ਤਾਂ ਕੋਈ ਕਰਦਾ ਹੀ ਨਹੀਂ ਹੈ ਇੱਥੇ ਛੇਤੀ। ਨਹੀਂ ਜੀ ਬਹੁਤ ਔਖਾ ਜੀ, ਕਿਉਂਕਿ ਆਪਣਾ ਕੰਮ ਕਰਾਈ ਜਾਂਦੇ ਆ, ਉਸ ਹਿਸਾਬ ਨਾਲ ਉਹਨਾਂ ਨੂੰ ਪੇ ਵੀ ਨਹੀਂ ਦਿੰਦੇ, ਐਵੇਂ $10 ਦੇ ਕਈ ਇੱਦਾਂ ਹੀ ਲਈ ਫਿਰਦੇ ਰਹਿੰਦੇ ਆ, ਅਤੇ ਔਖਾ ਜੀ ਇੱਦਾਂ। ਮੈਂ ਉਹੀ ਗੱਲ ਕਰ ਰਹੀ ਸੀ ਕਿ ਜਦੋਂ ਤਾਂ ਕੋਈ ਐਵੇਂ ਦੀ ਅਣਹੋਣੀ ਘਟਨਾ ਹੋ ਜਾਂਦੀ ਹੈ, ਫਿਰ ਤਾਂ ਬੜੀ ਛੇਤੀ ਸਪੋਰਟ ਕਰਦੇ ਆ ਕਿ ਤੁਸੀਂ ਡੈਡ ਬੋਡੀਜ਼ ਭੇਜਣ ਲਈ ਗੋ ਫੰਡ ਮੀ 'ਤੇ ਪੈਸੇ ਇਕੱਠੇ ਕਰ ਲਓ, ਪਰ ਜਦੋਂ ਬੱਚੇ ਤੋਂ ਫੀਸ ਨਹੀਂ ਦਿੱਤੀ ਜਾਂਦੀ ਹੈਗੀ, ਉਦੋਂ ਫਿਰ ਉਹਨੂੰ ਤਾਨੇ ਮੇਣੇ ਮਾਰੇ ਜਾਂਦੇ ਆ, ਉਦੋਂ ਕੋਈ ਸਪੋਰਟ ਨਹੀਂ ਕਰਦਾ। ਹਾਂਜੀ ਇੱਦਾਂ ਹੀ ਆ, ਕਿਉਂਕਿ ਉਹ ਫਿਰ ਉਹ ਕਹਿਣ ਲੱਗ ਜਾਂਦੇ ਆ ਵੀ ਤੂੰ ਆਪਣਾ ਜਾਣੀ ਕਿ ਪਿੱਛੋਂ ਪੈਸੇ ਮੰਗਾ ਜਾਂ ਕੁਛ ਵੀ ਕਰ, ਹੈ ਨਾ, ਤੂੰ ਆਪਦੇ ਖਰਚੇ ਇੱਥੇ ਵਧਾ ਲਏ, ਤੂੰ ਗੱਡੀ ਲੈ ਲਈ, ਤੂੰ ਆਹ ਕਰ ਲਿਆ, ਫੋਨ ਲੈ ਲਿਆ, ਵਧੀਆ ਰਹਿੰਦਾ, ਤੂੰ ਕੱਪੜੇ ਵਧੀਆ ਪਾਉਂਦਾ, ਤੂੰ ਕੰਮ ਨਹੀਂ ਕਰਦਾ, ਤੂੰ ਇੱਦਾਂ ਹੀ ਫਿਰਦਾ ਰਹਿੰਦਾ। ਆਹ ਚੀਜ਼ਾਂ 'ਤੇ ਬੜਾ ਹੁੰਦਾ ਕਿ ਸਟੂਡੈਂਟਸ ਨੇ ਆਉਣ ਸਾਰ ਵਧੀਆ ਗੱਡੀਆਂ ਲੈ ਲਈਆਂ, ਵਧੀਆ ਕੱਪੜੇ ਪਾ ਲਏ, ਇਹ ਕੀ ਸਿਸਟਮ ਹੈ? ਮੈਂ ਇਹਦੇ ਬਾਰੇ ਜਾਣਨਾ ਚਾਹੁੰਦੀ ਹਾਂ ਵੀ ਇਹ ਚੀਜ਼ਾਂ ਕਿਉਂ ਹਾਈਲਾਈਟ ਹੁੰਦੀਆਂ ਨੇ? ਬੱਚਿਆਂ ਨੇ ਆਉਣ ਸਾਰੀ ਵੱਡੀ ਗੱਡੀਆਂ ਲੈ ਲਈਆਂ ਜਾਂ ਕਸਟਮਾਈਜ਼ ਨੰਬਰ ਪਲੇਟ ਲੈ ਲਈ, ਇਹ ਕਿਉਂ ਹੁੰਦਾ ਹੈ? ਆਪਣੀ ਕਮਿਊਨਿਟੀ ਇੰਨਾ ਕਿਉਂ ਚੱਕਦੇ? ਕਿਉਂਕਿ ਉਹ ਕੰਮ ਕਰਦੇ ਆ ਜੀ, ਲੈ ਸਕਦੇ, ਕੋਈ ਵੱਡੀ ਗੱਲ ਨਹੀਂ ਹੁੰਦੀ, ਕੱਪੜਾ ਵਧੀਆ ਪਾਉਣਾ ਕੋਈ ਮਾੜੀ ਗੱਲ ਨਹੀਂ, ਇੱਦਾਂ ਹੀ ਹੈ। ਤੇ ਜਿਹੜੇ ਦਰਸ਼ਕ ਇਸ ਵਾਰ ਦੇਖ ਰਹੇ ਨੇ, ਚਾਹੁੰਦੇ ਨੇ ਕੈਨੇਡਾ ਦੇ ਵਿੱਚ ਵਧੀਆ ਫਿਊਚਰ ਬਣਾਇਆ ਜਾਵੇ, ਸੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕੰਮ ਕਰੋ ਜੀ ਪੂਰਾ ਵਧੀਆ, ਇੱਥੇ ਸਾਰਾ ਕੁਝ ਸੌਖਾ ਵਾ, ਕੰਮ ਹਰੇਕ ਬੰਦਾ ਕਰਦਾ ਵਾ, ਆਪਦਾ ਵਧੀਆ ਪਾਉਂਦਾ ਕਰਦਾ, ਖਾਂਦਾ ਪੀਂਦਾ, ਵਧੀਆ ਗੱਡੀ ਰਹਿੰਦਾ, ਯਾਨੀ ਕਿ ਅਖੀਰ ਦੇ ਵਿੱਚ ਇੱਕ ਸਵਾਲ ਕਿ ਲਾਈਫ ਇਨ ਕੈਨੇਡਾ ਕੀ ਹੈ ਤੁਹਾਡੇ ਲਈ? ਬਹੁਤ ਵਧੀਆ ਜੀ। ਹਾਂਜੀ ਥੈਂਕ ਯੂ।
ਕੀ ਨਾਮ ਹੈ ਜੀ ਤੁਹਾਡਾ? ਜਗਰੂਪ ਸਿੰਘ ਹੈ ਜੀ। ਜਗਰੂਪ ਜੀ ਕਿੱਥੋਂ ਦੇ ਰਹਿਣ ਵਾਲੇ? ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਹਾਂ। ਅੰਮ੍ਰਿਤਸਰ ਤੋਂ। ਤੇ ਕਿੰਨਾ ਚਿਰ ਹੋ ਗਿਆ ਇੱਥੇ ਆਇਆ? ਮੈਨੂੰ 6 ਸਾਲ ਹੋ ਗਿਆ ਜੀ। 6 ਸਾਲ। ਹਾਂਜੀ। ਤੇ 6 ਸਾਲ ਦਾ ਸਟਰਗਲ ਕਿਵੇਂ ਦਾ ਰਿਹਾ? ਬਹੁਤ ਵਧੀਆ ਜੀ। ਸ਼ੁਰੂ ਜਾਣ ਕੇ ਪ੍ਰੋਬਲਮ ਥੋੜ੍ਹੀਆਂ ਬਹੁਤੀਆਂ ਆਉਂਦੀਆਂ ਆ, ਕ੍ਰੀਏਟ ਕੀਤੀਆਂ ਵੀ ਆ, ਪਰ ਇਸ ਵਕਤ ਬਹੁਤ ਵਧੀਆ। ਤੇ ਹੁਣ ਤੁਹਾਡਾ ਸਟੇਟਸ ਕੀ ਆ ਤੇ ਕਿਸ ਸਟੇਟਸ ਤੇ ਤੁਸੀਂ ਆਏ? ਸਟੇਟਸ ਦਾ ਤੁਹਾਨੂੰ ਪਤਾ ਹੀ, ਇੱਥੇ ਆਪਣੇ ਬੰਦੇ ਦਾ ਸ਼ਕਲ ਤੋਂ ਵੀ ਅੰਦਾਜ਼ਾ ਲਾ ਹੀ ਲਿਆ ਤੁਸੀਂ। ਟਰੱਕ ਡਰਾਈਵਰ ਹਾਂ ਜੀ ਮੈਂ। ਹਾਂਜੀ ਸਰ, ਟਰੱਕ ਡਰਾਈਵਰ ਦੀ ਜੌਬ ਹੁਣ ਤਾਂ ਕੁਝ ਜ਼ਿਆਦਾ ਹੀ ਰਿਸਪੈਕਟ ਹੋ ਰਹੀ ਹੈ, ਕਿਉਂਕਿ ਜਿਸ ਤਰੀਕੇ ਨਾਲ ਪੈਂਡੈਮਿਕ ਦੇ ਦੌਰਾਨ ਹੋਇਆ। ਸੋ ਤੁਸੀਂ ਲੌਂਗ ਹਾਲ ਜਾਂਦੇ ਹੋ ਜਾਂ ਲੋਕਲ ਡਰਾਈਵਰ? ਸਟਾਰਟਿੰਗ ਦੇ ਵਿੱਚ ਕੀਤਾ ਸੀ ਲੌਂਗ ਹਾਲ, ਪਰ ਹੁਣ ਮੈਂ ਐਜ ਏ ਪ੍ਰੈਜ਼ੈਂਟ ਮੈਂ ਲੋਕਲੀ ਕਰ ਰਿਹਾ ਕੰਮ। ਹਾਂਜੀ। ਕਿੰਨਾ ਕੁ ਮੁਸ਼ਕਿਲ ਹੁੰਦਾ ਖਾਸ ਤੌਰ ਤੇ ਬੈਡ ਵੈਦਰ ਦੇ ਵਿੱਚ, ਸਨੋ ਦੇ ਵੈਦਰ ਦੇ ਵਿੱਚ ਡਰਾਈਵ ਕਰਨਾ ਹੈ? ਸਨੋ ਵੈਦਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਡਿਫਿਕਲਟ ਹੁੰਦਾ। ਹਾਂਜੀ। ਤੇ ਇਹਨਾਂ ਦਿਨਾਂ 'ਚ ਤਾਂ ਕੋਈ ਚੱਕਰ ਨਹੀਂ ਇਦਾਂ ਦਾ। ਕਹਿੰਦੇ ਡਿਸਪੈਚਰ ਬਹੁਤ ਤੰਗ ਕਰਦੇ ਹੁੰਦੇ ਆ, ਪਿੱਛੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਂਦੇ ਆ। ਸੱਚੀ ਇਹ ਗੱਲ ਸੱਚੀ ਹੈਗੀ ਆ? ਇਹ ਤਾਂ ਗੱਲ ਬਿਲਕੁਲ ਸਹੀ ਹੈ ਜੀ। ਹਾਂਜੀ ਕਰਦੇ ਆ, ਪਰ ਸਾਰੇ ਨਹੀਂ ਮੈਂ ਕਹਿ ਸਕਦਾ, 100 ਚੋਂ ਸਾਰੇ ਨਹੀਂ ਹੁੰਦੇ। ਮਤਲਬ ਵੀ ਆਈ ਥਿੰਕ ਹੋ ਚੁੱਕੀ ਹੈ ਨਾ ਕੰਪਿਊਟਰਾਈਜ਼? ਹਾਂਜੀ ਹਾਂਜੀ ਹਾਂਜੀ, ਕੋਈ ਪ੍ਰੋਬਲਮ ਨਹੀਂ। ਹਾਂਜੀ। ਤੇ ਸਟਰਗਲ ਦੀ ਜੇ ਮੈਂ ਇੱਥੇ ਗੱਲ ਕਰਾਂ, ਕਿੰਨਾ ਕੁ ਸਟਰਗਲ ਤੁਹਾਨੂੰ ਇੱਥੇ ਕਰਨਾ ਪਿਆ ਸੈੱਟ ਹੋਣ? ਮੈਨੂੰ ਤਾਂ ਕੋਈ ਜ਼ਿਆਦਾ ਨਹੀਂ ਕਰਨਾ ਪਿਆ ਜੀ। ਹਾਂਜੀ। ਮੈਂ ਪਹਿਲਾਂ ਇੰਗਲੈਂਡ ਰਹਿੰਦਾ ਸੀ, ਇੰਗਲੈਂਡ ਤੋਂ ਫਿਰ ਮੈਂ ਇੱਥੇ ਸ਼ਿਫਟ ਹੋਇਆ। ਹਾਂਜੀ। ਇੰਗਲੈਂਡ ਤੇ ਕੈਨੇਡਾ ਦੇ ਵਿੱਚ ਕਿੰਨਾ ਕੁ ਡਿਫਰੈਂਸ ਆ ਤੁਹਾਨੂੰ? ਕਿਵੇਂ, ਕਿਹੜੀ ਚੀਜ਼ ਕਿੱਥੋਂ ਦੀ ਜ਼ਿਆਦਾ ਵਧੀਆ ਲੱਗੀ? ਕੰਮਕਾਰ ਤਾਂ ਸਾਰੇ ਸੇਮ ਹੀ ਹੁੰਦੇ, ਉੱਥੇ ਵੀ ਇੱਥੇ ਵੀ, ਪਰ ਇੱਥੇ ਲਿਵਿੰਗ ਸਟੈਂਡਰਡ ਥੋੜ੍ਹਾ ਉੱਥੇ ਨਾਲੋਂ ਵਧੀਆ ਆ। ਹਾਂਜੀ। ਕਰਾਊਡਲੀ ਉੱਥੇ ਥੋੜ੍ਹਾ ਜਿਹਾ ਭੀੜ, ਛੋਟਾ ਜਿਹਾ ਇਲਾਕਾ ਆ, ਸੜਕਾਂ, ਮਤਲਬ ਇਹ ਆ। ਬਾਕੀ ਤਾਂ ਸਾਰਾ ਕੁਝ ਠੀਕ ਹੈ। ਹਾਂਜੀ। ਆਪਣੀ ਕਮਿਊਨਿਟੀ ਵੀ ਉੱਥੇ ਕਾਫੀ ਹੈਗੀ ਆ ਇੰਗਲੈਂਡ ਦੇ ਵਿੱਚ, ਤੇ ਇੱਥੇ ਵੀ ਕਾਫੀ ਆਪਣੀ ਹੁਣ ਹੋ ਚੁੱਕੀ ਹੈ ਕਮਿਊਨਿਟੀ। ਤੇ ਸੋ ਦੋਵਾਂ ਕਮਿਊਨਿਟੀਜ਼ ਦੇ ਵਿੱਚ ਤੁਹਾਨੂੰ ਕਿਹੜਾ ਲੱਗਦਾ ਕਿੱਥੇ ਕਮਿਊਨਿਟੀ ਆਪਣੀ ਇੱਕ ਦੂਜੇ ਦਾ ਜ਼ਿਆਦਾ ਸਪੋਰਟ ਕਰਦੀ ਹੈ, ਯੂਕੇ 'ਚ ਜਾਂ? ਨਹੀਂ, ਕਮਿਊਨਿਟੀ ਠੀਕ ਹੈ, ਸਪੋਰਟ ਕਰਦੀ ਆ। ਸਾਰੇ ਨਹੀਂ ਹੁੰਦੇ, ਮਤਲਬ ਕਈ ਗਲਤ ਵੀ ਹੈਗੇ ਪਰਸਨ, ਪਰ ਮੋਸਟਲੀ ਕਰਦੇ ਆ ਸਪੋਰਟ। ਜਿਹੜੇ ਟਰੱਕਿੰਗ ਦੀ ਫੀਲਡ ਦੇ ਵਿੱਚ ਤੁਸੀਂ ਦੱਸਿਆ ਕਿ ਤੁਸੀਂ ਹੈਗੇ ਹੋ ਤੇ ਤੁਹਾਨੂੰ 6 ਸਾਲ ਹੋ ਚੁੱਕੇ ਆ ਇੱਥੇ ਆਇਆਂ ਨੂੰ, ਅੱਜ ਕੱਲ੍ਹ ਅਸੀਂ ਦੇਖਿਆ ਕਿ ਸਟੂਡੈਂਟਸ ਵੀ ਟਰੱਕਿੰਗ ਲਾਇਸੈਂਸ ਲੈ ਰਹੇ ਨੇ ਵਿਦਆਊਟ ਐਨੀ ਉਹ ਐਕਸਪੀਰੀਅੰਸ ਦੇ ਟਰੱਕ ਫੜ ਰਹੇ ਨੇ, ਚਲਾ ਰਹੇ ਨੇ। ਸੋ ਐਕਸੀਡੈਂਟਸ ਵੀ ਬਹੁਤ ਜ਼ਿਆਦਾ ਹੋ ਰਹੇ ਨੇ। ਐਕਸੀਡੈਂਟਸ ਦਾ ਰੀਜ਼ਨ ਕੀ ਹੈਗਾ ਆ? ਐਕਸੀਡੈਂਟ ਦਾ ਰੀਜ਼ਨ ਇਹੀ ਆ ਵੀ ਪਹਿਲਾਂ ਤਾਂ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਤਾਂ ਐਕਸਪੀਰੀਅੰਸ ਮੰਗਦੀਆਂ ਆਲਰੇਡੀ, ਵੀ ਸਾਨੂੰ 2 ਸਾਲ ਦਾ ਐਕਸਪੀਰੀਅੰਸ ਚਾਹੀਦਾ। ਤੇ ਜੇ ਉਹ ਸਟਾਰਟਿੰਗ ਕਰੂਗਾ ਜੋਬ, ਉਹ ਚਾਹੀਦਾ ਤਾਂ ਵੱਡੀਆਂ ਕੰਪਨੀਆਂ ਨੂੰ ਹੀ ਆ ਵੀ ਇਹਨਾਂ ਨੂੰ ਟ੍ਰੇਨਿੰਗ ਦਿਓ ਜਾਂ ਥੋੜ੍ਹਾ ਲਾਗੇ ਕਰਕੇ ਇਲਾਕੇ ਵਿੱਚ। ਜੇ ਉਹ ਨਹੀਂ ਕਰਦੇ ਤਾਂ ਉਹ ਜਿਹੜੀਆਂ ਕਈ ਹੈਗੇ ਪਰਸਨ, ਕਈ ਪੈਸੇ ਨਹੀਂ ਦਿੰਦੇ ਉਹਨਾਂ ਦੇ, 15-15 ਦਿਨ ਦੇ, ਹੈ ਨਾ, ਉਹ ਫਿਰ ਕਹਿੰਦੇ ਆ ਵੀ ਚਲੋ ਨਾ ਵੀ ਪੈਸੇ ਦੇਣਗੇ ਅਸੀਂ ਕੰਮ ਕਰ ਲਾਂਗੇ, ਪਰ ਉਹਨਾਂ ਨੂੰ ਅੱਕ ਚੱਬਣਾ ਪੈਂਦਾ, ਫਿਰ ਕੰਮ ਕਰਨਾ ਪੈਂਦਾ ਸਟਾਰਟਿੰਗ ਦੇ ਵਿੱਚ। ਤੇ ਕਾਰਨ ਇਹੀ ਹੁੰਦਾ ਉਹਨਾਂ ਨੂੰ ਪੂਰਾ ਐਕਸਪੀਰੀਅੰਸ ਨਹੀਂ ਹੁੰਦਾ ਤੇ ਉਹ ਥੋੜ੍ਹੀ ਜਲਦਬਾਜ਼ੀ ਕਰ ਜਾਂਦੇ ਆ, ਉਹਦਾ ਕਰਕੇ ਹੈਪਨ ਹੋਣ ਦੇ ਚਾਂਸ ਥੋੜ੍ਹੇ ਜ਼ਿਆਦਾ ਹੁੰਦੇ ਆ। ਤੁਸੀਂ ਮੈਚਿਓਰਡ ਹੋ ਹੈ ਨਾ, ਤੁਹਾਨੂੰ ਸਟਰਗਲ ਜ਼ਿਆਦਾ ਨਹੀਂ ਕਰਨਾ ਪਿਆ। ਜਿਹੜੇ ਬੱਚੇ ਇੱਥੇ ਆਉਂਦੇ ਆ ਨਾ, ਮਾਈਂਡਸੈਟ ਇੰਨਾ ਜ਼ਿਆਦਾ ਉਹਨਾਂ ਦਾ ਸ਼ਾਰਪ ਨਹੀਂ ਹੁੰਦਾ, ਜਾਂ ਭੋਲੇਪਨ ਦੇ ਉਹਦੇ ਵਿੱਚੋਂ ਹੀ ਆਏ ਹੁੰਦੇ ਆ ਕਿ ਉੱਥੇ ਜਾ ਕੇ ਕੰਮ ਕਰਾਂਗੇ ਤੇ ਫੀਸਾਂ ਕੱਢਾਂਗੇ। ਕਿੰਨਾ ਕੁ ਡਿਫਰੈਂਟ ਆ ਰਿਐਲਿਟੀ, ਕਿੰਨੀ ਚੇਂਜ ਹੈ? ਰਿਐਲਿਟੀ ਇੱਦਾਂ ਜੀ, ਜਿਹੜੇ ਤਾਂ ਉੱਥੋਂ ਘਰੋਂ ਸਹਿੰਦੇ ਆ ਬੱਚੇ, ਹੈ ਨਾ, ਜਿਨ੍ਹਾਂ ਦੇ ਪਰਿਵਾਰ ਸਹੀ ਆ, ਜਿਨ੍ਹਾਂ ਦੇ ਕੋਲ, ਜਿਨ੍ਹਾਂ ਨੇ ਆਪ ਫੀਸਾਂ ਇੱਥੇ ਉਹਨਾਂ ਦੀਆਂ ਮਤਲਬ ਆਪ ਪੇ ਕਰਨੀਆਂ, ਉਹਨਾਂ ਵਾਸਤੇ ਤਾਂ ਕੋਈ ਏਡੀ ਵੱਡੀ ਗੱਲ ਨਹੀਂ, ਹੈ ਨਾ। ਤੇ ਜਿਨ੍ਹਾਂ ਦੇ ਉੱਥੇ ਪਹਿਲਾਂ ਹੀ ਕਰਜ਼ਾ ਚੁੱਕ ਕੇ ਆਏ ਆ 15-15, 16-16, 20-20 ਲੱਖ ਰੁਪਈਆ ਲਾ ਕੇ, ਉਹਨਾਂ ਨੂੰ ਇੱਥੇ ਕਰਨਾ ਪੈਣਾ, ਕਿਉਂਕਿ ਘਰਦਿਆਂ ਨੇ ਪਹਿਲਾਂ ਹੀ ਕਹਿ ਦਿੱਤਾ ਉਹਨਾਂ ਨੂੰ ਵੀ ਅਸੀਂ ਤੁਹਾਡੀ ਇੱਕ ਵਾਰੀ ਫੀਸ ਦੇਤੀ ਆ, ਹੁਣ ਸਾਡੇ ਵੱਸ ਦਾ ਰੋਗ ਹੈ ਨਹੀਂ ਹੈ। ਇਹ ਕਾਰਨ ਹੋ ਜਾਂਦਾ। ਫਿਰ ਉਹ ਡਿਪਰੈਸ਼ਨ ਦੇ ਵਿੱਚ ਜਾਂਦੇ ਆ। ਜਦੋਂ ਡਿਪਰੈਸ਼ਨ 'ਚ ਜਾਂਦੇ ਆ, ਕੰਮ ਤੁਹਾਨੂੰ ਪਤਾ ਇੱਥੇ ਖਰਚੇ ਜ਼ਿਆਦਾ ਆ, ਹੈ ਨਾ। ਬੇਸਮੈਂਟ ਦਾ ਰੈਂਟ, ਜੇ ਉਹਨਾਂ ਗੱਡੀ ਲੈ ਲਈ ਉਹਦੀ ਕਿਸ਼ਤ ਤਰਨੀ ਆ, ਇੰਸ਼ੋਰੈਂਸ ਬਹੁਤ ਜ਼ਿਆਦਾ ਇੱਥੇ ਬਰੈਂਪਟਨ ਦੇ ਵਿੱਚ। ਤੁਸੀਂ ਵੀ ਇਸ ਟੌਪਿਕ 'ਤੇ ਕਿਤੇ ਗੱਲ ਕਰਨੀ ਚਾਹੀਦੀ ਤੁਹਾਨੂੰ ਵੀ, ਹੈ ਨਾ, ਮੀਡੀਆ ਨੂੰ ਵੀ। ਇੰਸ਼ੋਰੈਂਸ ਬਹੁਤ ਜ਼ਿਆਦਾ ਗੱਡੀਆਂ ਦੇ, ਤੇ ਉਹਦਾ ਕਰਕੇ ਫਿਰ ਉਹਨਾਂ ਨੂੰ ਕੰਮ ਕਰਨਾ ਪੈਂਦਾ। ਜੇ ਕਈ ਵਾਰੀ ਉਹਨਾਂ ਨੂੰ ਪਿੱਛੇ ਵੀ ਕਈਆਂ ਨੇ ਪੈਸੇ ਭੇਜਣੇ ਆ, ਇੱਥੇ ਵੀ ਕੰਮ ਕਰਨਾ, ਫੀਸਾਂ ਵੀ ਕਰਨੀਆਂ, ਫਿਰ ਉਹ ਡਿਪਰੈਸ਼ਨ 'ਚ ਜਾਂਦਾ। ਜਦੋਂ ਡਿਪਰੈਸ਼ਨ 'ਚ ਜਾਂਦਾ, ਫਿਰ ਉਹਨੂੰ ਹਾਰ ਕੇ ਉਹ ਸੁਈਸਾਈਡ ਵਾਲਾ ਆਪਣਾ ਸਟੈਪ ਚੱਕਣਾ ਪੈਂਦਾ। ਡਿਪਰੈਸ਼ਨ ਦੀ ਗੱਲ ਕੀਤੀ ਆ, ਪਰ ਇੱਥੇ ਜਦੋਂ ਬੱਚੇ ਆਉਂਦੇ ਆ ਨਾ, ਉਹਨਾਂ ਨੂੰ ਰੈਂਟ ਵੀ ਇੰਨਾ ਜ਼ਿਆਦਾ ਦਿੱਤਾ ਜਾਂਦਾ ਆ, ਕਿਹਾ ਜਾਂਦਾ ਇੱਕ ਬੇਸਮੈਂਟ ਦੇ ਵਿੱਚ ਕਿੰਨੇ ਬੱਚੇ ਰੱਖੇ ਹੁੰਦੇ ਆ। ਸਾਡੀ ਕਮਿਊਨਿਟੀ ਵੀ ਦੇਖ ਲਓ ਕਿ ਪਤਾ ਹੁੰਦਾ ਹੈ ਕਿ ਬੱਚਿਆਂ ਦੇ ਕੋਲ ਇੰਨਾ ਇਨਕਮ ਸੋਰਸ ਨਹੀਂ ਹੈਗਾ, ਉਹਨਾਂ ਨੇ ਕਮਾਉਣਾ ਵੀ ਆ, ਫੀਸਾਂ ਵੀ ਕਰਨੀਆਂ ਨੇ, ਇਹਦੇ ਬਾਵਜੂਦ ਇੰਨਾ ਜ਼ਿਆਦਾ ਰੈਂਟ ਰੱਖਿਆ ਜਾਂਦਾ ਆ। ਸੋ ਤੁਹਾਨੂੰ ਨਹੀਂ ਲੱਗਦਾ ਵੀ ਕਮਿਊਨਿਟੀ ਨੂੰ ਵੀ ਥੋੜ੍ਹੀ ਬਹੁਤ ਬੱਚਿਆਂ ਨੂੰ ਦੇਖ ਕੇ ਸਪੋਰਟ ਕਰਨੀ ਚਾਹੀਦੀ? ਕਰਨੀ ਚਾਹੀਦੀ, ਹਾਂਜੀ, ਸਪੋਰਟ ਕਰਨੀ ਚਾਹੀਦੀ। ਕਰਦੇ ਆ ਜੀ, ਮੈਂ ਆਪ ਕਰਦਾ ਰਿਹਾ ਜੀ। ਹਾਂਜੀ। ਹੁਣ ਮੇਰੇ ਕੋਲ ਜਿਹੜੇ ਆਪਣੇ ਰਿਲੇਟਿਵ ਆਏ ਬੱਚੇ, ਮੈਂ 2-2 ਸਾਲ ਉਹਨਾਂ ਨੂੰ ਫ੍ਰੀ ਆਪਣੇ ਘਰੇ ਰੱਖਿਆ, ਉਹਨਾਂ ਨੂੰ ਬ੍ਰੈਡ ਦਾ ਪੈਕਟ ਵੀ ਨਹੀਂ ਲਿਆਉਣ ਦਿੱਤਾ। ਬਾਕੀ ਚਲੋ ਆਪਣੀ ਸੋਚ ਹੈ, ਕਈਆਂ ਦੇ ਖਰਚੇ ਉਸ ਹਿਸਾਬ ਨਾਲ ਆ, ਕਈਆਂ ਦੇ ਨਹੀਂ ਆ। ਪਰ ਤੁਹਾਨੂੰ ਲੱਗਦਾ, ਕਈ ਵਾਰੀ ਅਸੀਂ ਗੱਲਬਾਤ ਕੀਤੀ ਆ, ਸਾਨੂੰ ਲਾਈਵ ਪ੍ਰੋਗਰਾਮਸ ਵੀ ਬਹੁਤ ਐਵੇਂ ਦੀਆਂ ਕਾਲਸ ਆਉਂਦੀਆਂ ਨੇ ਕਿ ਬੱਚਿਆਂ ਦਾ ਅਸੀਂ ਕਰਦੇ ਹਾਂ, ਪਰ ਬੱਚੇ ਉਸ ਤੋਂ ਬਾਅਦ ਮੁੱਲ ਨਹੀਂ ਮੋੜਦੇ ਹੈਗੇ। ਇਹ ਵੀ ਗੱਲ ਹੈਗੀ ਆ ਜੀ, ਕਿਉਂਕਿ ਉਹਨਾਂ ਦੀ ਉਮਰ ਦਾ ਹਿਸਾਬ ਹੁੰਦਾ, ਉਹ ਸਮਝਦੇ ਨੇ। ਉਹ ਜੇ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਇਦਾਂ ਕਰੋ,
ਉਹ ਕਹਿੰਦੇ ਅਸੀਂ ਜ਼ਿਆਦਾ ਸਿਆਣੇ ਆ, ਤੁਹਾਨੂੰ ਕੁਝ ਨਹੀਂ ਪਤਾ ਹੈਗਾ। ਮਤਲਬ ਜੋ ਹੈਗੇ ਆ ਅਸੀਂ ਆਪਣੇ ਤੌਰ ਤੇ ਬਿਲਕੁਲ ਸੈੱਟ ਆ। ਮਤਲਬ ਕਹਿਣਾ ਨਹੀਂ ਮੰਨਦੇ, ਇਹ ਗੱਲ ਹੈਗੀ ਵੀ ਆਪਣੀ ਉਹ ਮौज ਮਸਤੀ 'ਚ ਕਰਦੇ ਆ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਦਾ। ਉਹ ਆਪਣੀ ਥਾਂ ਤੇ ਉਹ ਵੀ ਸਹੀ ਨੇ। ਜਿਹੜੇ ਬੀਚਿਸ ਤੇ ਵੀ ਅੱਜ ਕੱਲ੍ਹ ਪੇਰੈਂਟਸ ਆਪਦੇ ਬੱਚਿਆਂ ਨੂੰ ਖਾਸ ਤੌਰ ਤੇ ਕਹਿੰਦੇ ਆ ਕਿ ਬੀਚਾਂ ਤੇ ਨਾ ਜਾਇਓ, ਉਹ ਤੋਂ ਦੂਰ ਰਹੋ, ਹਨਾ। ਉਹ ਵੀ ਕੀ ਮौज ਮਸਤੀ 'ਚ ਤੁਹਾਨੂੰ ਲੱਗਦਾ ਕਿ ਇਹ ਸਾਰਾ ਕੁਝ ਹੋ ਰਿਹਾ ਜਿਹੜੀਆਂ ਬੀਚ ਚ ਕਰ ਲੈਂਦੇ ਆ ਜੀ ਗਲਤ ਸਟੈਪ। ਹਾਂਜੀ, ਜਿੱਦਾਂ ਇੱਕ ਪਰਸਨ ਨੇ ਕਿਹਾ ਵੀ ਆ ਜਾ ਕੋਈ ਚੱਕਰ ਨਹੀਂ ਹੈ, ਤੇ ਮੈਂ ਗਿਆ, ਮੈਂ ਤੈਨੂੰ ਸਾਂਭ ਲੂੰਗਾ ਜੀ, ਆ ਵੀ ਜਾਏਗਾ। ਤੈਰਨਾ ਉਹਨੂੰ ਵੀ ਨਹੀਂ ਆਉਂਦਾ ਹੁੰਦਾ, ਉਹ ਫਿਰ ਦੂਜੇ ਦੇ ਵੇਖੋ ਵੇਖੀ ਉਹ ਚੱਲ ਜਾਂਦੇ, ਛਾਲਾਂ ਮਾਰਦੇ ਆ। ਉਹ ਅਗਲੇ ਬੰਨੇ ਪਾਣੀ ਡੂੰਘਾ ਹੁੰਦਾ ਆ, ਤੇ ਉਹਦੇ ਕਾਰਨ ਫਿਰ ਉਹ ਪਰ ਭਾਜੀ ਜਿਵੇਂ ਦੀਆਂ ਹੁਣ ਇੰਨੀਆਂ ਲੜਾਈਆਂ ਝਗੜੇ ਹੋ ਰਹੇ ਆ, ਸੁਸਾਈਡਸ ਹੋ ਰਹੀਆਂ ਨੇ, ਹਨਾ। ਸਟੂਡੈਂਟਸ ਤਾਂ ਪਹਿਲਾਂ ਤੋਂ ਵੀ ਆਉਂਦੇ ਰਹੇ ਨੇ, ਤੁਹਾਨੂੰ 6 ਸਾਲ ਇੱਥੇ ਆਇਆਂ ਨੂੰ ਹੋ ਚੁੱਕੇ ਨੇ, ਪਰ ਜਿੰਨਾ ਮੈਟਰ ਆ ਪਿਛਲੇ 2 ਸਾਲ ਤੋਂ ਹੋ ਰਿਹਾ, ਚੱਕਿਆ ਜਾ ਰਿਹਾ ਵਾ, ਇਹ ਪਹਿਲਾਂ ਨਹੀਂ ਇੰਨਾ ਹੈਗਾ ਸੀ ਕਿ ਹੁਣ ਦੀ ਨੌਜਵਾਨੀ ਦੇ ਵਿੱਚ ਕੁਝ ਜ਼ਿਆਦਾ ਗਰਮ। ਹਾਂਜੀ ਹਾਂਜੀ, ਇਹ ਵੀ ਗੱਲ ਹੈਗੀ ਹੈ ਜੀ, ਕਿਉਂਕਿ ਹੁਣ ਜ਼ਿਆਦਾ ਹੋ ਗਏ। ਪਹਿਲਾਂ ਥੋੜ੍ਹੇ ਘੱਟ ਆਉਂਦੇ ਸੀਗੇ, ਹੁਣ ਜ਼ਿਆਦਾ ਹੋ ਗਏ, ਫਿਰ ਉਹ ਜ਼ਿਆਦਾ ਦੇ ਨਾਲ ਸ਼ਰਾਰਤਾਂ ਹੁੰਦੀਆਂ ਜੀ। ਇਹ ਵੀ ਕਹਿੰਦੇ ਆ ਕਿ ਇਮੀਗ੍ਰੇਸ਼ਨ ਵਧਣ ਨਾਲ ਕ੍ਰਾਈਮ ਵੀ ਵੱਧ ਰਿਹਾ ਵਾ, ਸੋ ਤੁਹਾਨੂੰ ਲੱਗਦਾ ਕਿ ਇਮੀਗ੍ਰੇਸ਼ਨ ਤੇ ਠੱਲ ਪਾਉਣੀ ਚਾਹੀਦੀ ਆ ਜਾਂ ਰੂਲਸ ਕੋਈ ਟਫ ਕਰਨੇ ਚਾਹੀਦੇ ਆ? ਮੈਂ ਤਾਂ ਇਹ ਮਸਲੇ 'ਚ ਕੁਝ ਨਹੀਂ, ਕਿਉਂਕਿ ਹਰ ਕਿਸੇ ਨੇ ਆਪਣੇ ਆਪਣੇ ਤੌਰ ਤੇ ਆਉਣਾ, ਹਰ ਕੋਈ ਚਾਹੁੰਦਾ। ਇਹ ਕਾਰਨ ਇਹ ਵੀ ਵੱਡਾ ਹੈਗਾ ਵੀ ਉੱਥੇ ਆਪਣੇ ਬੈਕਗਰਾਊਂਡ ਜਿਹੜੀ ਵੀ ਹੈਗੀ, ਇੰਡੀਆ ਜਾਂ ਪਾਕਿਸਤਾਨ ਜੋ ਵੀ ਆ, ਉੱਥੇ ਆਪਣੀਆਂ ਗੌਰਮੈਂਟਾਂ ਨਹੀਂ ਸਹੀ ਹੈਗੀਆਂ, ਉਹਨਾਂ ਦਾ ਕਰਕੇ ਉੱਥੇ ਨੌਕਰੀਆਂ ਕਿਸੇ ਪਰਿਵਾਰ 'ਚ ਕਿਸੇ 'ਚ ਵੀ ਦੱਸ ਦਿਓ ਕਿਸੇ ਨੂੰ ਸਰਕਾਰੀ ਨੌਕਰੀ ਮਿਲਦੀ ਹੈ, ਜੇ ਮਿਲਦੀ ਵੀ ਆ ਤਾਂ ਕਿਸੇ ਨੂੰ ਦੂਰ ਮਿਲੂਗੀ, ਨਹੀਂ ਤਾਂ ਫਿਰ ਉਹ ਮਤਲਬ ਪੇ ਰੇਟ ਘੱਟ ਆ, ਉਹਦੇ ਨਾਲ ਆਪਣੇ ਖਰਚੇ ਨਹੀਂ ਹੈਗੇ ਪੂਰੇ ਹੁੰਦੇ। ਅਖੀਰਲਾ ਇੱਕ ਸਵਾਲ ਹੈ ਕਿ ਜਿਹੜੀਆਂ ਆਇਲਸ ਮੈਰਿਜਸ ਹੋ ਰਹੀਆਂ ਨੇ, ਇਹਦੇ ਬਾਰੇ ਤੁਹਾਡਾ ਕੀ ਖਿਆਲ ਆ? ਅੱਗੇ ਤਾਂ ਹੁੰਦਾ ਸੀ ਜਿਹੜੇ ਮੈਟਰੀਮੋਨੀਅਲਸ ਹੁੰਦੇ ਸੀ ਨਾ, ਉਹਦੇ ਵਿੱਚ ਲਿਖਿਆ ਜਾਂਦਾ ਸੀ ਵੀ ਪੜ੍ਹੀ ਲਿਖੀ ਸੋਹਣੀ ਕੰਨਿਆ ਦੀ ਲੋੜ ਆ। ਅੱਜ ਕੱਲ੍ਹ ਲਿਖਿਆ ਜਾਂਦਾ ਕਿ ਆਇਲਸ ਕਲੀਅਰ ਲੜਕੀ ਦੀ ਲੋੜ ਆ, ਜਿਹੜੇ ਸਾਡੇ ਮੁੰਡੇ ਨੂੰ ਵਿਦੇਸ਼ ਪਾਸ ਕੱਢ ਸਕੇ। ਹਾਂਜੀ ਹਾਂਜੀ, ਉਹ ਲਾਲਚੀ ਆ ਜੀ। ਹਾਂਜੀ, ਕੌਣ ਇਹਦੇ ਲਈ ਜ਼ਿੰਮੇਦਾਰ ਆ? ਪੇਰੈਂਟਸ ਜਾਂ ਫਿਰ ਬੱਚੇ ਚਾਹੁੰਦੇ ਕਿ ਬਸ ਬਾਈ ਹੁੱਕ ਔਰ ਬਾਈ ਕਰੁੱਕ ਬਸ ਸਾਨੂੰ ਬਾਹਰ ਭੇਜ? ਜਿਹੜੇ +2 ਕਰਤੀ, ਜਿਹਨੂੰ ਸਟੱਡੀ ਵਗੈਰਾ ਕੁਝ ਨਹੀਂ ਆਉਂਦੀ, ਉਹ ਕਹਿੰਦਾ ਵੀ ਮੈਂ ਕਿਸੇ ਤਰੀਕੇ ਨਾਲ ਆਪਣੇ ਘਰਦਿਆਂ ਦੇ ਪ੍ਰੈਸ਼ਰ ਪਾਉਂਦਾ ਵੀ ਮੈਂ ਬਾਹਰ ਹੀ ਜਾਣਾ, ਬਾਹਰ ਹੀ ਜਾਣਾ। ਉਹ ਜਦੋਂ ਫਿਰ ਉਹ ਆਪ ਤੇ ਉਹ ਜਾ ਨਹੀਂ ਸਕਦਾ, ਉਹ ਫਿਰ ਕੁੜੀ ਲੱਭਦੇ ਇੱਦਾਂ ਕਰਕੇ, ਹੈ ਨਾ। ਉਹ ਭੇਡ ਚਾਲ ਬਣ ਗਈ ਆ ਜੀ। ਉਹ ਫਿਰ ਜਦੋਂ ਕੁੜੀ ਆਪਣਾ ਵਿਆਹ ਕਰ ਲੈਂਦੇ ਆ, ਕੁੜੀ ਵੀ ਛੋਟੀ ਉਮਰ ਦੀ ਹੁੰਦੀ ਆ, ਮੁੰਡਾ ਵੀ ਛੋਟਾ ਹੀ ਹੁੰਦਾ ਆ, ਉਹ ਫਿਰ ਇੱਥੇ ਆਣ ਕੇ ਜਦੋਂ ਕੁੜੀ ਪਹਿਲਾਂ ਆ ਜਾਂਦੀ ਆ, ਉਹ ਫਿਰ ਇੱਥੇ ਮਾਹੌਲ ਚਾਲ ਵੇਖਦੀ ਆਣ ਕੇ, ਉਹਨੂੰ ਸਿਸਟਮ ਦਾ ਥੋੜਾ ਡਿਫਰੈਂਟ ਲੱਗਦਾ। ਉਹ ਕਹਿੰਦੀ ਵੀ ਮੈਂ ਜਿਹੜਾ ਪਿੱਛੇ ਆ, ਮੈਂ ਉਹਨੂੰ ਕੀ ਕਰਨਾ, ਹੈ ਨਾ। ਉਹਦੇ ਕਰਕੇ ਫਿਰ ਉਹ ਇੱਥੇ ਆਪਣੇ ਹਿਸਾਬ ਨਾਲ ਉਹ ਚੱਲਦੀ ਆ। ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਕੁਝ ਇੱਕ ਪਰਸਨ ਹੈਗੀਆਂ, ਕੁਝ ਸਹੀ ਵੀ ਹੈਗੀਆਂ। ਕੋਈ ਕਹਿੰਦਾ ਨਾ ਹਸਾਈ ਦਾ ਨਾਂ ਨਹੀਂ ਹੁੰਦਾ, ਰਵਾਇ ਦਾ ਹੁੰਦਾ ਹੈ। ਚਾਹੇ ਸਟੂਡੈਂਟਸ ਦੀ ਗੱਲ ਕਰ ਲਈਏ, 98% ਜਿਹੜੇ ਆ ਸਟਰਗਲ ਕਰ ਰਹੇ ਨੇ, ਕੁਝ 2% ਕਰਕੇ ਸਾਰਾ ਨਾਮ ਖਰਾਬ ਹੋ ਰਿਹਾ। 2% ਹੀ ਆ ਜਿਹੜੇ ਗਲਤ ਆ, ਬਾਕੀ ਸਹੀ ਆ, ਮਿਹਨਤ ਕਰਦੇ ਆ ਮੁੰਡੇ, ਬਹੁਤ ਵਧੀਆ ਕੰਮ ਕਰ ਰਹੇ ਆ। ਚਲੋ ਆਪਣੀ ਮਿਹਨਤ ਕਰਕੇ ਜੋ ਵੀ ਜੇ ਕਿਸੇ ਨੂੰ ਸ਼ੌਂਕ ਆ, ਸ਼ੌਂਕ ਪੂਰੇ ਕਰਨੇ ਜੇ। ਸ਼ੌਂਕ ਤਾਂ ਇੱਥੇ ਹੀ ਪੂਰੇ ਹੋਣੇ ਆ ਜੀ, ਇੰਡੀਆ ਦਾ ਕਰ ਵੀ ਨਹੀਂ ਸਕਦੇ ਆਪਾਂ। ਮਿਹਨਤ ਕਰਕੇ ਕਰਨੇ ਚਾਹੀਦੇ ਆ, ਸ਼ੌਂਕ ਪੂਰੇ ਕਰੋ ਆਪਣੇ। ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਖਾਸ ਤੌਰ ਤੇ ਇੰਡੀਆ ਪੰਜਾਬ ਤੋਂ, ਤੇ ਚਾਹੁੰਦੇ ਨੇ ਇਸ ਵਕਤ ਕਿ ਵੇਟ ਕਰ ਰਹੇ ਨੇ ਕਿ ਉਹਨਾਂ ਦਾ ਵੀ ਵੀਜ਼ਾ ਆਵੇ ਤੇ ਆਪਣਾ ਭਵਿੱਖ ਬਣਾਉਣ, ਕੀ ਇੱਕ ਤੁਸੀਂ ਐਡਵਾਈਸ ਉਹਨਾਂ ਨੂੰ ਦੇਣਾ ਚਾਹੋਗੇ? ਕਿਉਂਕਿ ਉੱਥੇ ਬੈਠੇ ਅਸੀਂ ਸੁਪਨੇ ਤਾਂ ਬਹੁਤ ਸੋਚਦੇ ਹਾਂ, ਪਰ ਰਿਐਲਿਟੀ ਇਸ ਤੋਂ ਥੋੜੀ ਜਿਹੀ ਡਿਫਰੈਂਟ ਹੁੰਦੀ ਆ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਆ ਕੇ ਵੇਖ ਲਓ, ਆਪਣੇ ਰੰਗ ਤਮਾਸ਼ੇ ਵਧੀਆ ਆ ਇੱਥੇ ਸਿਸਟਮ, ਪਰ ਸ਼ੁਰੂ ਜਾਣਗੇ ਕਰਨੀ ਪੈਣੀ ਸਟਰਗਲ। ਹਾਂਜੀ, ਸਾਲ 2 ਸਾਲ ਤਾਂ ਪੱਕੇ ਹੀ ਆ ਜੀ। ਫਿਰ ਛੇਤੀ ਫੈਮਿਲੀ ਵੀ ਚੇਤੇ ਆਉਂਦੀ ਆ। ਹਾਂਜੀ, ਸਾਰੇ ਆਉਣਗੇ ਫਿਰ। ਓਕੇ ਜੀ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਅਸੀਂ ਦੇਖਿਆ, ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਪੁੱਛਿਆ, ਤੇ ਤੁਸੀਂ ਵੀ ਜਾਣਿਆ ਕਿ ਮੁਲਕ ਬਹੁਤ ਸੋਹਣਾ ਆ, ਪਰ ਇਹ ਸੋਹਣੀ ਮਿਹਨਤ ਵੀ ਮੰਗਦਾ ਆ। ਇੱਥੇ ਆਓ, ਮਿਹਨਤ ਕਰੋ ਤੇ ਆਪਣਾ ਫਿਊਚਰ ਬਣਾਓ, ਜੋ ਕਿ ਇੱਥੇ ਸੋਚ ਕੇ ਤੁਸੀਂ ਆਏ ਹੋ। ਇਹਦੇ ਬਾਵਜੂਦ ਜਿਹੜੇ ਬਾਕੀ ਗੱਲਾਂ ਨੇ, ਇਹਨਾਂ ਤੋਂ ਥੋੜਾ ਜਿਹਾ ਬਚੋ। ਸਰਕਾਰਾਂ ਨੇ ਜੋ ਇੱਥੇ ਸਹੂਲਤਾਂ ਦਿੱਤੀਆਂ ਨੇ, ਜਾਂ ਫਿਰ ਜੋ ਲਾਅ ਐਂਡ ਆਰਡਰ ਇੱਥੇ ਆ, ਜੇਕਰ ਆਪਣੇ ਮੁਲਕ 'ਚ ਸਾਰਾ ਕੁਝ ਮਿਲ ਜਾਂਦਾ, ਨਾ ਤਾਂ ਕੋਈ ਉੱਥੇ ਛੱਡ ਕੇ ਆਉਂਦਾ, ਤੇ ਜੇ ਹੁਣ ਵੀ ਹੁੰਦਾ ਤਾਂ ਸ਼ਾਇਦ ਲੋਕੀ ਵਾਪਸ ਵੀ ਚਲੇ ਜਾਂਦੇ। ਸ਼ਾਇਦ ਇਹੀ ਇੱਕ ਚੀਜ਼ ਆ ਜੋ ਇੱਥੇ ਮਿੱਠੀ ਜੇਲ੍ਹ ਕਹਾਉਂਦੀ ਆ, ਕਿ ਇੱਥੇ ਲਾਅ ਐਂਡ ਆਰਡਰ ਤੇ ਜੋ ਸਹੂਲਤਾਂ ਨੇ, ਉਹ ਸ਼ਾਇਦ ਆਪਣੇ ਮੁਲਕ 'ਚ ਨਹੀਂ ਮਿਲ ਪਾਉਂਦੀਆਂ। ਕੈਮਰਾਮੈਨ ਮਨਦੀਪ ਪੂਨੀਆ ਦੇ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਦੇ ਉੱਤੇ ਕਮੈਂਟ ਕਰਕੇ ਦੱਸਿਓ ਜ਼ਰੂਰ, ਨਾਲ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।